ਹਾਂਜੀ ਤਾਂ ਚੱਲਦੇ ਜੀ ਆਪਾਂ ਸਕਰੀਨ ਦੇ ਉੱਪਰ। ਸੋ ਆਪਾਂ ਅੱਜ ਨਿੱਕੀ ਜਿਹੀ ਇੱਕ ਗੇਮ ਖੇਡਣੀ ਹੈ ਜਿਹਦੇ ਵਿੱਚ ਟਰੂ ਫਾਲ ਦੀਆਂ ਪਿਕਸ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਸਾਰਿਆਂ ਦੀਆਂ। ਇਹਦੇ ਵਿੱਚ ਕੀ ਹੈ ਜੀ, ਮੈਂ ਤੁਹਾਨੂੰ ਦੱਸਦਾ ਵਾਂ। ਇਹਦੇ ਵਿੱਚ ਆ ਮੰਨ ਕੇ ਚੱਲੋ ਤੁਹਾਡਾ ਹੈਗਾ ਜੀ ਕੁਐਸਚਨ, ਆ ਤੁਹਾਡਾ ਕੁਐਸਚਨ ਹੈ ਜੀ, ਤੇ ਨੀਚੇ ਹੀ ਹੁੰਦੀ ਆ ਜੋ ਪੈਰਾਗ੍ਰਾਫ ਦੇ ਵਿੱਚ ਉਹਦੀ ਲੋਕੇਸ਼ਨ ਸੀਗੀ ਉਹ ਫਾਈਂਡ ਆਊਟ ਕਰਕੇ ਮੈਂ ਇੱਥੇ ਉਹਨੂੰ ਕਾਪੀ ਪੇਸਟ ਕਰਤਾ। ਤਾਂ ਤੁਸੀਂ ਸਾਰਿਆਂ ਨੇ ਮੈਨੂੰ ਦੱਸਣਾ ਕਿ ਟਰੂ ਹੋਊਗਾ, ਫਾਲਸ ਹੋਊਗਾ ਕਿ ਨਾਟ ਗਿਵਨ ਹੋਊਗਾ। ਠੀਕ ਹੈ ਜੀ, ਰੈਡੀ ਹੋਣਾ ਇਹ ਚੀਜ਼ ਲਈ? ਤਾਂ ਪਹਿਲੀ ਪਿਕ ਤੁਹਾਡੇ ਸਾਹਮਣੇ ਸ਼ੋ ਹੁੰਦੀ ਸਕਰੀਨ ਤੇ, ਮੈਨੂੰ ਦੱਸ ਦਿਓ ਸ਼ੋ ਹੁੰਦੀ ਪਈ ਸਾਰਿਆਂ ਨੂੰ ਜੀ? ਓਕੇ ਜੀ, ਹਾਂਜੀ ਸਰ। ਓਕੇ। ਤਾਂ ਇਹਦੇ ਕੀ ਕਹਿੰਦੇ ਜੀ, ਧਿਆਨ ਨਾਲ ਹਾਂਜੀ ਪਹਿਲੀ ਪਿਕ ਤੋਂ ਖੋਲਦੇ ਹਾਂ ਆਪਾਂ ਇਹਨੂੰ। ਠੀਕ ਹੈ ਜੀ, ਚਲੋ ਹਾਂਜੀ। ਤਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਸਾਹਮਣੇ ਹੈ ਜੀ। ਕੀ ਕਹਿੰਦੇ ਜੀ ਉਹ ਤੁਹਾਨੂੰ? ਕਹਿੰਦੇ the pine cones, ਜਿਹੜੇ ਪਾਈਨ ਕੋਨਸ ਸੀਗੇ ਜੀ were stripped, ਉਹ ਜਾਣੀ ਕਿ ਸਟ੍ਰਿਪਡ ਸੀਗੇ ਬੋਟਮ ਤੋਂ ਟੌਪ ਤੱਕ ਬਾਈ ਬਲੈਕ ਰੈਟਸ। ਕੁਐਸਚਨ ਇੱਕ ਵਾਰੀ ਫਿਰ ਪੜ੍ਹ ਲਓ ਜੀ। ਜਿਹੜੇ ਪਾਈਨ ਕੋਨਸ ਸੀਗੇ ਜੀ ਉਹ ਸਟ੍ਰਿਪਡ ਸੀਗੇ ਜੀ ਫਰੋਮ ਬੋਟਮ ਤੋਂ ਟੌਪ ਤੱਕ, ਕਿਹਦੇ ਦੁਆਰਾ ਜੀ? ਬਲੈਕ ਰੈਟਸ ਦੇ ਦੁਆਰਾ। ਤਾਂ ਆ ਤੁਹਾਡੀ ਜਸਟ ਇੱਕ ਸਿੰਗਲ ਸੈਂਟੈਂਸ ਹੈ ਜਿਹਦੇ ਵਿੱਚੋਂ ਆਪਾਂ ਨੂੰ ਇਹਦਾ ਪਤਾ ਲੱਗ ਗਿਆ। ਤੇ ਕੀ ਕਹਿੰਦੇ ਜੀ ਇਹ? ਕਹਿੰਦੇ the culprit proved to be versatile and athletic, ਉਹ ਕਹਿੰਦੇ ਬਲੈਕ ਰੈਟ, and the technique ਸੀਗੀ ਜੀ was to bite each cone scale। ਜਿਹੜੀ ਟੈਕਨੀਕ ਸੀ ਉਹਨੇ ਕੀ ਕਰਨਾ ਸੀ, ਜਾਨੀ ਕਿ ਬਾਈਟ ਕਰਨਾ ਸੀਗਾ ਹਰੇਕ ਕੋਨ ਨੂੰ। ਤੇ ਉਹ ਕੋਨ ਕਹਿੰਦੇ ਜਿਹੜੇ ਸੀਗੇ ਜੀ ਆਫ ਐਟ ਇਟਸ ਬੇਸ, ਉਹਨਾਂ ਦੀ ਸੀਕੁਐਂਸ ਕੀ ਸੀਗੀ ਜੀ? ਉਹਨਾਂ ਦੀ ਸੀਕੁਐਂਸ ਸੀਗੀ ਬੇਸ ਤੋਂ ਲੈ ਕੇ ਟੌਪ ਤੱਕ ਜੀ, ਫੋਲੋਇੰਗ ਦਾ ਸਪਾਇਰਲ ਗਰੋਥ ਪੈਟਰਨ ਆਫ ਦਾ ਕੋਨ। ਹਾਂਜੀ, ਤੇ ਕੀ ਲੱਗ ਰਿਹਾ ਜੀ ਤੁਹਾਨੂੰ ਇਹ ਦੇਖਣ ਤੇ? ਥੋੜਾ ਇਹ ਡਿਫਿਕਲਟ ਆ, ਥੋੜਾ ਜਿਹਾ ਲੈਂਗੁਏਜ ਕਹਿ ਲਓ ਇਹਦੀ। ਕੁਐਸਚਨ ਸੀਗਾ ਜੀ ਜਿਹੜੇ ਆਪਣੇ ਪਾਈਨ ਕੋਨਸ ਆ ਜਾਨੀ ਕਿ ਵਰ ਸਟ੍ਰਿਪਡ ਦਾ ਮਤਲਬ ਨਹੀਂ ਕਿ ਲਟਕਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬੋਟਮ ਤੋਂ ਟੌਪ ਤੱਕ ਸੀਗੇ ਜਾਨੀ ਕਿ ਬਲੈਕ ਰੈਟਸ ਦੇ ਦੁਆਰਾ ਜੀ। ਤਾਂ ਇਹਨਾਂ ਨੇ ਇੱਥੇ ਕੀ ਕਿਹਾ ਜੀ? ਮੈਨੂੰ ਤਾਂ ਟਰੂ ਲੱਗ ਰਿਹਾ। ਹਾਂਜੀ, ਬਾਕੀਆਂ ਨੂੰ ਜੀ? ਸਰ ਟਰੂ ਲੱਗ ਰਿਹਾ, ਬਸ ਇਹਨਾਂ ਨੇ ਬੋਟਮ ਨੂੰ ਚੇਂਜ ਕੀਤਾ ਹੋਇਆ ਬੇਸ ਦੇ ਵਿੱਚ ਟੌਪ ਨੂੰ ਕੀਤਾ ਹੋਇਆ ਜੀ ਇਹਦੇ ਵਿੱਚ। ਠੀਕ ਹੈ ਜੀ, ਪ੍ਰੂਫ ਆਫ ਸਕੇਲ ਆਫ। ਹਾਂਜੀ। ਤੇ ਸਪਾਇਰਲ ਗਰੋਥ ਕਿਹੜੀ ਹੁੰਦੀ ਹੈ? ਜਿਹੜੀ ਏਦਾਂ ਘੁਮਾ ਕੇ ਜੀ ਹੁੰਦੀ, ਏਦਾਂ ਜੀ ਘੁਮਾ ਕੇ ਜੀ ਵਾਲੀ। ਤਾਂ ਮੈਂ ਤੁਹਾਨੂੰ ਦੱਸਾਂ ਕਿ ਜੀ ਇਹਦਾ ਜਿਹੜਾ ਆਨਸਰ ਆ, ਇਹਦਾ ਆਨਸਰ ਟਰੂ ਹੈ ਜੀ, ਕਿਉਂਕਿ ਇਹਨਾਂ ਨੇ ਜਸਟ ਇਹਦੀ ਜੋ ਵਰਡਿੰਗ ਆ ਉਹੀ ਚੇਂਜ ਕੀਤੀ ਆ, ਬਾਕੀ ਸਾਰਾ ਕੁਝ ਇਹਨਾਂ ਨੇ ਉਦਾਂ ਹੀ ਲਿਖਿਆ। ਸਟ੍ਰਾਈਪ ਦਾ ਮਤਲਬ ਉਹਨਾਂ ਨੇ ਕਿ ਲਟਕਣਾ, ਕੋਨਸ ਜਿਹੜੇ ਸੀਗੇ ਉਹ ਲਟਕਦੇ ਪਏ ਸੀ ਕਿਵੇਂ ਜੀ? ਬੋਟਮ ਤੋਂ ਟੌਪ ਤੱਕ ਸੀਗੇ। ਇਹਨਾਂ ਨੇ ਵੀ ਕੀ ਕਿਹਾ ਜੀ? ਕੋਨਸ ਨੂੰ ਕੀ ਕਰਨਾ ਸੀ? ਬਾਈਟ ਕਰਨਾ ਸੀ ਹਰੇਕ ਨੂੰ, ਉਹ ਕਹਿੰਦੇ। ਤੇ ਉਹਨਾਂ ਦੀ ਸ਼ੇਪ ਕਿਵੇਂ ਸੀਗੀ ਜੀ? ਸ਼ੇਪ ਉਹਨਾਂ ਦੀ ਸੀਗੀ ਬੇਸ ਤੋਂ ਲੈ ਕੇ ਟੌਪ ਤੱਕ ਸੀਗੀ ਜੀ ਉਹਨਾਂ ਦੀ। ਸਰ ਸਟ੍ਰਾਈਪ ਦਾ ਮੀਨਿੰਗ ਕੀ ਹੈ ਜੀ? ਸਟ੍ਰਾਈਪ ਦਾ ਮਤਲਬ ਨਹੀਂ ਕਿ ਲਟਕਣਾ, ਜਿਹਨੂੰ ਆਪਾਂ ਕਹਿੰਦੇ ਲਟਕਣਾ, ਸਟ੍ਰਾਈਪ। ਠੀਕ ਹੈ ਜੀ। ਅਗਲੀ ਤੁਹਾਡੇ ਸਾਹਮਣੇ ਰਹਿ ਜੀ, ਥੋੜੇ ਜਿਹੇ ਟ੍ਰਿਕੀ ਹੈ ਜੀ, ਧਿਆਨ ਨਾਲ ਸਾਰੇ ਜਣੇ ਸਮਝੋ। ਬਹੁਤ ਵਧੀਆ ਲੈਵਲ ਦੀਆਂ ਟ੍ਰਿਕਸ ਆ ਇਹਨਾਂ ਦੇ ਵਿੱਚ, ਦੱਸਦੇ ਆਪਾਂ। ਜਿਵੇਂ ਆਹ ਕੁਐਸਚਨ ਬਹੁਤ ਵਧੀਆ, ਕੀ ਕਹਿੰਦੇ ਜੀ? ਦਾ ਮੈਗਨੇਟੋਸਫੀਅਰ, ਜਿਹੜਾ ਨਿੱਕੀ ਮੈਗਨੇਟੋਸਫੀਅਰ ਆ, ਹਾਂਜੀ, ਬਰਨਸ ਅਪ, ਜਲਾ ਦਿੰਦਾ ਜੀ ਕਿਹਨੂੰ? ਆਬਜੈਕਟਸ ਨੂੰ। ਤਾਂ ਆ ਆਪਣੀ ਲੋਕੇਸ਼ਨ ਪਈ ਹੈ ਜੀ। ਕਹਿੰਦੇ ਜੀ ਜੋ ਮੈਗਨੇਟੋਸਫੀਅਰ ਆ ਉਹ ਜਾਨੀ ਕਿ ਬਰਨਸ ਅਪ ਕਰ ਦਿੰਦਾ ਕਿਹਨੂੰ? ਆਬਜੈਕਟਸ ਨੂੰ। ਤੇ ਜੋ ਲੋਕੇਸ਼ਨ ਆ ਤੁਹਾਡੀ ਉਹ ਕੀ ਕਹਿੰਦੇ ਜੀ? ਇਨ ਦਾ ਐਬਸੈਂਸ ਆਫ, ਹਾਂਜੀ, ਅ ਥਿਕ ਪ੍ਰੋਟੈਕਟਿਵ ਐਟਮੋਸਫੀਅਰ ਔਰ, ਹਾਂਜੀ, ਮੈਗਨੇਟੋਸਫੀਅਰ ਟੂ ਬਰਨ ਅਪ ਔਰ ਡਿਫਲੈਕਟ ਆਬਜੈਕਟਸ, ਹਾਂਜੀ, ਰਿਸਪੈਕਟਿਵਲੀ। ਤਾਂ ਇਹਨੂੰ ਪੜ੍ਹ ਕੇ ਦੇਖੋ ਲਾਈਨ ਤੋਂ, ਤੁਹਾਨੂੰ ਕੀ ਲੱਗ ਰਿਹਾ ਜੀ ਇਹਦਾ? ਥੋੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਡਿਫੀਕਲਟ ਲੈਵਲ ਦੇ ਆ, ਪਰ ਇਹਨਾਂ ਵਿੱਚ ਟ੍ਰਿਕਸ ਕੰਮ ਕਰਦੀਆਂ ਨਿੱਕੀਆਂ ਨਿੱਕੀਆਂ, ਜਿਵੇਂ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ। ਯਾਨੀ ਕਿ ਜੇ ਤੁਹਾਨੂੰ ਨਾ ਵੀ ਇਹ ਚੀਜ਼ ਸਮਝ ਲੱਗੀ ਤਾਂ ਕਿਵੇਂ ਤੁਹਾਡਾ ਫਿਰ ਵੀ ਠੀਕ ਹੋ ਸਕਦਾ ਜੀ? ਸਰ ਮੈਨੂੰ ਤਾਂ ਫਾਲਸ ਲੱਗ ਰਿਹਾ। ਫਾਲਸ ਲੱਗ ਰਿਹਾ ਜੀ? ਬਾਕੀਆਂ ਨੂੰ ਕੀ ਲੱਗ ਰਿਹਾ ਜੀ? ਸਰ ਟਰੂ। 1 ਸੈਕਿੰਡ ਸਰ। ਫਾਲਸ। The magnetosphere burns up objects, ਉਹਨਾਂ ਨੇ ਕੀ ਕਿਹਾ ਜੀ? in the absence of a thick protective atmosphere or magnetosphere to burn up or deflect objects respectively। ਧਿਆਨ ਨਾਲ ਦੇਖਿਓ ਜੀ, ਹੁਣ ਆਨਸਰ ਇਹਦਾ ਫਾਲਸ ਹੈ। ਟਰੂ ਲੱਗਦਾ। ਆਨਸਰ ਇਹਦਾ ਫਾਲਸ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ, ਧਿਆਨ ਨਾਲ ਦੇਖਿਓ ਜੀ।
ਕਹਿੰਦੇ ਜੀ ਆ ਦੇਖੋ ਇਨ ਦਾ ਐਬਸੈਂਸ ਆਫ ਧਿਆਨ ਨਾਲ ਦੇਖਿਓ ਅ ਥਿਕ ਹਾਂਜੀ ਪ੍ਰੋਟੈਕਟਿਵ ਐਟਮੋਸਫੀਅਰ ਇਹ ਹੈਗੀ ਆ ਪਹਿਲੀ ਆਈਟਮ ਔਰ ਪਾ ਕੇ ਇਹਨਾਂ ਨੇ ਲਾਇਆ ਪਿਆ ਵਾ ਮੈਗਨੇਟੋਸਫੀਅਰ ਇਹ ਹੈਗੀ ਆ ਜੀ ਦੂਸਰੀ ਆਈਟਮ ਤੇ 2 ਤੋਂ ਬਾਅਦ ਚੋਂ ਬਰਨ ਅਪ ਪਹਿਲੀ ਆਈਟਮ ਤੇ ਡਿਫਲੈਕਟ ਕੀ ਆ ਦੂਸਰੀ ਆਈਟਮ ਦੂਜੀ ਤੇ ਪਿੱਛੇ ਲਾਇਆ ਇਹਨਾਂ ਜੀ ਨੇ ਰਿਸਪੈਕਟਿਵਲੀ ਲਾਤਾ ਰਿਸਪੈਕਟਿਵਲੀ ਦਾ ਮਤਲਬ ਯਾਨੀ ਕਿ ਪਹਿਲੀ ਚੀਜ਼ ਪਹਿਲਾ ਕੰਮ ਕਰੂ ਦੂਜੀ ਚੀਜ਼ ਦੂਜਾ ਕੰਮ ਕਰੂ ਯਾਨੀ ਕਿ ਥਿਕ ਲੇਅਰ ਪ੍ਰੋਟੈਕਟਿਵ ਵਾਲੀ ਨੇ ਬਰਨ ਅਪ ਦਾ ਕੰਮ ਕਰਨਾ ਵਾ ਤੇ ਮੈਗਨੇਟੋਸਫੀਅਰ ਨੇ ਡਿਫਲੈਕਟ ਦਾ ਕੰਮ ਕਰਨਾ ਨਾ ਕਿ ਬਰਨ ਦਾ ਲੱਗ ਗਿਆ ਪਤਾ ਜੀ ਹਾਂਜੀ ਸਾਰਿਆਂ ਨੂੰ ਕਲੀਅਰ ਹੈ ਜੀ ਇਹ ਟ੍ਰਿਕੀ ਜਿਹਾ ਕੁਐਸਚਨ ਹਾਂਜੀ ਸਰ ਕੀ ਸੀਗਾ ਜੀ ਆਹ ਚੀਜ਼ ਦਾ ਧਿਆਨ ਰੱਖਣਾ ਜੀ ਟਾਰਗੇਟ ਵਰਡ ਜਿਹੜਾ ਇਹਦੇ ਵਿੱਚ ਜਿਹਨੇ ਆਨਸਰ ਦਿੱਤਾ ਇਹਦਾ ਲੱਗ ਗਿਆ ਪਤਾ ਹੀ ਸਾਰਿਆਂ ਨੂੰ ਇਹ ਚੀਜ਼ ਦਾ ਹਾਂਜੀ ਅੱਗੇ ਚੱਲਦੇ ਆ ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਜੀ ਕਹਿੰਦੇ ਸੈਟਲਮੈਂਟ ਆਫ ਦਾ ਮੂਨ ਆਫ ਦਾ ਮੂਨ ਵੁੱਡ ਬੀ ਮੋਰ ਐਕਸਪੈਂਸਿਵ ਕਹਿੰਦੇ ਜਿਹੜੀ ਮੂਨ ਦੀ ਸੈਟਲਮੈਂਟ ਆ ਉਹ ਜ਼ਿਆਦਾ ਐਕਸਪੈਂਸਿਵ ਹੋਊਗੀ ਜੀ ਆਫ ਜਿੱਥੋਂ ਤੱਕ ਮੇਰਾ ਖਿਆਲ ਆ ਤਾਂ ਰੀਡਿੰਗ ਨੇ ਆਫ ਦੀ ਜਗ੍ਹਾ ਤੇ ਇੱਥੇ ਔਨ ਲਿਖਣਾ ਚਾਹੀਦਾ ਸੀ ਸੈਟਲਮੈਂਟ ਔਨ ਦਾ ਮੂਨ ਚਲੋ ਉਹਨਾਂ ਤੋਂ ਬਾਈ ਮਿਸਟੇਕ ਇਹ ਚੀਜ਼ ਹੋ ਗਈ ਹੋਣੀ ਆ ਤਾਂ ਚਲੋ ਜੀ ਪੜ੍ਹਦੇ ਆਪਾਂ ਸੈਟਲਮੈਂਟ ਔਨ ਦਾ ਮੂਨ ਵੁੱਡ ਬੀ ਮੋਰ ਐਕਸਪੈਂਸਿਵ ਆਪਾਂ ਨੂੰ ਲੋਕੇਸ਼ਨ ਕੀ ਕਹਿੰਦੀ ਹੈ ਜੀ ਕਹਿੰਦੇ ਜੀ ਸੈਟਲਮੈਂਟ ਔਨ ਦਾ ਮੂਨ ਵੁੱਡ ਬੀ ਮਚ easier but since there is no resources there it would be ultimately be more costly and of little use ਕੀ ਲੱਗ ਰਿਹਾ ਜੀ ਟਰੂ ਹੈ ਟਰੂ ਲੱਗਦਾ ਟਰੂ ਹੈ ਸਰ ਜੀ ਓਕੇ ਜੇ ਮੈਨੂੰ ਇੱਥੋਂ ਤੱਕ ਹੀ ਛੱਡ ਦਾਂ ਇੱਕ ਮਿੰਟ ਜੇ ਮੈਨੂੰ ਇੱਥੋਂ ਤੱਕ ਹੀ ਹੁੰਦੀ ਲੋਕੇਸ਼ਨ ਆ ਮੈਂ ਕੱਟਤਾ ਜੀ ਸਾਰਾ ਆ ਲਾਈਨ ਪੜੋ ਹੀ ਨਾ ਦੂਸਰੇ ਨੰਬਰ ਵਾਲੀ ਇਹਦਾ ਫਾਲਸ ਹੈ ਸਰ ਫਿਰ ਸਰ not given not given ਹੈ ਜੀ ਕੁਐਸਚਨ ਤੁਹਾਡਾ ਕਹਿ ਰਿਹਾ ਕਿ ਐਕਸਪੈਂਸਿਵ ਹੋਊਗੀ ਪਹਿਲੀ ਲਾਈਨ ਚ ਲਿਖਿਆ ਕਿ ਜੀ ਇਹ ਸੌਖੀ ਹੋਊਗੀ ਕਿਹੜੇ ਪੱਖੋਂ ਸੌਖੀ ਆ ਸ਼ਾਇਦ ਉੱਥੇ ਜਾਣਾ ਸੌਖਾ ਹੋਵੇ ਪੈਸਿਆਂ ਤੇ ਲੈਣ ਦੀ ਗੱਲ ਤਾਂ ਨਹੀਂ ਨਾ ਪਤਾ ਲੱਗੀ ਪਹਿਲੀ ਲਾਈਨ ਤੋਂ ਆਪਾਂ ਨੂੰ ਹਾਂਜੀ ਇੱਥੋਂ ਤੱਕ ਕੀ ਆ not given ਹੁਣ ਇਹਨਾਂ ਨੇ ਗਾਂ ਫਲੋ ਕੀਤਾ ਗਾਂ ਫਲੋ ਕਰਨ ਚ ਕੀ ਕਹਿੰਦੇ ਜੀ ਬਟ ਸਿੰਸ ਦਾ ਮਤਲਬ ਇੱਥੇ ਹੈਗਾ ਕਿਉਂਕਿ ਕਹਿੰਦੇ ਜੀ ਕਿਉਂਕਿ ਕੋਈ ਰਿਸੋਰਸ ਹੈ ਨਹੀਂਗਾ ਮੂਨ ਦੇ ਉੱਪਰ ਇਟ ਵੁੱਡ ਅਲਟੀਮੇਟਲੀ ਕੁੱਲ ਮਿਲਾ ਕੇ ਕਹਿੰਦੇ ਆਖਿਰ ਤੇ ਆਪਾਂ ਨੂੰ ਕੋਸਟਲੀ ਹੋਊਗੀ ਇਹ ਤੇ ਇਹਦਾ ਕੋਈ ਫਾਇਦਾ ਵੀ ਨਹੀਂ ਹੋਣਾ ਕਹਿੰਦੇ ਜੀ ਇੰਨਾ ਇਹਦਾ ਮਤਲਬ ਕੋਸਟਲੀ ਤਾਂ ਹੋਊਗੀ ਨਾ ਯੈਸ ਔਰ ਨੋ ਹਾਂਜੀ ਤਾਂ ਕਰਕੇ ਟਰੂ ਹੈ ਜੇ ਕੱਲੀ ਪਹਿਲੀ ਲਾਈਨ ਹੀ ਪੜ੍ਹੀਏ ਉੱਥੋਂ ਤਾਂ ਨੋਟ ਗਿਵਨ ਆ ਨਾ ਉੱਥੋਂ ਤਾਂ ਪਤਾ ਹੀ ਨਹੀਂ ਲੱਗਦਾ ਹਲੇ ਠੀਕ ਹੈ ਜੀ ਹਾਂਜੀ ਓਕੇ ਜੀ ਅੱਗੇ ਚੱਲਦੇ ਹਾਂ ਧਿਆਨ ਨਾਲ ਦੇਖਿਓ ਆਹ ਜਾਨੀ ਕਿ ਬਹੁਤ ਜ਼ਿਆਦਾ ਟ੍ਰਿਕੀ ਹੈ ਜੀ ਬਹੁਤ ਜ਼ਿਆਦਾ ਵਧੀਆ ਲੈਵਲ ਦਾ ਟ੍ਰਿਕੀ ਜਿਹਾ ਕੁਐਸਚਨ ਆ ਇਹ ਫਾਈਨਲ ਦੇ ਵਿੱਚ ਟਾਰਗੇਟ ਹੋਣ ਵਾਲੀਆਂ ਚੀਜ਼ਾਂ ਹੁੰਦੀਆਂ ਇਦਾਂ ਦੀਆਂ ਕੀ ਕਹਿੰਦੇ ਦਾ ਗ੍ਰੇਟੈਸਟ ਧਿਆਨ ਨਾਲ ਦੇਖੋ ਸੁਪਰਲੇਟਿਵ ਡਿਗਰੀ ਜਿੰਨੇ ਆਪਾਂ ਕਨਸੈਪਟ ਕੀਤੇ ਆ ਇਹਨਾਂ ਦੇ ਵਿੱਚ ਸਾਰੇ ਹੁੰਦੇ ਆ ਸੁਪਰਲੇਟਿਵ ਡਿਗਰੀ ਲਈ ਸਰ ਵੌਇਸ ਕੱਟ ਹੋ ਗਈ ਸਰ ਵੌਇਸ ਮੇਰੀ ਵੌਇਸ ਘੱਟ ਹੁੰਦੀ ਬਾਕੀਆਂ ਨੂੰ ਪ੍ਰੋਪਰ ਹੁੰਦੀ ਸਾਰਿਆਂ ਨੂੰ ਠੀਕ ਹੈ ਹਾਂਜੀ ਪ੍ਰੋਪਰ ਆ ਗਈ ਜਿਹੜੀ ਓਕੇ ਜੀ ਓਕੇ ਥੈਂਕ ਯੂ ਜੀ ਕੀ ਕਹਿੰਦੇ ਜਿਹੜੀ ਗ੍ਰੇਟੈਸਟ ਐਡਵਾਂਟੇਜ ਆ ਜੀ ਮਾਰਸ ਦੀ ਗ੍ਰੇਟੈਸਟ ਐਡਵਾਂਟੇਜ ਆ ਜਿਹੜੀ ਮਾਰਸ ਦੀ ਉਹ ਕੀ ਆ ਉਹ ਕਹਿੰਦੇ ਇਟ ਹੈਜ਼ ਮੈਨੀ ਬੇਸਿਕ ਮਿਨਰਲ ਇਹਦੀ ਸਭ ਤੋਂ ਵੱਡੀ ਜਿਹੜੀ ਐਡਵਾਂਟੇਜ ਆ ਉਹ ਇਹ ਆ ਕਿ ਇੱਥੇ ਬੇਸਿਕ ਮਿਨਰਲ ਆ ਮਾਰਸ ਉੱਪਰ ਆ ਲੋਕੇਸ਼ਨ ਪੜ੍ਹ ਕੇ ਮੈਨੂੰ ਦੱਸੋ ਕਿ ਜੀ ਕੀ ਆ ਟਰੂ ਆ ਫਾਲਸ ਆ ਕਿ ਨੋਟ ਕੀ ਕਹਿੰਦੇ ਜੀ ਮੋਸਟ ਇੰਪੋਰਟੈਂਟਲੀ ਸਟੱਡੀਜ਼ ਨੇ ਸ਼ੋ ਕਰਤਾ ਜਾਨੀ ਕਿ ਫਾਊਂਡ ਕੀਤਾ ਵਾ ਕਿ ਇਹ ਜਿਹੜਾ ਪਲੈਨਟ ਆ ਕਿਹਦੀ ਗੱਲ ਕਰ ਰਿਹਾ ਜੀ ਮਾਰਸ ਦੀ ਗੱਲ ਕਰ ਰਿਹਾ ਕਿਉਂਕਿ ਉਹ ਪਹਿਰੇ ਵਿੱਚ ਮਾਰਸ ਦੇ ਬਾਰੇ ਗੱਲਾਂ ਚੱਲੀ ਜਾਂਦੀਆਂ ਜਿੱਥੋਂ ਲੋਕੇਸ਼ਨ ਲਈ ਗਈ ਹੈ ਕਹਿੰਦੇ ਜੀ ਦਿਸ ਪਲੈਨਟ ਹੈਜ਼ ਵਾਸਟ ਰਿਜ਼ਰਵ ਕਿਹੜੀ ਚੀਜ਼ਾਂ ਦੇ ਕੋਲੇ ਫਰੋਜ਼ਨ ਵਾਟਰ ਹੈ ਜੀ ਤੇ ਬਾਅਦ ਚੋਂ ਇਹਨਾਂ ਨੇ ਇੱਥੇ ਜੀ ਕੋਮਾ ਪਾਇਆ ਕੋਮਾ ਪਾ ਕੇ ਕੀ ਕਿਹਾ ਜੀ ਐਂਡ ਕਹਿੰਦੇ ਜੀ ਇੱਥੇ ਹੋਰ ਬੇਸਿਕ ਮਿਨਰਲਸ ਵੀ ਹੈਗੇ ਆ ਜੀ ਹਾਂਜੀ ਜੀ not given ਟਰੂ ਸਰ yes ਟਰੂ ਕਹਿ ਰਹੇ ਆ ਕਈ ਟਰੂ ਸਰ ਜੀ sir many that means others ਟਰੂ ਹੈ ਸਰ ਹਾਂਜੀ ਠੀਕ ਹੈ ਹੁਣ ਧਿਆਨ ਨਾਲ ਦੇਖਿਓ ਜੀ ਤਾਂ ਮੈਂ ਤੁਹਾਨੂੰ ਦੱਸਾਂ ਕਿ ਜੀ ਜਿਹੜੇ ਟਰੂ ਵਾਲੇ ਆ ਉਹ ਵੀ ਗਲਤ ਆ ਜਿਹੜੇ ਫਾਲਸ ਆ ਜਿਹੜੇ ਨਾਟ ਗਿਵਨ ਵਾਲੇ ਆ ਉਹ ਵੀ ਗਲਤ ਆ ਇਹਦਾ ਆਨਸਰ ਹੈਗਾ ਫਾਲਸ ਹੁਣ ਧਿਆਨ ਨਾਲ ਦੇਖਿਓ ਪੂਰਾ ਸ਼ਾਂਤ ਹੋ ਕੇ ਧਿਆਨ ਨਾਲ ਦੇਖਿਓ ਜਿਹੜਾ ਮੈਂ ਸਮਝਾਉਣ ਲੱਗਾ ਤੁਹਾਨੂੰ ਕਹਿੰਦੇ ਜੀ ਕੀ ਕਹਿੰਦਾ ਕੁਐਸਚਨ ਕਹਿੰਦੇ ਜੀ ਜਿਹੜੀ ਸਭ ਤੋਂ ਵੱਡੀ ਐਡਵਾਂਟੇਜ ਆ ਮਾਰਸ ਦੀ ਉਹ ਇਹ ਆ ਕਿ ਇਹਦੇ ਕੋਲੇ ਬੇਸਿਕ ਮਿਨਰਲ ਆ ਹੁਣ ਆਪਣੀ ਲੋਕੇਸ਼ਨ ਤੇ ਆ ਜਾਓ ਕਹਿੰਦੇ ਜੀ ਮੋਸਟ ਇੰਪੋਰਟੈਂਟਲੀ ਜੋ ਸਭ ਤੋਂ ਮੇਨ ਕਹਿੰਦੇ ਜੀ ਗੱਲ ਹੈਗੀ ਆ ਯਾਨੀ ਕਿ ਮੋਸਟ ਇੰਪੋਰਟੈਂਟਲੀ ਕੀ ਦੱਸਣਾ ਨਾ ਗ੍ਰੇਟ ਐਡਵਾਂਟੇਜ ਦਾ ਕਹਿੰਦੇ ਜਿਹੜੀ ਸਭ ਤੋਂ ਵੱਡੀ ਐਡਵਾਂਟੇਜ ਆ ਉਹ ਇਹ ਆ ਕਿ ਇਹ ਪਲੈਨਟ ਤੇ ਫਰੋਜ਼ਨ ਵਾਟਰ ਆ ਸਭ ਤੋਂ ਵੱਡੀ ਐਡਵਾਂਟੇਜ ਇਹ ਆ
ਕੋਮਾ ਪਾ ਕੇ ਦੂਸਰੇ ਨੰਬਰ ਵਾਲਾ ਇੱਕ ਉਹਨਾਂ ਨੇ ਵੈਸੇ ਪੁਆਇੰਟ ਦੱਸਤਾ ਕਿ ਜੀ ਇੱਥੇ ਮਿਨਰਲ ਵੀ ਹੈਗੇ ਆ, ਬਟ ਇਹ ਸਭ ਤੋਂ ਵੱਡੀ ਐਡਵਾਂਟੇਜ ਥੋੜੀ ਹੈ, ਕਿਉਂਕਿ ਸਭ ਤੋਂ ਵੱਡੀ ਤਾਂ ਪਹਿਲੀ ਲਾਈਨ 'ਚ ਦੱਸੀ ਪਈ ਆ ਉਹਨਾਂ ਦੀ। ਯੈਸ ਔਰ ਨੋ? ਓਕੇ ਹਾਂਜੀ ਸਰ ਹਾਂਜੀ ਜਿਹੜਾ ਉਹਦੇ ਵਿੱਚ ਹੀ ਰੋਂਗ ਹੋ ਗਏ। ਹਾਂ, ਦੂਸਰੀ ਲਾਈਨ ਦੀ ਵੇਟੇਜ ਘਟ ਗਈ ਨਾ, ਕਿਉਂਕਿ ਪਹਿਲੀ ਮੇਨ ਮੋਸਟ ਇੰਪੋਰਟੈਂਟਲੀ ਸਭ ਤੋਂ ਐਡਵਾਂਟੇਜ ਕਿਹੜੀ ਆ? ਸਭ ਤੋਂ ਜ਼ਿਆਦਾ ਐਡਵਾਂਟੇਜ ਫਰੋਜ਼ਨ ਵਾਟਰ ਆ। ਆਹ ਤਾਂ ਦੂਸਰੇ ਨੰਬਰ ਤੇ ਚੀਜ਼ ਹੈ ਜੀ। ਇਹ ਵੀ ਆਪਣੀ ਐਡਵਾਂਟੇਜ ਜ਼ਰੂਰ ਹੈਗੀ ਆ, ਬਟ ਇਹ ਗ੍ਰੇਟੈਸਟ ਨਹੀਂ ਹੈਗੀ। ਆਪਾਂ ਗ੍ਰੇਟੈਸਟ ਵੇਖ ਕੇ ਆਉਣੀ ਸੀ, ਉਹ ਇਹਨਾਂ ਨੇ ਮੋਸਟ ਇੰਪੋਰਟੈਂਟਲੀ ਕਹਿਤਾ। ਲੱਗ ਗਿਆ ਪਤਾ ਜੀ? ਹਾਂਜੀ ਹਾਂਜੀ ਸਰ। ਤਾਂ ਨਿੱਕੀ ਮੋਟੀ ਚਲਾਕੀ ਧਿਆਨ 'ਚ ਰੱਖਣੀ ਹੈ। ਕਈ ਵਾਰੀ ਲੈਂਗੁਏਜ ਨਹੀਂ ਕੰਮ ਆਉਂਦੀ, ਜੋ ਲੌਜੀਕ ਹੁੰਦਾ ਲੌਜੀਕ ਕੰਮ ਆਉਂਦਾ। ਆਹ ਵਾਲਾ ਦੇਖਿਓ ਜੀ, ਸਭ ਤੋਂ ਵਧੀਆ ਕੁਐਸਚਨ ਆ ਤੇ ਸਭ ਤੋਂ ਸੌਖਾ ਵਾ। ਕਈਆਂ ਨੇ ਗਲਤ ਕਰ ਦੇਣਾ, ਧਿਆਨ ਨਾਲ ਦੇਖਿਓ। ਕਹਿੰਦੇ ਜਿਹੜਾ ਯੀਸਟ ਹੁੰਦਾ ਜੀ, ਕੋਈ ਹੋਊਗਾ ਚੀਜ਼ ਕੋਈ, ਯੀਸਟ ਵਾਈਟ ਕਲਰ ਦੀ ਹੁੰਦੀ ਹੈ ਜੀ। ਕਹਿੰਦੇ ਵਾਈਟ ਕਲਰ ਹੁੰਦਾ ਇਹਦਾ। ਲੋਕੇਸ਼ਨ ਤੇ ਪਹੁੰਚ ਗਏ ਜੀ ਆਪਾਂ। ਲੋਕੇਸ਼ਨ ਆਪਾਂ ਨੂੰ ਕੀ ਕਹਿ ਰਹੀ ਆ? ਲੋਕੇਸ਼ਨ ਕਹਿੰਦੀ ਕਿ ਜਿਹੜਾ ਯੀਸਟ ਹੈ ਜੀ ਗਰੋਜ਼, ਓਕੇ, ਨੈਚੁਰਲੀ ਇਹ ਗਰੋ ਹੁੰਦਾ ਜੀ ਔਨ ਮੈਨੀ ਵੈਰਾਈਟੀ ਆਫ ਗ੍ਰੇਪਸ। ਅਕਸਰ ਕਹਿੰਦੇ ਇਹ ਵਿਜ਼ੀਬਲ ਹੁੰਦਾ ਵਾ। ਕੀ ਹੁੰਦਾ ਜੀ? ਵਾਈਟ ਪਾਊਡਰ ਹੁੰਦਾ ਇਹਦਾ। ਕਾਜ਼ਿੰਗ, ਹਾਂਜੀ, ਫਰਮੈਂਟੇਸ਼ਨ ਡਾਇਰੈਕਟਲੀ ਔਨ ਦਾ ਪਲੈਨਟ। ਹਾਂਜੀ, ਪੜ੍ਹ ਕੇ ਦੱਸੋ ਜੀ ਮੈਨੂੰ ਕੀ ਆ? ਟਰੂ ਆ, ਫਾਲਸ ਆ ਕਿ ਨਾਟ ਗਿਵਨ? ਟਰੂ ਹੈ ਜੀ, ਟਰੂ ਹੈ ਜੀ। ਉਹਨਾਂ ਨੇ ਕੁਐਸਚਨ ਕੀ ਕਿਹਾ? ਕਹਿੰਦੇ ਉਹਦਾ ਕਲਰ ਕੀ ਹੁੰਦਾ? ਨਾਟ ਗਿਵਨ ਕਹਿ ਰਹੇ ਹੋ ਜੀ? ਹਾਂਜੀ, ਧਿਆਨ ਨਾਲ ਦੇਖੋ। ਓਕੇ ਜੀ, ਹੁਣ ਦੇਖੋ ਕਈ ਨਾਟ ਗਿਵਨ ਕਹਿ ਰਹੇ ਆ, ਤਾਂ ਮੈਂ ਤੁਹਾਨੂੰ ਦੱਸਾਂ ਇਹਦਾ ਸਹੀ ਆਨਸਰ ਹੈਗਾ ਜੀ ਮੈਨੂੰ ਫਾਲਸ ਦੱਸਦਾ ਮੈਂ ਤੁਹਾਨੂੰ। ਇਹਦਾ ਜਿਹੜਾ ਸਹੀ ਆਨਸਰ ਆ ਉਹ ਟਰੂ ਆ। ਨਾਟ ਗਿਵਨ ਕਈ ਕਿਉਂ ਕਹਿ ਰਹੇ ਆ ਕਿ ਸਰ ਇਹ ਤਾਂ ਪਾਊਡਰ ਦੀ ਗੱਲ ਹੋਈ ਹੈ ਜੀ, ਇੱਥੇ ਕਲਰ ਦੀ ਥੋੜੀ ਗੱਲ ਹੋਈ ਆ। ਮੈਂ ਤੁਹਾਨੂੰ ਕਹਿ ਰਿਹਾ ਕਿ ਵਿਜ਼ੀਬਲ ਕਿਹਾ ਉੱਥੇ, ਵਿਜ਼ੀਬਲ ਪਾਊਡਰ ਐਜ਼ ਦਾ, ਹਾਂਜੀ ਬਿਲਕੁਲ ਜੀ। ਉਹ ਕਹਿੰਦੇ ਜੀ ਜਿਹੜਾ ਇਹ ਯੀਸਟ ਹੁੰਦਾ ਵਾ ਇਹ ਦਿਖਦਾ ਵਾ ਕਿੱਦਾਂ ਦਾ? ਦਿਖਦਾ ਵਾ ਵਾਈਟ, ਜਾਨੀ ਕਿ ਪਾਊਡਰ ਵਰਗਾ। ਤੇ ਕਲਰ ਕਿਹੜਾ ਇਹਦਾ? ਵਾਈਟ ਆ ਨਾ। ਤੇ ਕੁਐਸਚਨ ਨੇ ਵੀ ਕੀ ਕਿਹਾ ਕਿ ਯੀਸਟ ਕਿਹੜੇ ਕਲਰ ਦਾ ਹੁੰਦਾ ਜੀ? ਵਾਈਟ ਦਾ। ਇਹ ਤਾਂ ਟਰੂ ਆ, ਇਹਦੇ ਵਿੱਚ ਫਾਲਸ ਆ। ਨਾਟ ਗਿਵਨ ਵਾਲੀ ਕਿਹੜੀ ਗੱਲ ਹੈਗੀ? ਖਮੀਰ ਹੁੰਦਾ ਸਰ ਜੀ, ਖਮੀਰ ਹੁੰਦਾ ਜੀ। ਹਾਂ, ਅੱਛਾ, ਖਮੀਰ ਨੂੰ ਕਹਿੰਦੇ। ਓਕੇ, ਖਮੀਰ ਨੂੰ ਕਹਿੰਦੇ ਆ ਜੀ, ਜਿਹਨੂੰ ਉੱਲੀ ਜਿਹੜੀ ਫੰਕਸ਼ਨ ਲੱਗ ਜਾਂਦੀ। ਹਾਂਜੀ ਹਾਂਜੀ ਹਾਂਜੀ, ਓਕੇ ਓਕੇ ਓਕੇ, ਠੀਕ ਹੈ। ਉਹਦੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰ ਦਿੰਦਾ, ਖਮੀਰ ਸਮਝ ਹੁੰਦਾ। ਗਿਆ, ਠੀਕ ਹੈ। ਤਾਂ ਲੱਗ ਗਿਆ ਪਤਾ ਸਾਰਿਆਂ ਨੂੰ? ਵਿਜ਼ੀਬਲ ਦਿਖਦਾ ਵਾ ਵਾਈਟ ਪਾਊਡਰ ਵਰਗਾ। ਇਹਦਾ ਮਤਲਬ ਹੁਣ ਦੇਖੋ ਵਾਈਟ ਪਾਊਡਰ ਦਾ ਕਲਰ ਯੈਲੋ ਥੋੜੀ ਹੋਊਗਾ। ਵਾਈਟ ਪਾਊਡਰ ਦਾ ਕਲਰ ਕੀ ਹੋਊਗਾ? ਵਾਈਟ ਹੀ ਹੋਊਗਾ ਨਾ। ਵਾਈਟ। ਠੀਕ ਹੈ, ਓਕੇ ਜੀ। ਅੱਗੇ ਚੱਲਦੇ ਹਾਂ ਜੀ, ਧਿਆਨ ਨਾਲ। ਮਿਊਟ ਉੱਪਰ ਲਾ ਲਓ ਜਿੰਨਾ ਤੇ ਸ਼ੋਰ ਆ ਪਿੱਛੇ। ਮੈਨੂੰ ਲੱਗਦਾ ਕਿਸੇ ਦਾ ਘਰ ਬੱਸ ਅੱਡੇ ਦੇ ਕੋਲੇ ਆ ਜਾਵਾਂ ਤਾਂ ਹੀ ਪਿੱਛੋਂ ਜਾਣੀ ਕਿ ਬੱਸ ਦੀਆਂ ਆਵਾਜ਼ਾਂ ਆਉਂਦੀਆਂ। ਠੀਕ ਹੈ, ਤੇ ਕੀ ਕਹਿੰਦੇ ਜੀ ਉਹ? ਧਿਆਨ ਨਾਲ ਦੇਖਿਓ। ਵਾਈਨ ਕਹਿੰਦੇ ਆ, ਬਹੁਤ ਵਧੀਆ ਕੁਐਸਚਨ ਆ ਜੀ, ਬਹੁਤ ਵਧੀਆ ਲੈਵਲ ਦਾ। ਫਾਈਨਲ ਦੇ ਵਿੱਚ ਤਾਂ ਕਮ ਸੇ ਕਮ 2 ਤੋਂ 3 ਟਰੂ ਫਾਲਸ ਆ ਟ੍ਰਿਕ ਦੇ ਨਾਲ ਕਵਰ ਕੀਤੇ ਜਾਂਦੇ ਆ ਜੀ। 2 ਤੋਂ 3 ਟਰੂ ਫਾਲਸ ਨਾਟ ਗਿਵਨ। ਕੀ ਕਹਿੰਦੇ ਜੀ? ਵਾਈਨ ਜਿਹੜੀ ਹੈਗੀ ਆ ਉਹ ਪੋਪੂਲਰ ਆ ਕਹਿੰਦੇ ਕਾਹਦੇ ਵਿੱਚ? ਆਸਟ੍ਰੇਲੀਆ ਦੇ ਵਿੱਚ। ਬਿਕੋਜ਼, ਅੱਛਾ, ਰੀਜ਼ਨ ਦੱਸ ਰਹੇ ਆ ਜੀ। ਕੀ ਰੀਜ਼ਨ ਆ ਜੀ? ਕਿਉਂਕਿ ਕਹਿੰਦੇ ਹੈਲਦੀ ਹੈ ਜੀ। ਓਕੇ ਜੀ, ਮੈਨੂੰ ਆ ਲੋਕੇਸ਼ਨ ਪਈ ਹੈ ਜੀ, ਪੜੋ ਇੱਕ ਵਾਰੀ। ਆਸਟ੍ਰੇਲੀਆ ਇੱਕ ਨੇਸ਼ਨ ਆ ਜੀ। ਹਾਂਜੀ, ਬੀਅਰ ਡਰਿੰਕਰਸ ਦੀ। ਇੱਥੋਂ ਦੇ ਲੋਕ ਕਹਿੰਦੇ ਬੀਅਰ ਪੀਂਦੇ ਆ। ਐਕਚੁਅਲੀ ਮੇਕ ਦੈਟ ਵਾਈਨ। ਯੈਸ, ਵਾਈਨ ਹੈਜ਼ ਨਾਓ ਜਸਟ ਅਬਾਊਟ, ਯਾਨੀ ਕਿ ਸਪਲੈਂਟਡ ਬੀਅਰ ਹੈ ਜੀ ਉੱਥੇ। ਐਜ਼ ਦਾ ਮਤਲਬ ਹੁੰਦਾ ਕਿਉਂਕਿ। ਸਪਲੈਂਟਡ ਦਾ ਮਤਲਬ ਕੀ ਹੁੰਦਾ? ਕਾਫੀ ਜ਼ਿਆਦਾ ਬੀਅਰ ਆਪਾਂ ਕਹਦੇ ਉੱਥੇ ਹੈਗੀ ਹੈ। ਕਿਉਂਕਿ ਕਹਿੰਦੇ ਰੀਜ਼ਨ ਕੀ ਦੱਸ ਰਹੇ ਆ? ਦਾ ਐਲਕੋਹਲਿਕ ਡਰਿੰਕ ਆਫ ਚੁਆਇਸ। ਕਹਿੰਦੇ ਜੀ ਹਾਂਜੀ, ਪ੍ਰੋਬੇਬਲੀ ਬਿਕੋਜ਼ ਆਫ ਐਕਸਟੈਂਸਿਵ ਰੇਂਜ ਆਫ ਚੁਆਇਸਿਸ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬੀਅਰ ਦੇ ਵਿੱਚ ਰੇਂਜ ਹੀ ਬਹੁਤ ਜ਼ਿਆਦਾ ਜੀ। ਐਲਕੋਹਲ ਦੇ ਵਿੱਚ ਰੇਂਜ ਹੀ ਬਹੁਤ ਜ਼ਿਆਦਾ ਹੈਗੀਆਂ ਵਾ, ਯਾਨੀ ਕਿ ਚੁਆਇਸਿਸ ਹੀ ਬਹੁਤ ਆ ਅਵੇਲੇਬਲ ਐਂਡ ਦਾ ਰਿਚ ਕਲਚਰ ਬਿਹਾਈਂਡ ਦੈਮ। ਦੂਸਰਾ ਰੀਜ਼ਨ ਨਾਟ ਗਿਵਨ। ਕਹਿੰਦਾ ਨਾਟ ਗਿਵਨ। ਮੈਨੂੰ ਫਾਲਸ ਲੱਗ ਰਿਹਾ ਸਰ। ਨਾਟ ਗਿਵਨ। ਅੱਛਾ, ਜਿਹਨੂੰ ਫਾਲਸ ਲੱਗ ਰਿਹਾ ਸੀ ਸਰ ਇਹਨਾਂ ਨੇ ਰੀਜ਼ਨ ਚੇਂਜ ਕਰਤਾ ਆਈ ਥਿੰਕ। ਹਾਂਜੀ, ਤਾਂ ਧਿਆਨ ਨਾਲ ਦੇਖਿਓ ਜੀ। ਜਿਨ੍ਹਾਂ ਨੇ ਵੀ ਮੈਨੂੰ ਇੱਥੇ ਕਿਹਾ ਸੀਗਾ ਟਰੂ ਤਾਂ ਪਹਿਲੀ ਗੱਲ ਕਿਹਾ ਹੀ ਨਹੀਂ ਕਿਸੇ ਨੇ ਨਾ। ਚਲੋ ਤਾਂ ਬਚ ਹੀ ਗਏ, ਤਾਂ ਉਹਨਾਂ ਨੂੰ ਤਾਂ ਲਿਖਣ ਨੂੰ ਰਹਿਣ ਦਿੰਦੇ। ਤਾਂ ਜਿਹਨੇ ਮੈਨੂੰ ਇੱਥੇ ਕਿਹਾ ਜੀ ਨਾਟ ਗਿਵਨ, ਉਹ ਸਾਰੇ ਜਾਣੇ ਗਲਤ ਆ ਜੀ। ਮੈਂ ਤੁਹਾਨੂੰ ਰੀਸੈਂਟਲੀ ਇੱਕ ਸਟ੍ਰੈਟਜੀ ਦੱਸ ਕੇ ਹਟਿਆ ਕਿ ਕੁਐਸਚਨਸ ਦੇ ਵਿੱਚ ਜਦੋਂ ਹੀ ਰੀਜ਼ਨ ਕੁਐਸਚਨ 'ਚ ਕੋਈ ਹੋਰ ਲਿਖਿਆ ਪਿਆ ਹੋਵੇ ਤੇ ਪਹਿਰੇ ਵਿੱਚ ਰੀਜ਼ਨ ਨੂੰ ਲਿਜਾ ਕੇ ਚੇਂਜ ਕਰ ਦੇਣ, ਉਹ ਸਿੱਧਾ ਹੀ ਫਾਲਸ ਹੋ ਜਾਣਾ। ਕਿਉਂਕਿ ਜੀ ਆਸਟ੍ਰੇਲੀਆ ਦੇ ਵਿੱਚ ਵਾਈਨ ਪਪੂਲਰ ਹੈਗੀ ਆ, ਤੇ ਪਰ ਕੁਐਸਚਨ ਕਹਿੰਦਾ ਕਿਉਂਕਿ ਜੋ ਹੈਲਦੀ ਆ ਲੋਕੀ ਤਾਂ ਪੀਂਦੇ ਆ। ਪਹਿਲਾਂ ਕਹਿੰਦਾ ਜੀ ਉਹਦੇ ਵਿੱਚ ਚੁਆਇਸਿਸ ਬਹੁਤ ਜ਼ਿਆਦੇ ਆ, ਤੇ ਇੱਕ ਉਹਦਾ ਜਿਹੜਾ ਕਲਚਰ ਆ ਜਾਨੀ ਕਿ ਬੀਅਰ ਦਾ, ਉਹ ਉੱਥੋਂ ਦਾ ਕਾਫੀ ਰਿਚ ਆ। ਇਹ ਰੀਜ਼ਨ ਆ ਨਾ ਕਿ ਲੋਕੀ ਹੈਲਦੀ ਰਹਿਣ ਵਾਸਤੇ ਪੀਂਦੇ ਨੇ।
ਹਾਂਜੀ ਤਾਂ ਸਰ ਜਦੋਂ ਰੀਜ਼ਨ ਹੀ ਚੇਂਜ ਹੋ ਗਿਆ ਤੇ ਕੀ ਬਣ ਗਿਆ ਜੀ ਫਿਰ? ਫਾਲਸ ਮੈਂ ਤੁਹਾਨੂੰ ਰੀਸੈਂਟਲੀ ਇੱਕ ਮੈਂ ਤੁਹਾਨੂੰ ਬਹੁਤ ਸਮਝਾਉਣਾ, ਧਿਆਨ ਰੱਖਿਓ ਜੀ ਇੱਥੇ ਇਹ ਚੀਜ਼ ਦਾ। ਉਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਜੀ, ਤੁਹਾਨੂੰ ਕੁਐਸਚਨ ਵਿੱਚ ਕਹਿ ਰਿਹਾ ਕਿ ਜਿਹੜਾ ਜੌਨ ਹੈ ਜੀ, ਉਹਨੇ ਯਾਨੀ ਕਿ ਜਾਪਾਨ ਵਿਜ਼ਿਟ ਕੀਤਾ ਸੀਗਾ ਕਿਉਂਕਿ ਉਹਦੀ ਉੱਤੇ ਫੈਮਿਲੀ ਰਹਿੰਦੀ ਸੀਗੀ, ਉਹਨਾਂ ਨਾਲੋਂ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ ਉੱਥੇ। ਤੁਸੀਂ ਪਹਿਰੇ ਵਿੱਚ ਜਾ ਵੜੇ ਜੀ, ਪਹਿਰੇ ਵਿੱਚ ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਤੁਹਾਨੂੰ ਕਿਹਾ ਜੀ ਕਿ ਜਿਹੜਾ ਜੌਨ ਸੀਗਾ ਉਹ ਜਾਣੀ ਕਿ ਪਹਿਲਾਂ ਤਾਂ ਨਹੀਂ ਜਾਪਾਨ 'ਚ ਜਾਣਾ ਚਾਹੁੰਦਾ ਸੀਗਾ, ਬਟ ਜਿਹੜੀ ਚੀਜ਼ ਤੇ ਉਹ ਰਿਸਰਚ ਕਰ ਰਿਹਾ ਸੀਗਾ ਉੱਥੇ ਜਾ ਕੇ ਉਹਨੂੰ ਉਹਦਾ ਸਬੂਤ ਮਿਲਣਾ ਸੀਗਾ, ਤਾਂ ਕਰਕੇ ਉਹ ਜਾਪਾਨ ਜਾ ਵੜਿਆ। ਤਾਂ ਦੇਖੋ ਜੌਨ ਜਾਣੀ ਕਿ ਜਾਪਾਨ ਤਾਂ ਗਿਆ ਹੀ ਆ ਨਾ, ਤੇ ਪਰ ਕੁਐਸਚਨ ਕਹਿ ਰਿਹਾ ਕਿ ਫੈਮਿਲੀ ਨਾਲ ਸੈਟਲ ਹੋਣ ਦੇ ਲਈ, ਪਹਿਰਾ ਕਹਿ ਰਿਹਾ ਕਿ ਜੀ ਉਹ ਤਾਂ ਆਪਣੀ ਰਿਸਰਚ ਨੂੰ ਜਾ ਕੇ ਉਹਨੇ ਉੱਥੇ ਸਾਬਿਤ ਕਰਨਾ ਸੀ, ਉਹਨੂੰ ਕੋਈ ਪ੍ਰੂਫ ਮਿਲਣਾ ਸੀਗਾ। ਜਦੋਂ ਰੀਜ਼ਨ ਹੀ ਚੇਂਜ ਕਰਤੇ ਤਾਂ ਇਹ ਕੀ ਹੋ ਗਿਆ ਜੀ ਫਿਰ? ਫਾਲਸ ਹੋ ਗਿਆ ਜੀ। ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਸਰ ਫੈਮਿਲੀ ਦੀ ਤਾਂ ਗੱਲ ਨਹੀਂ ਹੋਈ, ਸੈਟਲਮੈਂਟ ਤਾਂ ਗੱਲ ਨਹੀਂ ਹੋਈ। ਹਮੇਸ਼ਾ ਗੱਲ ਨਾ ਹੋਣ ਤੇ ਹੀ ਨਾਟ ਗਿਵਨ ਨਹੀਂ ਹੁੰਦਾ, ਉਹਨਾਂ ਦਾ ਰੀਜ਼ਨ ਚੇਂਜ ਕੀਤਾ ਪਿਆ ਉੱਧਰ, ਗਾਂ ਜਾ ਕੇ ਸਟ੍ਰੈਟਜੀ ਫਿਰ ਰਿਪੀਟ ਹੋਊਗੀ। ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਇਹ ਫਾਲਸ ਕਿਵੇਂ ਹੈ ਜੀ। ਹਾਂਜੀ ਸਰ। ਜੇ ਰੀਡਿੰਗ ਚੱਲਦੀ ਹੁੰਦੀ ਤੁਸੀਂ ਇਹਨੂੰ ਨਾਟ ਗਿਵਨ ਲਾਉਂਦੇ, ਤੁਹਾਡੇ ਸਾਰਿਆਂ ਦਾ ਰੀਡਿੰਗ 'ਚ ਗਲਤ ਆਣਾ ਸੀ, ਕਿਉਂਕਿ ਐਕਚੁਅਲ ਦੇ ਵਿੱਚ ਕੀ ਆ ਗਿਆ? ਫਾਲਸ। ਸਟ੍ਰੈਟਜੀ ਕੀ ਆ? ਰੀਜ਼ਨ ਚੇਂਜ ਕੀਤਾ ਪਿਆ ਉਹਨਾਂ ਦਾ। ਤੇ ਇਹ ਸਟ੍ਰੈਟਜੀ ਹੁਣੀ ਨੋਟ ਕਰ ਲਓ ਸਾਰਿਆਂ ਨੇ ਕਿ ਜਦੋਂ ਰੀਜ਼ਨ, ਨਾਟ ਓਨਲੀ ਰੀਜ਼ਨ, ਜੇ ਪਰਪਸ ਵੀ ਚੇਂਜ ਕਰ ਦੇਣ ਕਈ ਵਾਰੀ ਉਹ ਵੀ ਕੀ ਹੋ ਜਾਂਦਾ ਹੁੰਦਾ? ਫਾਲਸ ਹੋ ਜਾਂਦਾ। ਤੇ ਸਰ ਤੁਸੀਂ ਪਹਿਲਾਂ ਵੀ ਦੱਸਿਆ ਹੋਇਆ। ਪਹਿਲਾਂ ਦੱਸਿਆ, ਬਿਲਕੁਲ ਆਪਾਂ ਪਹਿਲੇ ਦਾ ਨਹੀਂ ਦੱਸਿਆ ਸੀ। ਓਕੇ ਜੀ, ਸਭ ਤੋਂ ਸੌਖਾ ਕੁਐਸਚਨ, ਆਈ ਹੋਪ ਕਿ ਕਿਸੇ ਦਾ ਨਹੀਂ ਗਲਤ ਹੋਣਾ ਚਾਹੀਦਾ। ਕਹਿੰਦੇ ਜੀ ਪੂਅਰ ਕੰਟਰੀਜ਼ ਦੇ ਵਿੱਚ ਫੈਮਿਲੀ ਮੈਂਬਰਸ ਜਿਹੜੇ ਹੈਗੇ ਆ ਅਕਸਰ ਕਹਿੰਦੇ ਉਹ ਡੋਨੇਟ ਕਰਦੇ ਆ ਬਲੱਡ ਨੂੰ। ਪੂਅਰ ਕੰਟਰੀਜ਼ ਦੇ ਵਿੱਚ ਫੈਮਿਲੀਜ਼ ਮੈਂਬਰ ਜਿਹੜੇ ਹੈਗੇ ਆ ਜੀ ਉਹ ਡੋਨੇਟ ਕਰਦੇ ਆ ਬਲੱਡ ਨੂੰ। ਹਾਂਜੀ ਜੀ, ਤਾਂ ਆਹ ਵਾਲਾ ਆਪਣਾ ਮੈਂ ਨਾਮ ਬੋਲ ਕੇ ਪੁੱਛੂਗਾ ਤੁਹਾਡਾ ਹੁਣ, ਠੀਕ ਹੈ ਨਾ? ਮੈਂ ਨਾਮ ਤੁਹਾਡਾ ਬੋਲੂੰਗਾ ਇੱਕ ਅੱਧੇ ਦਾ, ਉਹ ਮੈਨੂੰ ਦੱਸੂਗਾ ਕਿ ਇਹਦਾ ਆਨਸਰ ਕੀ ਹੈ। ਹਾਂਜੀ ਜੀ, ਕੀ ਕਹਿੰਦੇ? ਇਨ ਦਾ ਡਿਵੈਲਪਡ ਵਰਲਡ ਦੇ ਵਿੱਚ ਅਨਪੇਡ ਵੋਲੰਟੀਅਰ ਜਿਹੜੇ ਹੁੰਦੇ ਆ ਉਹ ਪ੍ਰੋਵਾਈਡ ਕਰਦੇ ਆ ਮੋਸਟ ਆਫ ਦਾ, ਹਾਂਜੀ, ਬਲੱਡ ਫॉर ਦਾ ਕਮਿਊਨਿਟੀ। ਵੇਅਰ ਐਜ਼ ਜਿਹੜੀਆਂ ਲੈਸ ਡਿਵੈਲਪਡ ਨੇਸ਼ਨਸ ਹੁੰਦੀਆਂ ਉਹਦੇ ਵਿੱਚ ਫੈਮਿਲੀਜ਼ ਤੇ ਫਰੈਂਡਸ ਜਿਹੜੇ ਹੁੰਦੇ ਆ ਉਹ ਸ਼ਾਮਿਲ ਹੁੰਦੇ ਆ ਜੀ ਇਹਦੇ ਵਿੱਚ ਬਲੱਡ ਡੋਨੇਟ ਕਰਨ ਦੇ ਵਿੱਚ। ਓਕੇ ਜੀ, ਤਾਂ ਹਾਂਜੀ ਸੁਖਵੀਰ ਮੈਨੂੰ ਦੱਸਿਓ ਜੀ ਕੀ ਆਨਸਰ ਹੋ ਸਕਦਾ ਇਹਦਾ? ਸੁਖਵੀਰ ਕਲਾਸ ਦੇ ਵਿੱਚ ਹੈਗੀ ਹੈ, ਸੁਖਵੀਰ। ਮਲਕੀਤ, ਮਲਕੀਤ ਕਲਾਸ ਚ ਹੈਗੀ ਹੈ ਜੀ? ਹਾਂਜੀ ਹਾਂਜੀ ਜੀ। ਹਾਂਜੀ ਜੀ, ਕੀ ਆਨਸਰ ਜੀ ਇਹਦਾ? ਇਹ ਜੀ ਯੈਸ ਸਰ। ਯੈਸ, ਹਾਂਜੀ। ਮੀਸ਼ੂ ਤੁਸੀਂ ਉਹ ਕਲਾਸ ਚ ਜੀ? ਹਾਂਜੀ ਸਰ, ਫਾਲਸ ਹਾਂਜੀ, ਹੈ। ਕੀ ਫਾਲਸ? ਧਿਆਨ ਨਾਲ ਪੜ੍ਹ ਕੇ ਦੇਖੋ ਜੀ। ਹਾਂਜੀ ਕੁਲਵੀਰ? ਫਾਲਸ। ਫਾਲਸ, ਠੀਕ ਹੈ, ਧਿਆਨ ਨਾਲ ਦੇਖਿਓ ਜੀ। ਜਿਨ੍ਹਾਂ ਨੇ ਵੀ ਫਾਲਸ ਕਿਹਾ ਤੁਸੀਂ ਉਹ ਸਾਰੇ ਜਾਣੇ ਗਲਤ ਹੋ ਜੀ। ਆਨਸਰ ਇਹਦਾ ਟਰੂ ਆ। ਐਕਚੁਅਲੀ ਸਰ ਜਿਹੜਾ ਨੀਚੇ ਲਿਖਿਆ ਹੋਇਆ, ਹਾਂਜੀ ਸਰ, ਟਰੂ। ਕਿਵੇਂ ਸਰ? ਤੇ ਜਨਰਲ ਸਰ ਇੱਥੇ ਡਿਵੈਲਪਡ ਕੰਟਰੀ ਬੜਾ ਤੇ ਉਧਰ ਪੂਅਰ। ਸਾਰਿਆਂ ਨੇ ਮਿਊਟ ਉੱਪਰ ਲਾ ਲਓ ਜੀ, ਮੈਂ ਇਹਨੂੰ ਸਮਝਾਉਣ ਲੱਗਾ ਕੁਐਸਚਨ ਨੂੰ। ਸਰ ਕਿਵੇਂ? ਹਾਂਜੀ ਦੱਸ, ਮੈਂ ਹੁਣੀ ਮਿਸ਼ੂ ਹੁਣੀ ਦੱਸਦਾ। ਇੱਥੇ ਲੱਗਿਆ ਜੀ ਪੂਰਰ ਕੰਟਰੀਜ਼ ਜਿਹੜੀਆਂ ਜੇ ਗਰੀਬ ਆ, ਜਾਨੀ ਕਿ ਉਹਨਾਂ ਦੇ ਵਿੱਚ ਕਹਿੰਦੇ ਜਿਹੜੇ ਫੈਮਿਲੀ ਮੈਂਬਰ ਹੁੰਦੇ ਆ ਉਹ ਡੋਨੇਟ ਕਰਦੇ ਆ ਬਲੱਡ ਵਿੱਚ। ਸੋ ਪਹਿਲੀ ਗੱਲ ਤਾਂ ਆਹ ਵਾਲੀ ਪੂਅਰ ਕੰਟਰੀ ਹੈ ਹੀ ਨਹੀਂ। ਆਹ ਤਾਂ ਹਾਲੇ ਤੱਕ ਕਿਹੜੀਆਂ ਕੰਟਰੀਆਂ ਦੀ ਗੱਲ ਹੋਈ ਜਾਂਦੀ ਸੀ? ਜਿਹੜੀਆਂ ਰਿਚ ਆ, ਜਿਹੜੀਆਂ ਹੋ ਚੁੱਕੀਆਂ। ਸੋ ਪਹਿਲੀ ਲਾਈਨ 'ਚ ਤਾਂ ਆਪਣਾ ਹੈ ਹੀ ਨਹੀਂ ਹਲੇ ਆਨਸਰ। ਅਗਲੀ ਲਾਈਨ ਆਈ ਸੀ ਵੇਅਰ ਐਜ਼। ਵੇਅਰ ਐਜ਼ ਤੋਂ ਕੀ ਕਿਹਾ ਜੀ? ਲੈਸ ਡਿਵੈਲਪਡ। ਲੈਸ ਡਿਵੈਲਪਡ ਕਿਹੜੀਆਂ ਹੋਣਗੀਆਂ? ਜਿਹੜੀਆਂ ਹੁਣ ਪੂਰ ਹੈਗੀਆਂ। ਉਹਨਾਂ ਵਿੱਚ ਕਹਿੰਦੇ ਜੀ ਡੋਨੇਸ਼ਨ ਦਾ ਕੰਮ ਕੌਣ ਕਰਦਾ? ਫੈਮਿਲੀਜ਼, ਬਿਲਕੁਲ, ਤੇ ਨਾਲ ਨਾਲ ਫਰੈਂਡਸ। ਆ ਕੁੱਲ ਮਿਲਾ ਕੇ ਸਾਰੇ ਕੀ ਹੋ ਗਏ? ਫੈਮਿਲੀ ਮੈਂਬਰ ਹੀ ਹੋ ਗਏ। ਇਹ ਸ਼ਾਮਿਲ ਹੁੰਦੇ ਆ ਬਲੱਡ ਨੂੰ ਦੇਣ ਦੇ ਵਿੱਚ। ਤੇ ਇਦਾਂ ਹੀ ਤਾਂ ਕੁਐਸਚਨ ਕਹਿ ਰਿਹਾ। ਇੱਕ ਕੁਐਸਚਨ ਸੀ ਸਰ ਮੇਰਾ। ਹਾਂਜੀ, ਉੱਥੇ ਉੱਪਰ ਕੁਐਸਚਨ 'ਚ ਓਫਨ ਲਿਖਿਆ ਹੈ, ਨੀਚੇ ਮੋਸਟਲੀ ਲਿਖਿਆ ਹੋਇਆ ਹੈ। ਨੀਚੇ ਕੀ ਲਿਖਿਆ ਜੀ ਉਹਨਾਂ ਨੇ? ਮੋਸਟਲੀ ਸਰ। ਬਿਲਕੁਲ ਜੀ, ਬਿਲਕੁਲ। ਓਫਨ ਦਾ ਮਤਲਬ ਕੀ ਹੁੰਦਾ ਜੀ? ਅਕਸਰ। ਮੋਰ ਦੈਨ 50%। ਓ ਓਕੇ ਸਰ, ਲੱਗ ਗਿਆ ਪਤਾ ਜੀ ਤੁਹਾਨੂੰ? ਪਤਾ 51% ਇਜ਼ ਮੋਸਟ। ਓਕੇ ਸਰ, ਇਟ ਇਜ਼ ਮੋਰ ਦੈਨ 50। ਲੱਗ ਗਿਆ ਪਤਾ ਸਾਰਿਆਂ ਨੂੰ ਜੀ? ਹਾਂਜੀ ਹਾਂਜੀ। ਮਲਕੀਤ ਹੁਣ ਕਲੀਅਰ ਹੈ ਜੀ ਤੁਹਾਨੂੰ? ਤੁਹਾਨੂੰ ਮੇਰੀ ਵੋਲਿਊਮ ਆਉਂਦੀ ਸੀ? ਹੈਲੋ ਸਰ। ਹਾਂਜੀ ਜੀ, ਸਰ ਮੇਰੀ ਵੋਲਿਊਮ ਆ ਰਹੀ ਹੈ ਨਾ? ਬਿਲਕੁਲ ਬਿਲਕੁਲ ਜੀ। ਹੁਣ ਕਲੀਅਰ ਹੈ ਜੀ ਸਾਰਿਆਂ ਨੂੰ?
ਜਿਨ੍ਹਾਂ ਦਾ ਠੀਕ ਹੈ ਗਲਤ ਸੀਗੇ ਹਾਂਜੀ, ਹਾਂਜੀ। ਮੀਸ਼ੂ ਓਕੇ ਜੀ ਕਲੀਅਰ ਹੈ ਸਰ। ਸਰ ਅਗਰ ਆਪਾਂ ਸਟਾਰਟਿੰਗ ਦੇਖਦੇ ਸੀ ਤੇ ਆਪਾਂ ਨੂੰ Yes. ਫਾਲਸ ਲੱਗਦਾ ਸੀ ਜੀ, ਆਪਾਂ ਐਂਡ ਤੇ ਬਿਲ- ਦੇਖੀਏ ਟਰੂ ਸੀ। ਨਹੀਂ ਸਟਾਰਟਿੰਗ ਦੇਖਦੇ ਸੀ ਤਾਂ ਨਾਟ ਗਿਵਨ ਲੱਗਦਾ ਸੀ ਆਪਾਂ ਹਾਂਜੀ, ਰਿਚ ਹਾਂਜੀ, ਕੰਟਰੀ ਤੋਂ sorry। ਕੀ ਲੈਣਾ ਸਮਝ ਗਏ ਹਾਂ ਓਕੇ ਜੀ ਸਾਰਿਆਂ ਨੇ ਮਿਊਟ ਉੱਪਰ ਲਾ ਲਓ ਸਾਰਿਆਂ ਨੇ ਮਿਊਟ ਉੱਪਰ ਕਿਉਂਕਿ ਹੁਣ ਮੈਂ ਕੁਐਸਚਨ ਪੜ੍ਹਨਾ ਵਾ ਬਾਅਦ ਚੋਂ ਪੈਰੇ ਚੱਲਾਂਗੇ ਬਾਅਦ ਚੋਂ ਮਿਊਟ ਤੋਂ ਖੋਲ ਲਿਆ ਕਰੋ ਠੀਕ ਹੈ ਜੀ। ਅੱਗੇ ਜਾ ਕੇ ਦੇਖਿਓ ਜੀ ਆ ਇੱਕ ਬੜਾ ਸਮਾਰਟ ਜਿਹਾ ਕੁਐਸਚਨ ਆ ਜੀ ਹਮ। ਬੜਾ ਸਮਾਰਟ ਜਿਹਾ ਕੁਐਸਚਨ ਆ ਵਧੀਆ ਤਰੀਕੇ ਨਾਲ ਜਿਹਨੇ ਸਹੀ ਆਨਸਰ ਦਿੱਤਾ ਹੁਣੀ ਉਹਨੂੰ ਪੇਟੀਐਮ 'ਚ 100 ਰੁਪਏ ਟ੍ਰਾਂਸਫਰ ਕਰ ਦੇ ਹਾਂਜੀ ਸਰ ਮੇਰੇ ਪੇਟੀਐਮ ਨਹੀਂ ਚੱਲਦਾ। ਠੀਕ ਹੈ ਜੀ ਕੀ ਕਹਿੰਦੇ ਜੀ ਕਹਿੰਦੇ ਨੇ ਕਿ ਬਲੱਡ ਕ੍ਰਾਸ ਯਾਨੀ ਕਿ ਬਲੱਡ ਕ੍ਰਾਸ ਮੈਚਿੰਗ ਜਿਹੜੀ ਹੈਗੀ ਆ ਕੋਈ ਇੱਕ ਨਾਮ ਹੈ ਇੱਕ ਪੂਰਾ ਬਣਿਆ ਤਨਿਆ ਕੋਈ ਮੈਥਡ ਹੋਊਗਾ ਜੀ ਬਲੱਡ ਕ੍ਰਾਸ ਮੈਚਿੰਗ ਕੈਨ ਬੀ ਡਨ ਵੌਇਸ ਲੱਗਾ ਇੱਕ ਕੈਨ ਬੀ ਚੋਂ ਬਾਅਦ ਚੋਂ ਥਰਡ ਫਾਰਮ ਉੱਤੇ ਆਪਾਂ ਰੂਲ ਕੀਤਾ ਸੀ ਇਹ ਕੀਤੀ ਜਾ ਸਕਦੀ ਆ ਵਿਦਆਊਟ ਹਾਂਜੀ ਬਿਨਾ ਕਿਹਦੇ ਤੋਂ ਬਿਨਾ ਸਪੈਸ਼ਲ Special ਯਾਨੀ ਕਿ ਜਿਹੜੀ ਜੀ ਬਲੱਡ ਕ੍ਰਾਸ ਮੈਚਿੰਗ ਹੈਗੀ ਆ ਇਹ ਕਿਸੇ ਸਪੈਸ਼ਲ ਇਕਵਿਪਮੈਂਟ ਯੂਜ਼ ਕੀਤੇ ਬਿਨਾ ਕੀਤੀ ਜਾ ਸਕਦੀ ਹੈ ਚਲੋ ਜਾ ਕੇ ਦੇਖਦੇ ਹਾਂ ਜੀ ਪਹਿਰਾ ਕੀ ਕਹਿੰਦਾ ਵੀ ਕੀਤੀ ਜਾ ਸਕਦੀ ਹੈ ਕਿ ਨਹੀਂ ਕੀ ਕਹਿੰਦੇ ਜੀ ਦਾ ਸੈਕੰਡ ਬੈਸਟ ਸਿਸਟਮ ਜਿਹੜਾ ਹੈਗਾ ਜੀ ਉਹ ਹੈਗਾ ਵਾ ਕ੍ਰਾਸ ਮੈਚਿੰਗ ਜਿਹਦੇ ਵਿੱਚ ਕੀ ਸ਼ਾਮਿਲ ਹੁੰਦਾ ਜੀ ਸਿੰਪਲੀ ਕਹਿੰਦੇ ਤੁਸੀਂ ਕੀ ਕਰਨਾ ਹੁੰਦਾ ਵਾ ਸੈਂਪਲ ਨੂੰ ਕਰਨਾ ਹੁੰਦਾ ਮਿਕਸ ਜਿਹੜੇ ਯਾਨੀ ਕਿ ਪੇਸ਼ੈਂਟ ਦੇ ਜੋ ਸੈਂਪਲ ਹੁੰਦੇ ਬਲੱਡ ਸੈਂਪਲ ਦੈਨ ਤੁਸੀਂ ਕੀ Yes. ਕਰਨਾ ਹੁੰਦਾ ਇਹਨਾਂ ਨੂੰ ਚੈੱਕ ਕਰਨਾ ਹੁੰਦਾ ਕਿਵੇਂ ਜੀ ਮਾਈਕਰੋਸਕੋਪਿਕਲੀ ਫॉर ਕਲੰਬਲਿੰਗ ਅ ਕੀ ਸਾਈਨ ਆਫ ਡੈਥ ਚਲੋ ਜੀ ਦੱਸੋ ਜੀ ਮੈਨੂੰ ਇਹਦਾ ਕੀ ਹੈ ਜੀ answer? Without special. True है सर, true, ਹਾਂਜੀ ਜੀ true, ਇਹ ਟਰੂ ਸਰ ਜੀ ਕੀ ਹੈ ਜੀ ਟਰੂ ਹੈ ਸਰ ਜੀ ਇਹ True ਹੈ ਮਤਲਬ ਜੀ। ਜੀ blood- ਸਰ ਮੈਨੂੰ ਨੋਟ सर ਗਿਵਨ नहीं, ਲੱਗਦਾ सर true नहीं गा, ਨੋਟ ਗਿਵਨ all, ਸਰ सर not ਨੋਟ given, ਗਿਵਨ ਲੱਗਦਾ not given, ਠੀਕ ਹੈ ਸਪੈਸ਼ਲ ਇਕਵਿਪਮੈਂਟ ਦੀ ਕਿਤੇ ਵੀ ਗੱਲ ਨਹੀਂ ਕੀਤੀ ਉਹਨਾਂ ਨੇ not ਓਕੇ ਜੀ given, ਧਿਆਨ ਨਾਲ ਦੇਖਿਓ ਜੀ ਤੁਸੀਂ ਜਿੰਨਿਆਂ ਨੇ ਵੀ ਸਾਰਿਆਂ ਨੇ ਟਰੂ ਕਿਹਾ ਨਾ ਸਾਰਿਆਂ ਨੇ ਮੈਨੂੰ 100 ਰੁਪਏ ਟ੍ਰਾਂਸਫਰ ਕਰ ਦਿਓ ਪੇਟੀਐਮ ਤੇ ਤੁਸੀਂ ਗਲਤ ਹੋ ਸਾਰਿਆਂ ਨੇ ਸਰ ਮੈਂ ਇੱਕ ਕੁਐਸਚਨ ਦਸ ਆਨਸਰ ਕਰਾਂ ਕੁਐਸਚਨ ਕਰਾਂ ਹਾਂਜੀ ਹਾਂਜੀ ਸਰ ਇਹ ਮਾਈਕਰੋਸਕੋਪਿਕਲੀ ਕਰਕੇ ਚੇਂਜ ਹੋਇਆ ਕੁਐਸਚਨ ਬਿਲਕੁਲ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਸਮਾਰਟ ਹੋ ਤੁਸੀਂ ਮੈਂ ਪਹਿਲਾਂ ਹੀ ਕਿਹਾ ਸੀ ਸਮਾਰਟ ਕੁਐਸਚਨ ਹਾਂਜੀ ਧਿਆਨ ਨਾਲ ਦੇਖਿਓ ਜੀ ਉਹ ਤੁਹਾਨੂੰ ਕਹਿ ਰਿਹਾ ਜੋ ਬਲੱਡ ਕ੍ਰਾਸ ਮੈਚਿੰਗ ਆ ਉਹ ਕੀਤੀ ਜਾ ਸਕਦੀ ਆ ਸਪੈਸ਼ਲ ਇਕਵਿਪਮੈਂਟ ਨੂੰ ਵੀ ਯੂਜ਼ ਕੀਤੇ ਬਿਨਾ ਮੈਂ ਤੁਹਾਨੂੰ ਦੱਸ ਦਵਾਂ ਮਾਈਕਰੋਸਕੋਪ ਇੱਕ ਸਪੈਸ਼ਲ ਇਕਵਿਪਮੈਂਟ ਹੁੰਦਾ ਇਸ ਤੋਂ ਬਿਨਾ ਕੰਮ ਹੀ ਨਹੀਂ ਹੋ ਸਕਦਾ ਓਕੇ ਸਰ ਤੁਸੀਂ ਉਹਨਾਂ ਨੂੰ ਮਿਕਸ ਤਾਂ ਕਰ ਲਓਗੇ ਸਿੰਪਲੀ ਆ ਦੇਖੋ ਮਿਕਸ ਤਾਂ ਕਰ ਲਿਆ ਤੇ ਬਾਅਦ ਚੋਂ ਇੱਕ ਪ੍ਰੋਸੈਸ ਖਤਮ ਥੋੜੀ ਹੋਇਆ ਬਾਅਦ ਚੋਂ ਲੋੜ ਕਿਹਦੀ ਪੈ ਗਈ ਜੀ ਮਾਈਕਰੋਸਕੋਪ ਦੀ ਇਹ ਤਾਂ ਮੈਡੀਕਲ ਦੀ ਲੈਂਗੁਏਜ ਦੇ ਵਿੱਚ ਇੱਕ ਕੀ ਹੈ ਇਕਵਿਪਮੈਂਟ ਹੈ ਜੀ ਇਹ ਤਾਂ ਇੱਕ ਹਾਂਜੀ ਲੱਗ ਗਿਆ ਪਤਾ ਜੀ ਸਾਰੇ ਜਾਣੇ ਮੈਨੂੰ ਦੱਸੋ ਜਿਨ੍ਹਾਂ ਨੇ ਟਰੂ ਕਿਹਾ ਸੀ ਤੁਹਾਨੂੰ ਹੁਣ ਪਤਾ ਲੱਗ ਗਿਆ ਜੀ ਫਾਲਸ ਕਿਵੇਂ ਹੈ ਹਾਂਜੀ ਕਲੀਅਰ ਹੈ ਜੀ ਸਰ ਕਲੀਅਰ ਹੈ ਜੀ sir. ਕਿਉਂਕਿ Yes, ਇਹ sir. ਵਾਲੀ device ਨੇ ਕਾਹਦਾ ਕੰਮ ਕਰਨਾ ਵਾ ਆ ਵਾਲਾ ਕਲੰਬਿੰਗ ਦਾ ਕੰਮ ਇਹਨੇ ਕਰਨਾ ਵਾ ਇਹ ਚੀਜ਼ ਨਹੀਂ ਆਪਾਂ ਨੂੰ ਕੀ ਦੱਸਣਾ ਹੁੰਦਾ ਕੀ ਸਾਈਨ ਦੇਣਾ ਹੁੰਦਾ ਇੱਕ ਬਹੁਤ ਜ਼ਰੂਰੀ ਚੀਜ਼ ਕਿ ਉਹਨਾਂ ਦੀ ਕੰਪੈਟੀਬਿਲਿਟੀ ਹੈਗੀ ਹੈ ਕਿ ਨਹੀਂ ਤਾਂ ਕੀ ਯੂਜ਼ ਕਰਨਾ ਪੈਣਾ ਉਹਨਾਂ ਨੂੰ ਮਾਈਕਰੋਸਕੋਪ ਯੂਜ਼ ਕਰਨੀ ਪੈਣੀ ਹੈ ਜੀ ਤੇ ਮਾਈਕਰੋਸਕੋਪ ਫਿਰ ਇੱਕ ਕੀ ਆ ਇਕਵਿਪਮੈਂਟ ਹੈਗਾ ਜੀ ਐਕਸਕਿਊਜ਼ ਮੀ ਲੱਗਿਆ ਸਰ ਪਤਾ ਹੀ ਤੁਹਾਨੂੰ? ਵਿਦਆਊਟ ਦੀ ਜਗ੍ਹਾ ਜੇਕਰ ਵਿਦ ਹੁੰਦਾ ਫਿਰ ਤਾਂ ਟਰੂ ਸੀ ਨਾ ਯੈਸ ਫਿਰ ਟਰੂ ਸੀ ਇਹਦਾ ਜੀ ਜੇ ਆ ਹੁੰਦਾ ਤਾਂ ਫਿਰ ਕੀ ਸੀਗਾ ਇਹਦਾ ਟਰੂ ਸੀਗਾ ਜੀ ਲੱਗ ਗਿਆ ਪਤਾ ਜੀ ਸਾਰਿਆਂ ਨੂੰ ਕਲੀਅਰ ਹੈ ਜੀ ਦੇਖੋ ਟ੍ਰਿਕੀ ਆ ਸਾਰੇ ਤਾਂ ਕਰਕੇ ਧਿਆਨ ਨਾਲ ਜੀ ਥੱਲੇ ਨਾ ਆਹ ਜੇ ਤੁਹਾਡਾ ਗਲਤ ਹੋਊਗਾ ਤਾਂ ਬਿਕੋਜ਼ ਆਫ ਵੋਕੈਬਲਰੀ ਆ ਜੇ ਤੁਹਾਡਾ ਕੁਐਸਚਨ ਗਲਤ ਹੋਊਗਾ ਇਹ ਵੋਕੈਬਲਰੀ ਕਰਕੇ ਹੋਊਗਾ ਜੀ ਹਾਂਜੀ ਜੀ ਪੜਿਓ ਅਪੀਅਰੈਂਸ ਆਫ ਹਾਂਜੀ ਪਲੇਟਪਸ ਜਿਹੜੀ ਪਲੇਟਪਸ ਦੀ ਅਪੀਅਰੈਂਸ ਸੀਗੀ ਹਾਂਜੀ ਕਾਜ਼ਡ ਐਕਸਪਰਟਸ ਟੂ ਡਾਊਟ ਉਹ ਚੀਜ਼ ਨੇ ਉਹ ਜਿਹੜੀ ਅਪੀਅਰੈਂਸ ਸੀਗੀ ਉਹਨੇ ਐਕਸਪਰਟ ਨੂੰ ਡਾਊਟ ਦੇ ਵਿੱਚ ਉਹ ਲੈ ਗਈ ਕਿਹਦੀ ਡਾਊਟ ਵਿੱਚ ਇਟ ਵਾਜ਼ ਰੀਅਲ ਕਹਿੰਦੇ ਜੀ ਜਿਹੜੇ ਯਾਨੀ ਕਿ ਪਲੇਟਪਸ ਸੀਗਾ ਨਾ ਜਦੋਂ ਇਹਦੀ ਅਪੀਅਰੈਂਸ ਜਦੋਂ ਇਹਨੂੰ ਦੇਖਿਆ ਗਿਆ ਤਾਂ ਇਹਨਾਂ ਐਕਸਪਰਟਸ ਨੂੰ ਡਾਊਟ ਹੋਣ ਲੱਗ ਗਿਆ ਵੀ ਇਹ ਰੀਅਲ ਆ ਤਾਂ ਜਾ ਕੇ ਦੇਖਦੇ ਹਾਂ ਜੀ ਆਪਾਂ ਪਹਿਰਾ ਕੀ ਕਹਿੰਦਾ ਆਪ ਨੂੰ ਕਹਿੰਦੇ ਜੀ ਅਪਨ ਬੀਇੰਗ ਡਿਸਕਵਰਡ ਕਹਿੰਦੇ ਜਦੋਂ ਇਹ ਡਿਸਕਵਰਡ ਹੋਈ ਆਸਟ੍ਰੇਲੀਆ ਦੇ ਵਿੱਚ ਯਾਨੀ ਕਿ ਡਿਸਕਵਰਡ ਹੋਣ ਤੇ 1700 ਦੇ ਵਿੱਚ ਡਿਸਕਵਰਡ ਹੋਈ ਸੀ ਜਿਹੜੀਆਂ ਸਕੈਚਸ ਸੀਗੀਆਂ ਸਕੈਚਸ ਨੂੰ ਉਧਰ ਕੀ ਕਹਿ ਰਹੇ ਜੀ ਅਪੀਅਰੈਂਸ ਕਹਿ ਰਹੇ ਆ ਜੀ ਦਿੱਖ ਕਹਿ ਰਹੇ ਆ ਜਿਹੜੀਆਂ ਕਹਿੰਦੇ ਸਕੈਚਸ ਸੀਗੀਆਂ ਇਹ ਵਾਲੇ ਕ੍ਰੇਚਰ ਦੀਆਂ ਕ੍ਰੇਚਰ ਕਿਹਨੂੰ ਕਹਿ ਰਹੀ ਹੈ ਜੀ ਰੀਡਿੰਗ ਪਲੇਟਪਸ ਨੂੰ ਜੀ ਵਰ ਮੇਡ ਉਹ ਬਣਾਈਆਂ ਗਈਆਂ ਸੀਗੀਆਂ ਐਂਡ ਸੈਂਟ ਬੈਕ ਕਿੱਥੇ ਭੇਜੀਆਂ ਗਈਆਂ ਸੀ ਇੰਗਲੈਂਡ ਦੇ ਵਿੱਚ ਜਿੱਥੇ ਕਿ ਦੇ ਵਰ ਕੰਸੀਡਰਡ ਜਿੱਥੇ ਉਹ ਮੰਨੀਆਂ ਗਈਆਂ ਸੀ ਐਕਸਪਰਟ ਦੇ ਦੁਆਰਾ ਕੀ ਮੰਨੀਆਂ ਗਈਆਂ ਸੀਗੀਆਂ
ਟੂ ਬੀ ਅ ਹੌਕਸ। ਹੁਣ ਇਹਦਾ ਮਤਲਬ ਸਾਰਾ ਇਹ ਜਿਹੜੀ ਗੇਮ ਸਾਰੀ ਖੜੀ ਹੈ ਸਰ ਇੱਥੇ ਫਾਲਸ ਫੌਕਸ ਤੇ Fox. ਹੌਕਸ ਕੀ ਹੈ ਸਰ? Sir, ਇਹ ਤਾਂ ਕੁਐਸਚਨ ਹੈ ਜੀ। sir, ਸਰ ਮੈਨੂੰ ਟਰੂ ਲੱਗ ਰਿਹਾ। true ਮੈਂ ਲੱਗਦਾ। ਤੁਹਾਨੂੰ ਦੱਸਿਆ ਕਿ ਜਿਹੜਾ game ਵਾਲਾ word ਆ, ਇਹ ਹੁਣ ਤੱਕ ਫਾਲਸ ਆ ਮੈਂ Sir, 4 false, readings ਵਿੱਚ ਦੇਖ ਲਿਆ ਜੀ। false। ਹੁਣ ਤੱਕ 4 ਰੀਡਿੰਗਸ ਦੇ ਵਿੱਚ। ਤਾਂ ਜੀ ਜੇ ਇਹਦਾ ਮੈਂ ਮਤਲਬ ਧੋਖਾ ਹੁੰਦਾ ਆ ਸਮਝ ਮਾਰੋ ਇਹਦਾ ਮਤਲਬ ਹੁੰਦਾ ਫੇਕ, ਇੱਕ ਨਾਟ Fake. ਓਰੀਜਨਲ, ਫੇਕ ਨਾਟ ਰੀਅਲ। ਤੇ ਉਧਰਲੇ ਪਾਸੇ ਕੀ ਕਹੀ ਜਾਂਦਾ ਜੀ? ਇਟਸ ਇਹ ਤੁਹਾਡਾ ਗਲਤ ਗਿਆ, ਤੁਹਾਡਾ ਕਸੂਰ ਨਹੀਂਗਾ, ਕਿਉਂਕਿ ਇਹ ਤੁਹਾਨੂੰ ਇਹਦਾ ਮੀਨਿੰਗ ਨਹੀਂ ਪਤਾ ਸੀ, ਬਸ ਇਹ ਜਸਟ ਤਾਂ ਗਲਤ ਹੋਇਆ। ਫਾਲਸ ਹੈ ਇਹਦਾ ਫਾਲਸ ਫਾਲਸ ਜੀ, ਬਿਲਕੁਲ। ਉਹ ਕਹੀ ਜਾਂਦੇ ਕਿਉਂ ਜੀ ਨਾਟ ਰੀਅਲ, ਤੇ ਉਹ ਕਹੀ ਜਾਂਦੇ ਜੀ ਰੀਅਲ। ਅੱਗੇ ਪਤਾ ਹੁਣ ਤੁਸੀਂ 100 ਰੁਪਇਆ ਟ੍ਰਾਂਸਫਰ ਕਰੋ। ਹੀ ਫਸਟ ਰਿਪਲਾਈ ਦਿੱਤਾ ਮੈਂ ਪਹਿਲੀ ਵਾਰੀ। ਠੀਕ ਹੈ ਜੀ, ਕਰ ਦੇਣਾ ਜੀ, ਕਰ ਦੇਣਾ। ਦੇਖੋ ਪਹਿਲਾਂ ਆਪਾਂ ਜਾਨੀ ਕਿ ਸੁਪਰਲੇਟਿਵ ਡਿਗਰੀ ਨਾਲ ਵੀ ਆਪਾਂ ਕੀਤਾ ਹਲੇ ਤੱਕ ਕੁਐਸਚਨ, ਆਪਾਂ ਉਹ ਵੀ ਦੇਖਿਆ ਵੀ ਕਿਵੇਂ ਰੀਜ਼ਨ ਚੇਂਜ ਹੋਣ ਤੇ ਆਪਣਾ ਜੋ ਕੁਐਸਚਨ ਆ ਉਹ ਚੇਂਜ ਹੋ ਗਿਆ ਜੀ। ਆਪਾਂ ਇਹ ਵੀ ਚੀਜ਼ ਵੇਖਿਆ ਕਿ ਉਧਰ ਸਪੈਸਿਫਿਕ ਚੀਜ਼ਾਂ ਲਿਖੀ ਜਾਂਦੇ, ਉਧਰ ਆ ਕੇ ਜਨਰਲ ਕਰਤੀਆਂ। ਉਧਰ ਲਿਖਿਆ ਸੀ ਫੈਮਿਲੀ ਕੱਲੀ, ਇੱਧਰ ਆ ਕੇ ਫੈਮਿਲੀ ਮੈਂਬਰਸ ਤੇ ਯਾਨੀ ਕਿ ਫਰੈਂਡਸ, ਇਹਨਾਂ ਸਾਰਿਆਂ ਨੂੰ ਮਿਲਾ ਕੇ ਫੈਮਿਲੀ ਕਹਿੰਦੇ। ਚੌਥੇ ਨੰਬਰ ਤੇ ਆਪਾਂ ਦੇਖਿਆ ਕਿ ਵੋਕੈਬ ਵੀ ਇੱਕ ਅੱਧੇ ਕੁਐਸਚਨ ਦੇ ਵਿੱਚ ਕੰਮ ਕਰਦੀ ਹੁੰਦੀ ਹੈ। ਨੈਕਸਟ ਮੂਵ ਹੁੰਨੇ ਆ ਜੀ ਸਾਰਿਆਂ ਨੇ ਅਲਰਟ ਹੋ ਪੂਰੇ ਕਿ ਕਿੱਦਾਂ ਇਹਦਾ ਆਨਸਰ ਹੋ ਸਕਦਾ ਜੀ। ਬੜਾ ਵਧੀਆ ਲੈਵਲ ਦਾ ਕੁਐਸਚਨ ਹੈ ਜੀ, ਪੈਰਾਫਰੇਜ਼ ਬਹੁਤ ਵਧੀਆ ਤਰੀਕੇ ਨਾਲ ਕੀਤਾ ਜੀ। ਕੀ ਕਹਿੰਦੇ ਜੀ? ਦਾ ਪੋਪੂਲੈਰਿਟੀ, ਕਹਿੰਦੇ ਜਿਹੜੀ ਪੋਪੂਲੈਰਿਟੀ ਸੀ, ਮੈਂ ਤੁਹਾਡੇ ਨਾਮ ਬੋਲੂੰਗਾ ਜੀ। ਕਹਿੰਦੇ ਜੀ ਪੋਪੂਲੈਰਿਟੀ ਸੀਗੀ ਜੀ ਕਹਿੰਦੀ ਜੀ, ਹਾਂਜੀ ਕੈਟਰੰਗਾ ਦੀ ਆਹ ਵਾਲੀ ਕੋਈ ਚੀਜ਼ ਹੋਊਗੀ। ਕਹਿੰਦੇ ਇਹਦੀ ਜਿਹੜੀ ਪੋਪੂਲੈਰਿਟੀ ਹੈ ਜੀ ਉਹ ਵੱਧ ਗਈ ਸੀਗੀ ਜੀ। ਕਦੋਂ ਵਧੀ ਸੀਗੀ? ਆਫਟਰ ਦਾ ਮੁਸਲਿਮਸ ਟੁਕ ਕੰਟਰੋਲ। ਹੁਣ ਟੁਕ ਕੰਟਰੋਲ ਦਾ ਮਤਲਬ ਕੀ ਹੁੰਦਾ? ਵੀ ਕਿਸੇ ਚੀਜ਼ ਤੇ ਜਾਨੀ ਕਿ ਕਬਜ਼ਾ ਕਰ ਲੈਣਾ, ਜਾਂ ਕਿਸੇ ਚੀਜ਼ ਨੂੰ ਹਥਿਆ ਲੈਣਾ, ਜਾਂ ਕਿਸੇ ਚੀਜ਼ ਤੇ ਆਪਣਾ ਸਾਰਾ ਉਹਨੂੰ ਆਪਣੀ ਦੇਖ ਰੇਖ ਵਿੱਚ ਲੈ ਲੈਣਾ ਜੀ। ਕਹਿੰਦੇ ਜੀ ਜਿਹੜੀ ਜੋ ਕੈਟਰੰਗਾ ਸੀਗੀ ਇਹਦੀ ਜਿਹੜੀ ਪੋਪੂਲੈਰਿਟੀ ਆ ਇਹ ਵੱਧ ਗਈ ਸੀਗੀ ਜਦੋਂ ਜਾਨੀ ਕਿ ਦਾ ਮੁਸਲਿਮਸ ਟੁਕ ਕੰਟਰੋਲ, ਜਦੋਂ ਉਹਨਾਂ ਨੇ ਕੰਟਰੋਲ ਕੀਤਾ ਉਹ ਚੀਜ਼ ਤੇ। ਚਲੋ ਜੀ ਜਾ ਕੇ ਦੇਖਦੇ ਹਾਂ ਜੀ। ਸਰ ਯੈਸ ਯੈਸ True. ਅਰਾਊਂਡ 600 AD ਕਟਰੰਗਾ ਜਿਹੜੀ ਸੀਗੀ ਉਹ ਸਪਰੈਡ ਹੋ ਗਈ ਕਿਹਦੇ ਵਿੱਚ ਜੀ? ਪਾਰਸੀਆ ਦੇ ਵਿੱਚ। ਪਾਰਸੀਆ ਕੋਈ ਇੱਕ ਪ੍ਰੋਪਰ ਨਾਊਨ ਆ। ਦੈਨ ਆਫਟਰ ਬਾਅਦ ਚੋਂ ਕੀ ਕੀਤਾ ਜੀ? ਜੋ ਮੁਸਲਮ ਸੀਗੇ ਉਹਨਾਂ ਨੇ ਹਾਂਜੀ ਕੌਂਕਿਸਟ ਕੀਤਾ। ਕੌਂਕਿਸਟ ਕਿਹਦਾ ਸਿਨੋਨਿਮ? ਟੇਕ ਓਵਰ ਦਾ, ਕੋਈ ਚੀਜ਼ ਨੂੰ ਜਿੱਤ ਲੈਣਾ, ਹਥਿਆ ਲੈਣਾ। ਇਹ ਰੀਜ਼ਨ ਨੂੰ ਉਹਨਾਂ ਨੇ ਜਿੱਤ ਲਿਆ ਜੀ, ਇਹ ਇਲਾਕੇ ਨੂੰ। ਇਹਦਾ ਮਤਲਬ ਪਾਰਸੀਆ ਕੀ ਹੈ? ਇੱਥੇ ਇੱਕ ਇਲਾਕਾ, ਇੱਕ ਜਗ੍ਹਾ ਵਾ ਜੀ। ਦਾ ਗੇਮ, ਗੇਮ ਇਹ ਇਹਦਾ ਮਤਲਬ ਆ ਗੇਮ ਦੀ ਗੱਲ ਕਰ ਰਿਹਾ ਜੀ। ਇਹ ਇੱਕ ਗੇਮ ਆ, ਪਹਿਲੇ ਗ੍ਰਾਫ ਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਇਹ ਇੱਕ ਗੇਮ ਹੈ ਜੀ। ਇਹ ਜਿਹੜੀ ਗੇਮ ਸੀਗੀ ਜੀ ਗੇਨਡ ਗਰਾਊਂਡ। ਗੇਨਡ ਗਰਾਊਂਡ ਦਾ ਮਤਲਬ ਕੀ ਹੁੰਦਾ? ਅੱਗੇ ਨਾਲੋਂ ਕਾਫੀ ਜ਼ਿਆਦਾ ਫੇਮਸ ਹੋ ਜਾਣਾ। ਗੇਨਡ ਗਰਾਊਂਡ ਥਰੂ ਆਊਟ ਦਾ ਇਸਲਾਮਿਕ ਵਰਲਡ ਫਰੋਮ ਵੇਅਰ ਇਟ ਇਵੈਂਚੁਅਲੀ ਸਪਰੈਡ ਟੂ ਯੂਰਪ। ਬਾਅਦ ਚੋਂ ਸਪਰੈਡ ਦੇ ਵਿੱਚ ਵੀ ਜਾ ਵੜੀ ਜੀ, ਯਾਨੀ ਕਿ ਯੂਰਪ ਦੇ ਵਿੱਚ ਵੀ ਇਹ ਸਪਰੈਡ ਹੋ ਗਈ ਬਾਅਦ ਚੋਂ। ਤੇ ਕੀ ਲੱਗਦਾ ਜੀ ਇਹਨਾਂ ਨੂੰ? True ਆ। ਟਰੂ ਹੈ ਜੀ, ਸਾਰਿਆਂ ਨੂੰ ਟਰੂ ਲੱਗ ਰਿਹਾ ਜੀ? ਓਕੇ ਜੀ, ਤਾਂ ਸਹੀ ਹੋ ਜੀ ਤੁਸੀਂ ਸਾਰੇ ਜਾਣੇ। ਆਨਸਰ ਇਹਦਾ ਕੀ ਹੈ ਜੀ? ਆਨਸਰ ਇਹਦਾ ਜੀ ਟਰੂ ਹੈ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ। ਓਕੇ ਹਾਂਜੀ, ਤਾਂ ਨੈਕਸਟ ਚੱਲਦੇ ਹਾਂ ਜੀ ਸਾਰੇ ਜਾਣੇ। ਓਕੇ ਜੀ, ਹਾਂਜੀ ਤਾਂ ਇਹਨੂੰ ਧਿਆਨ ਨਾਲ ਪੜ੍ਹਨਾ ਜੀ ਸਾਰਿਆਂ ਨੇ। ਕੀ ਕਹਿੰਦੇ ਇਹਨੂੰ? ਤਾਂ ਇਹਨਾਂ ਨੇ ਕਿਹਾ ਜੀ ਜੋ ਕਾਕਰੋਚਸ ਹੁੰਦੇ ਆ ਜੀ ਵਿਲ ਫਾਈਟ ਓਵਰ ਫੂਡ। ਫੂਡ ਦੇ ਕੇਸ ਦੇ ਵਿੱਚ ਉਹ ਕੀ ਕਰਨਗੇ ਜੀ, ਜਾਂ ਕੀ ਕਰਦੇ? ਉਹ ਫਾਈਟ ਕਰਦੇ ਆ ਜੀ। ਤਾਂ ਧਿਆਨ ਨਾਲ ਜਾ ਕੇ ਦੇਖਦੇ ਹਾਂ ਜੀ ਆਪਾਂ ਕਿ ਕੀ ਇੱਥੇ ਇਹਨਾਂ ਨੇ ਕੀ ਗੱਲ ਕੀਤੀ ਹੈ ਜੀ। ਹਾਂਜੀ ਇੱਥੇ ਮੈਂ ਇੱਥੇ ਯਾਨੀ ਕਿ ਵਿਲ ਕੱਟ ਦੋ ਜੀ ਇਹਨੂੰ ਇੱਥੇ, ਕਿਉਂਕਿ ਰੀਡਿੰਗ ਦੇ ਵਿੱਚ ਮਿਸਪ੍ਰਿੰਟ ਹੋਇਆ ਹੋਇਆ ਇੱਕ ਹਿਸਾਬ ਦਾ ਵਰਡ ਆ। ਤੁਹਾਡਾ ਕੁਐਸਚਨ ਆਹ ਜੀ ਸਿਰਫ ਬਸ ਠੀਕ ਹੈ ਜੀ। ਕਾਕਰੋਚ ਫਾਈਟ ਓਵਰ ਫੂਡ, ਕਿ ਜੋ ਕਾਕਰੋਚ ਆ ਜੀ ਉਹ ਫੂਡ ਨੂੰ ਲੈ ਕੇ ਫਾਈਟ ਕਰਦੇ ਹੁੰਦੇ ਆ। ਆਹ ਤੁਹਾਡੀ ਲੋਕੇਸ਼ਨ ਹੈ ਜੀ। ਕਹਿੰਦੇ ਜੀ ਦੇ ਇੱਥੇ ਕਿਹਦੇ ਲਈ ਲਾਇਆ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਦੇ ਕਾਕਰੋਚ ਲਈ ਲਾਇਆ ਜੀ। ਹੁਣ ਪੜ੍ਹੋ ਇਹਨੂੰ ਸਾਰੇ। ਕਾਕਰੋਚ ਜੀ ਉਹ ਕਹਿੰਦੇ ਕੈਮੀਕਲ ਮੈਸੇਜ ਛੱਡਦੇ ਹੁੰਦੇ ਆ ਜੀ, ਐਜ਼ ਵੈਲ ਐਜ਼ ਅਮਿਟ ਆਹ ਵਾਲੀਆਂ ਚੀਜ਼ਾਂ ਛੱਡਦੇ ਆ ਜੀ। ਉਹ ਸਿਗਨਲ ਹੁੰਦੇ ਆ ਇਹ ਬਾਕੀ ਕਾਕਰੋਚਸ ਨੂੰ। ਇਹ ਸਿਗਨਲ ਕਾਹਦੇ ਹੁੰਦੇ ਆ? ਅਬਾਊਟ ਸੋਰਸ ਆਫ ਫੂਡ। ਅੱਛਾ, ਬਾਕੀਆਂ ਨੂੰ ਫੂਡ ਬਾਰੇ ਦੱਸ ਦਿੰਦੇ ਆ ਤੇ ਵਾਟਰ ਬਾਰੇ ਦੱਸ ਦਿੰਦੇ ਆ। ਉਹਨਾਂ ਨੂੰ ਅਲਰਟ ਕਰ ਦਿੰਦੇ ਆ ਉਹ ਆਪਣੀ ਪ੍ਰੈਜ਼ੈਂਸ ਦਾ ਕਿ ਅਸੀਂ ਇੱਥੇ ਖੜੇ ਆ, ਤੁਸੀਂ ਹੁਣੀ ਆ ਜਾਓ। ਤੇ ਰਿਸਰਚ ਜਿਹੜੀ ਹੈਗੀ ਹੈ ਜੀ ਉਹ ਕਹਿੰਦੇ ਹੈਜ਼ ਸ਼ੋਨ, ਉਹਨੇ ਸ਼ੋਨ ਕੀਤਾ ਕਾਕਰੋਚ ਗਰੁੱਪ ਬਣਾ ਕੇ ਡਿਸਕਸ਼ਨ ਕਰਦੇ ਆ ਜੀ, ਡਿਸੀਜਨ ਲੈਂਦੇ ਆ ਕਾਕਰੋਚ।
ਤੇ ਉਹ ਕੋਆਪਰੇਟ ਸਰ ਕਰਦੇ ਫਾਲਸ ਹੈ ਤਾਂ false ਹੈ ਸਰ false ਫਾਲਸ ਫਾਲਸ ਹੈ ਜੀ ਓਕੇ ਫਾਲਸ ਹੈ ਸਾਰਿਆਂ ਦਾ ਆਨਸਰ ਸਹੀ ਹੈ ਜੀ ਇਹ ਕੀ ਹੈ ਜੀ ਫਾਲਸ ਆ ਨਾਲ ਮੈਂ ਤੁਹਾਨੂੰ ਇੱਕ False. ਫੈਕਟ ਮੈਨੂੰ ਦੱਸਾਂ ਦੁਬਾਰਾ ਕਿ ਦੱਸੋ ਪਲੀਜ਼। ਇਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਜੀ ਕਿ ਜਿਹੜੇ ਕਾਕਰੋਚ ਆ ਇਹ ਫੂਡ ਦੇ ਪਿੱਛੇ ਫਾਈਟ ਕਰਦੇ ਆ ਫੂਡ ਦੇ ਪਿੱਛੇ ਕੀ ਕਰਦੇ ਆ ਉਹ ਫਾਈਟ ਕਹਿੰਦੇ ਕਰਦੇ ਆ ਕੋਆਪਰੇਟ ਕਰਦੇ ਪੈਰਾ ਕਹਿ ਰਿਹਾ ਕਿ ਜੀ ਇਹ ਸਿਗਨਲ ਛੱਡਦੇ ਆ ਬਾਕੀ ਕਾਕਰੋਚ ਨੂੰ ਸਿਗਨਲ ਕਾਹਦਾ ਉਹਨਾਂ ਨੂੰ ਫੂਡ ਦੇ ਬਾਰੇ ਦੱਸਦੇ ਆ ਵਾਟਰ ਦੇ ਬਾਰੇ ਦੱਸਦੇ ਆ ਉਹਨਾਂ ਨੂੰ ਅਲਰਟ ਕਰ ਦਿੰਦੇ ਕਿ ਅਸੀਂ ਇੱਥੇ ਖੜੇ ਆ ਤੁਸੀਂ ਹੁਣੀ ਆ ਜਾਓ ਬਈ ਸਾਨੂੰ ਇਹ ਕਹਿੰਦੇ ਲੱਡੂ ਮਿਲ ਗਿਆ ਇੱਥੇ ਲੱਡੂ ਡਿੱਗਿਆ ਪਿਆ ਵਾ ਤੇ ਤੁਸੀਂ ਹੁਣੀ ਆ ਜਾਓ ਸਾਰੇ ਇੱਥੇ ਆਣੇ ਰਿਸਰਚ ਕਹਿੰਦੇ ਸ਼ੋਅ ਕਰਤਾ ਜੀ ਕਾਕਰੋਚ ਜਿਹੜੇ ਹੈਗੇ ਆ ਉਹ ਗਰੁੱਪ ਬਣਾ ਕੇ ਡਿਸੀਜਨ ਲੈਂਦੇ ਆ ਤੇ ਬਾਅਦ ਚ ਉਹ ਕੋਆਪਰੇਟ ਕਰਦੇ ਆ ਇੱਕ ਦੂਜੇ ਨਾਲ ਆ ਖਾਣੇ ਨੂੰ ਲੈ ਕੇ ਜੀ ਸਾਰਾ ਤੇ ਤੁਹਾਡਾ ਕੁਐਸਚਨ ਕੀ ਕਹੀ ਜਾਂਦਾ ਜੀ ਕਹਿੰਦਾ ਉਹ ਫਾਈਟ ਕਰਦੇ ਆ ਜੀ ਆਪੋਜ਼ਿਟ ਨਹੀਂ ਹੋ ਗਿਆ ਇਹ ਤਾਂ ਆਪੋਜ਼ਿਟ ਇਹ ਤਾਂ ਇੱਕ ਫਾਲਸ ਹੋ ਹਾਂਜੀ। ਗਿਆ ਜੀ। ਤੁਸੀਂ ਇੱਕ ਚੀਜ਼ ਦੇਖਿਓ ਜੀ ਧਿਆਨ ਨਾਲ ਇੱਕ ਗੱਲ ਨੋਟ ਕਰਕੇ ਦੇਖਿਓ ਤੁਸੀਂ ਕੋਈ ਯਾਨੀ ਕਿ ਮਿੱਠੇ ਵਾਲੀ ਚੀਜ਼ ਸੱਟ ਦਿਓ ਜਿਵੇਂ ਕਿ ਲੱਡੂ ਥੋੜਾ ਜਿਹਾ ਮੰਨ ਕੇ ਚੱਲੋ ਹਨਾ ਤਾਂ ਉੱਥੇ ਕੀ ਹੋਊਗਾ ਮੰਨ ਕੇ ਚਲੋ ਇੱਕ ਕੀੜੀ ਆਈ ਹੈ ਨਾ ਇੱਥੇ ਕੀੜੀ ਹੈਗੀ ਇਹ ਕੀੜੀ ਜਦੋਂ ਪਹਿਲਾਂ ਇੱਕ ਆਈ ਤੇ ਇਹ ਕੀੜੀ ਨੂੰ ਦੇਖ ਕੇ ਬੱਚੋ ਜੋ ਜਿਹੜੀਆਂ ਨਵੀਆਂ ਕੀੜੀਆਂ ਉਹ ਲਾਈਨ ਬਣਾ ਕੇ ਆਉਣੀਆਂ ਨੋਟ ਕਰਕੇ ਦੇਖਿਓ ਇਹ ਕੀੜੀ ਕਿਸੇ ਨੂੰ ਬੁਲਾਉਣ ਨਹੀਂ ਜਾਂਦੀ ਹੁੰਦੀਗੀ ਬਲਕਿ ਇਹ ਸਿਗਨਲ ਹੀ ਇਹਨੇ ਹਵਾ ਦੇ ਵਿੱਚ ਭੇਜਣੇ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਉਹ ਕਿੱਥੇ ਆ ਭਾਵੇਂ ਪਿੱਛਾ ਕਰਕੇ ਦੇਖ ਲਿਓ ਕੀੜੀ ਦਾ ਉਹਨੇ ਕਿਤੇ ਨਹੀਂ ਆ ਨਾ ਉੱਥੇ ਹੀ ਖੜੀ ਹੋਊਗੀ ਲੱਡੂ ਦੇ ਕੋਲ ਬਾਕੀਆਂ ਨੇ ਆਪੇ ਇਹਦੇ ਕੋਲੇ ਪਹੁੰਚ ਜਾਣਾ ਫੀਰੋਮੋਨ ਚੀਂਟੀ ਛੱਡਦੇ ਹੋਤੀ ਹੈ ਹਾਂਜੀ ਫੀਰੋਮੋਨ Okay ਜੀ, ਕਰਕੇ ਹਾਂਜੀ ਬਿਲਕੁਲ ਤਾਂ ਧਿਆਨ ਨਾਲ ਦੇਖਿਓ ਜੀ ਅਗਲਾ ਕੁਐਸਚਨ ਜੀ ਬੜੇ ਧਿਆਨ ਨਾਲ ਪੜ੍ਹਨਾ ਜੀ ਇਹਨੂੰ ਕਹਿੰਦੇ ਜੀ ਜੋ ਚਾਈਨੀਜ਼ ਫਾਰਮਰਸ ਆ ਜੀ ਫਾਊਂਡ ਦੈਟ ਉਹਨਾਂ ਨੂੰ ਇਹ ਪਤਾ ਲੱਗਿਆ ਜੀ ਉਹਨਾਂ ਨੂੰ ਬਾਅਦ ਚ ਜਾਣਨ ਚ ਆਇਆ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਪੈਸਟੀਸਾਈਡਸ ਆ became increasingly expensive ਇਹ ਜੀ ਉਹ ਕਹਿੰਦੇ ਮਹਿੰਗੇ ਹੋਣ ਲੱਗੇ ਜਾਨੀ ਕਿ ਮਹਿੰਗੇ ਹੋ ਗਏ ਸੀ ਕਹਿੰਦੇ ਜੀ ਚਾਈਨੀਜ਼ ਫਾਰਮਰਸ ਨੂੰ ਇਹ ਪਤਾ ਲੱਗਿਆ ਕਿ ਜੀ ਜਿਹੜੇ ਪੈਸਟੀਸਾਈਡਸ ਆ ਉਹ ਮਹਿੰਗੇ ਹੋ ਗਏ ਸੀ ਜੀ ਚਲੋ ਜਾ ਕੇ ਜੀ ਦੇਖਦੇ ਆਪਾਂ ਵੀ ਕੀ ਉਹਨਾਂ ਨੂੰ ਫਾਰਮਰਸ ਨੂੰ ਪਤਾ ਲੱਗ ਗਿਆ ਸੀ ਇਹ ਗੱਲ ਜੀ ਹਾਂਜੀ ਓਕੇ ਜੀ ਕੀ ਕਹਿੰਦੇ ਆਈ ਜੀ ਥਿੰਕ ਫਾਲਸ ਦੇਖਦੇ ਤਾਂ ਆਪਾਂ ਇਹਨਾਂ ਦਾ ਤਾਂ comment ਵਿੱਚ। ਫਾਲਸ ਲੱਗਦਾ ਆ ਕਹਿੰਦੇ ਜੀ those who abandoned ants in favor of chemical ਹਾਂਜੀ quickly became disillusioned as cost source ਕਹਿੰਦੇ ਜੀ ਕਿਉਂਕਿ ਜਿਵੇਂ ਹੀ ਕਹਿੰਦੇ ਇਹਦਾ ਮਤਲਬ ਹੁੰਦਾ ਜਿਵੇਂ ਹੀ disillusion ਦਾ ਮਤਲਬ ਕੀ ਹੁੰਦਾ illusion ਦਾ ਮਤਲਬ ਹੁੰਦਾ ਵਹਿਮ ਭਰਮ ਤੇ disillusioned ਦਾ ਮਤਲਬ ਵਹਿਮ ਭਰਮ ਟੁੱਟ ਜਾਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਸਮਝ ਗਏ ਜੀ ਤਾਂ ਧਿਆਨ ਨਾਲ ਦੇਖਿਓ ਜੀ ਉਹ ਕਹਿੰਦੇ ਜੀ ਜਿਨ੍ਹਾਂ ਨੇ ਆਰਟਸ ਨੂੰ ਛੱਡਿਆ ਸੀਗਾ ਯਾਨੀ ਕਿ ਕੈਮੀਕਲਸ ਦੇ ਕਰਕੇ ਉਹਨਾਂ ਦਾ ਵਹਿਮ ਕਹਿੰਦੇ ਜੀ ਬਾਅਦ ਚੋਂ ਟੁੱਟ ਗਿਆ ਸੀਗਾ ਯਾਨੀ ਕਿ ਉਹਨਾਂ ਨੂੰ ਸਬਕ ਵਗੈਰਾ ਮਿਲ ਗਿਆ ਸੀਗਾ ਮੇਰੇ ਕਹਿਣ ਦਾ ਮਤਲਬ ਜੇ ਆਪਾਂ ਇਹਦੀ ਟ੍ਰਾਂਸਲੇਸ਼ਨ ਕਰੀਏ ਤਾਂ ਕਹਿੰਦੇ ਜੀ ਜਿਵੇਂ ਹੀ ਕਹਿੰਦੇ ਜਾਂ ਇਹਦਾ ਮਤਲਬ ਜਿਵੇਂ ਹੋ ਸਕਦਾ ਜਾਂ ਫਿਰ ਕਿਉਂਕਿ ਤੇ ਗਾਂ ਜਾ ਕੇ ਕੋਮਾ ਲੱਗਿਆ ਵਾ ਇਹ ਸਾਰਾ ਬਣਿਆ ਤਨਾ ਸੈਂਟੈਂਸ ਆ ਇਹਦਾ ਮਤਲਬ ਇਹਦਾ ਮਤਲਬ ਇੱਥੇ ਬਿਕੋਜ਼ ਆ ਜੀ ਕੀ ਕਹਿੰਦੇ ਜੀ ਕਹਿੰਦੇ ਜੀ ਕਿਉਂਕਿ ਜਿਹੜੀਆਂ ਕੋਸਟ ਸੀਗੀਆਂ ਸੋਡ ਦਾ ਮਤਲਬ ਕੀ ਹੁੰਦਾ ਇਨਕਰੀਜ਼ ਹੋ ਜਾਣੀ ਹੈ ਜੀ ਕਹਿੰਦੇ ਜੀ ਕਿਉਂਕਿ ਜਿਹੜੀਆਂ ਕੋਸਟ ਆ ਉਹ ਵੱਧ ਗਈਆਂ ਸੀਗੀਆਂ ਤੇ ਜਿਹੜੇ ਪੈਸਟ ਸੀਗੇ ਜੀ ਬਿਗੇਨ ਟੂ ਡਿਵੈਲਪ ਰੈਜ਼ਿਸਟੈਂਟ ਜਿਹੜੇ ਉੱਥੇ ਦੇ ਕੀੜੇ ਮਕੌੜੇ ਵਗੈਰਾ ਸੀਗੇ ਉਹਨਾਂ ਤੇ ਕੈਮੀਕਲ ਦਾ ਜੋ ਅਸਰ ਸੀਗਾ ਉਹ ਹੁਣੋਂ ਹਟ ਗਿਆ ਸੀਗਾ ਯਾਨੀ ਕਿ ਰੈਜ਼ਿਸਟੈਂਸ ਪੈਦਾ ਕਰ ਲਈ ਸੀ ਉਹਨਾਂ ਨੇ ਗਰੋਵਰਸ ਕਿਹਨੂੰ ਕਿਹਾ ਗਿਆ ਜੀ ਫਾਰਮਰਸ ਨੂੰ ਤੇ ਗਰੋਵਰਸ ਨੇ ਕਹਿੰਦੇ ਜੀ ਫਿਰ ਸ਼ੁਰੂ ਕਰਤਾ ਬਿਗਨ ਟੂ ਰਿਵਾਈਵ ਦਾ 올ਡ ਮੁੜ ਤੋਂ ਉਹਨਾਂ ਨੇ ਕਿਹੜੀ ਚੀਜ਼ ਸ਼ੁਰੂ ਕਰਤੀ ਆਂਟ ਉੱਪਰ ਹੀ ਉਹ ਫਿਰ ਪਹੁੰਚ ਗਏ ਜੀ ਉਹ ਕਹਿੰਦੇ 1960 ਦੇ ਵਿੱਚ ਜੀ ਧਿਆਨ ਨਾਲ ਦੇਖਿਓ ਜੀ ਇਹ ਚੀਜ਼ ਨੂੰ ਤੁਹਾਡਾ ਕੁਐਸਚਨ ਕਹਿ ਰਿਹਾ ਜੀ ਜਿਹੜੇ ਚਾਈਨੀਜ਼ ਫਾਰਮਰ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਜੀ ਕਿ ਪੈਸਟੀਸਾਈਡਸ ਜਿਹੜੀਆਂ ਹੈਗੀਆਂ ਵਾ ਅਰੇਆਂ ਸਪਰੇਆਂ ਹੈਗੀਆਂ ਵਾ ਇਹ ਮਹਿੰਗੀਆਂ ਹੋ ਗਈਆਂ ਇਹਨਾਂ ਨੇ ਕੀ ਕਿਹਾ ਜੀ ਕਹਿੰਦੇ ਜੀ ਜਿਨ੍ਹਾਂ ਨੇ ਆਰਟਸ ਨੂੰ ਛੱਡਿਆ ਸੀ ਕਿੰਨਾ ਕਰਕੇ ਜੀ ਕੈਮੀਕਲਸ ਕਰਕੇ ਉਹਨਾਂ ਦਾ ਵਹਿਮ ਜੀ ਕਹਿੰਦੇ ਬਾਅਦ ਚੋਂ ਟੁੱਟ ਗਿਆ ਸੀਗਾ ਕਿਉਂਕਿ ਜੀ ਕਹਿੰਦੇ ਜਿਹੜੀਆਂ ਕਾਸਟ ਸੀਗੀਆਂ ਉਹ ਵੱਧ ਗਈਆਂ ਸੀਗੀਆਂ ਤੇ ਜਿਹੜੇ ਪੈਸਟ ਸੀਗੇ ਜੀ ਉਹਨਾਂ ਦਾ ਅਸਰ ਹੋਣੋਂ ਹਟ ਗਿਆ ਸੀਗਾ ਇਹ ਚੀਜ਼ ਦੇ ਕਰਕੇ ਬਾਅਦ ਚੋਂ ਜਿਹੜੇ ਗਰੋਵਰਸ ਸੀਗੇ ਜੀ ਉਹਨਾਂ ਨੇ ਕੀ ਸ਼ੁਰੂ ਕਰਨਾ ਜੀ ਉਹ ਫਿਰ ਆਪਣੇ ਪੁਰਾਣੇ ਮੈਥਡ ਤੇ ਜਾਣੀ ਕਿ ਮੁੜਿਆ ਉਹਨਾਂ ਨੇ ਫਿਰ ਆਂਟਸ ਦਾ ਹੀ ਯੂਜ਼ ਕਰਨਾ ਸ਼ੁਰੂ ਕਰਤਾ ਕਦੋਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਉਹਨਾਂ ਨੇ ਦੇਖਿਆ ਵੀ ਨਾ ਹੀ ਤਾਂ ਪੈਸਟੀਸਾਈਡ ਤੇ ਅਸਰ ਹੋ ਰਿਹਾ ਵਾ ਤੇ ਦੂਸਰੀ ਚੀਜ਼
ਕਿ ਜੀ ਇਹਨਾਂ ਦੀ ਕਾਸਟ ਵੀ ਵੱਧ ਰਹੀ ਹੈ ਜੀ। ਇਹ ਕਾਰਨ ਕਰਕੇ ਇਹਨਾਂ ਨੇ ਆਹ ਵਾਲੀ ਚੀਜ਼ ਕੀਤੀ। ਧਿਆਨ ਨਾਲ ਦੇਖਿਓ ਜੀ, ਗਰੋਵਰਸ ਦੇ ਕੋਲੇ ਕਾਰਨ ਸੀਗੇ ਦੋ। ਕਿਹੜੇ ਕਾਰਨ ਸੀਗੇ? ਆਹ ਵਾਲੇ ਦੋ ਕਾਰਨ, ਇੱਕ ਆਹ ਤੇ ਇੱਕ ਕਾਰਨ ਸੀ ਜੀ ਆਹ। ਹੁਣ ਮੈਨੂੰ ਦੱਸੋ ਕਿ ਕੀ ਹੈ ਜੀ? ਸਰ ਇਹ ਚ ਕਿਤੇ ਚਾਈਨੀਜ਼ ਫਾਰਮ ਹਾਂਜੀ ਹਾਂ, ਮੈਂ ਵੀ ਇਹੀ ਦੇਖ ਰਹੀ ਸੀ। ਸਰ ਚਾਈਨੀਜ਼ ਵਾਲਿਆਂ ਦੀ ਸਰ ਤੇ Okay. ਨੋਟ ਗਿਵਨ ਲੱਗਦਾ। ਸਰ ਦੋਜ਼ Sorry, ਇਹ ਲਿਖਿਆ ਚੀਜ਼ ਮੈਂ ਤੁਹਾਨੂੰ ਜਾਣੀ ਕਿ ਪਹਿਲਾਂ ਹੀ ਦੱਸ ਦਵਾਂ, ਕਿਉਂਕਿ ਮੈਂਨੇ ਉੱਪਰ ਵਾਲੀਆਂ ਤੇ ਨੀਚੇ ਵਾਲੀਆਂ ਲਾਈਨਾਂ ਕਾਪੀ ਪੇਸਟ ਨਹੀਂ ਕੀਤੀਆਂ ਸੀਗੀਆਂ। ਇਹ ਜਿਹੜਾ ਸਾਰਾ ਪੈਰਾ ਸੀਗਾ ਇਹ ਗੱਲ ਸਾਰੀ ਚਾਈਨਾ ਦੀ ਹੋਈ ਜਾਂਦੀ ਆ। ਹੁਣ ਦੱਸੋ ਕੀ ਆ ਉਹ? ਮੈਂ ਤੁਹਾਡਾ ਵਹਿਮ ਦੂਰ ਕਰਤਾ। ਇੱਥੇ ਲਿਖ ਲਓ ਚਾਈਨੀਜ਼ ਗਰੋਵਰ, ਚਾਈਨੀਜ਼ ਗਰੋਵਰ। ਟਰੂ ਆ। ਟਰੂ ਸਰ ਜੀ। ਯਾਰ ਪਲੀਜ਼ ਥੋੜਾ ਜਿਹਾ ਡਿਸਟਰਬੈਂਸ ਘੱਟ ਪਤਾ ਨਹੀਂ ਕਰੋ। ਕਿਹਦੇ ਹੁੰਦੀ। ਮਿਊਟ ਉੱਪਰ ਕਰ ਲਈ ਸਾਰਿਆਂ ਨੇ। ਤਾਂ ਦੇਖੋ ਇਹਦਾ ਟਰੂ ਆ। ਟਰੂ ਕਿਉਂ? ਉਹ ਕਹਿੰਦੇ ਜੀ ਚਾਈਨੀਜ਼ ਫਾਰਮਰ ਨੂੰ ਪਤਾ ਸੀਗਾ ਕਿ ਪੈਸਟੀਸਾਈਡ ਦੇ ਜਿਹੜੇ ਦਾਮ ਆ ਉਹ ਵਧਣ ਲੱਗ ਗਏ। ਮੈਂ ਤੁਹਾਨੂੰ ਦੱਸਦਾ ਕਿ ਗੱਲ ਚਾਈਨਾ ਦੀ ਹੋਈ ਜਾਂਦੀ ਹੈ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਇਹਨਾਂ ਨੇ ਕੀ ਕੀਤਾ ਜੀ, ਕਹਿੰਦੇ ਚਾਈਨੀਜ਼ ਫਾਰਮਰ ਜਿਹੜੇ ਸੀਗੇ ਉਹ ਮੁੜ ਉਹਨਾਂ ਨੇ ਆਪਣੀ ਪੁਰਾਣੀ ਟੈਕਨੀਕ ਹੀ ਸ਼ੁਰੂ ਕਰਨੀ। ਕਿਉਂ? ਕਿਉਂਕਿ ਜੀ ਉਹਨਾਂ ਕੋਲੇ ਦੋ ਕਾਰਨ ਸੀ। ਐਸ ਦਾ ਮਤਲਬ ਕੀ ਆ? ਇਹ ਰੀਜ਼ਨ ਲਿਖੇ ਪਏ ਆ ਜੀ ਉਹਨਾਂ ਦੇ ਵਾਪਸ ਉਹ ਟੈਕਨੀਕ ਤੇ ਜਾਣ ਦੇ। ਤੇ ਰੀਜ਼ਨ ਕੀ ਆ? ਨੰਬਰ 1 ਤੇ ਜੀ ਕਾਸਟ ਵੱਧ ਗਈ ਸੀਗੀ, ਨੰਬਰ 2 ਤੇ ਪੈਸਟ ਤੇ ਉਹਨਾਂ ਦਾ ਅਸਰ ਖਤਮ ਹੋਣ ਲੱਗ ਗਿਆ ਸੀ। ਇਹਦਾ ਮਤਲਬ ਜੀ ਗਰੋਵਰਸ ਨੇ ਆਹ ਵਾਲੇ ਦੋ ਚੀਜ਼ਾਂ ਦੇ ਕਰਕੇ ਹੀ ਆਪਣਾ ਡਿਸੀਜਨ ਚੇਂਜ ਕੀਤਾ ਨਾ। ਤਾਂ ਕੁਐਸਚਨ ਵੀ ਤਾਂ ਇਦਾਂ ਹੀ ਕਹਿ ਰਿਹਾ ਕਿ ਫਾਰਮਰਸ ਨੂੰ ਇਹ ਚੀਜ਼ ਪਤਾ ਲੱਗ ਗਈ ਸੀ ਕਿ ਦਾਮ ਵੱਧ ਰਹੇ ਆ। ਬਿਲਕੁਲ ਜੀ, ਆਹ ਦੇਖੋ ਗਰੋਵਰਸ ਕੋਲੇ ਕਿਹੜਾ ਰੀਜ਼ਨ ਸੀਗਾ? ਕਾਸਟ ਸੋਲਡ, ਬਈ ਉਹ ਇਨਕਰੀਜ਼ ਹੋਣ ਲੱਗ ਗਏ ਸੀ ਉਹਨਾਂ ਦੇ ਪ੍ਰਾਈਸ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ। ਯੈਸ ਕਲੀਅਰ ਹੈ ਜੀ? ਯੈਸ। ਓਕੇ ਜੀ, ਅੱਗੇ ਚੱਲਦੇ ਹਾਂ ਜੀ। ਧਿਆਨ ਨਾਲ ਦੇਖਿਓ। ਹਾਂਜੀ ਆਹ ਵਾਲਾ ਜੀ, ਧਿਆਨ ਨਾਲ ਪੂਰੇ ਇਹਦਾ ਜੀ, ਠੀਕ ਹੈ ਜੀ, ਪੂਰੇ ਵਧੀਆ ਤਰੀਕੇ ਨਾਲ ਇਹਨੂੰ ਤੁਸੀਂ ਕਰਨਾ ਵਾ। ਜ਼ਿਆਦਾ ਟ੍ਰਿਕੀ ਨਹੀਂ ਹੈਗਾ ਇਹ, ਸੌਖੇ ਜਿਹੇ ਲੈਵਲ ਦਾ ਜੀ, ਬਸ ਸੌਖੇ ਜਿਹੇ ਲੈਵਲ। ਕਹਿੰਦਾ ਜੀ ਇਟ ਕੈਨ ਟੇਕ ਅ ਡੈਕੇਡ। ਕਹਿੰਦੇ ਜੀ ਇੱਕ ਡੈਕੇਡ ਲੱਗਦੀ ਹੈ, ਕਹਿੰਦੇ ਲੱਗ ਸਕਦੀ ਹੈ ਕਿਹਨੂੰ ਜੀ? ਡਿਵੈਲਪ ਕਰਨ ਨੂੰ। ਕੀ ਡਿਵੈਲਪ ਕਰੀ ਜਾਂਦੇ? ਸਿੰਗਲ ਜੀਓਥਰਮਲ ਪਾਵਰ ਸਟੇਸ਼ਨ। ਚਲੋ ਜਾ ਕੇ ਦੇਖੀਏ ਜੀ ਵੀ ਕੀ ਇੱਕ ਡੈਕੇਡ ਜਾਣੀ ਕਿ ਲੱਗ ਸਕਦੀ ਹੈ ਜੀ। ਕੀ ਕਹਿੰਦੇ? ਟੂ ਅਚੀਵ ਦਿਸ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਆ ਦਿਸ ਕਿਹਨੂੰ ਕਹਿ ਰਿਹਾ? ਜੀਓਥਰਮਲ ਪਾਵਰ ਸਟੇਸ਼ਨ ਦੀ ਗੱਲ ਹੋਈ ਜਾਂਦੀ ਜੀ ਇੱਥੇ। ਟੂ ਅਚੀਵ ਦਿਸ, ਇਹ ਵਾਲੀ ਚੀਜ਼ ਨੂੰ ਅਚੀਵ ਕਰਨ ਦੇ ਲਈ ਕਹਿੰਦੇ ਜੀ ਕਾਫੀ ਜ਼ਿਆਦਾ ਐਕਸਟੈਂਸਿਵ ਸਰਵੇ ਕਰਨੇ ਪੈਂਦੇ ਆ, ਡ੍ਰਿਲਿੰਗ ਕਰਨੀ ਪੈਂਦੀ, 10 ਇਅਰਸ ਦੀ ਕਿਹਾ ਹੋਇਆ। ਟਾਈਮ ਬਹੁਤ ਚਾਹੀਦਾ ਜੀ ਆਪਾਂ ਨੂੰ। ਇਟ ਇਜ਼ ਨਾਟ ਅਨਕੋਮਨ ਫॉर ਅ ਪ੍ਰੋਜੈਕਟ ਟੂ encompass 10 years from its planning stage to start of operation। ਦੱਸੋ ਜੀ ਕੀ ਹੈ? ਭਾਈ ਫਾਲਸ। ਫਾਲਸ ਹੈ ਜੀ? ਸਰ ਟਰੂ। ਟਰੂ ਆ ਸਰ। ਟਰੂ ਹੈ ਜੀ। ਬਾਕੀ ਜਾਣੇ ਵੀ ਬੋਲੋ ਜੀ। ਸਰ ਟਰੂ ਹਾਂਜੀ, ਲੱਗਦਾ। ਕੁਲਵੀਰ, ਟਰੂ ਸਰ ਇਟ ਇਜ਼ ਨਾਟ। ਮਨਿੰਦਰ, ਕੀ ਗੱਲ ਪੁੱਛੀ? ਹਾਂਜੀ ਸਰ ਬੋਲ ਰਹੀ ਮੈਂ ਟਰੂ। ਨਵਜੋਤ, ਸਰ ਫਾਲਸ ਆਈ। ਫਾਲਸ। ਮਲਕੀਤ, ਭਾਈ ਫਾਲਸ। ਆ ਮਿਊਟ ਉੱਪਰ ਲਾ ਲਓ ਚੈੱਕ ਕਰੀ ਸਾਰੇ ਜਾਣੇ। ਫਾਲਸ। ਜਿੰਦਾ ਮੈਂ ਨਾਮ ਲੈਣਾ ਉਹਨਾਂ ਨੇ ਬੋਲਣਾ, ਠੀਕ ਹੈ? ਸ਼ੈਲੀ, ਮੀਸ਼ੂ, ਫਾਲਸ ਹੀ ਹੈ। ਫਾਲਸ। ਫਾਲਸ ਲੱਗ ਰਿਹਾ ਸਰ। ਫਾਲਸ ਲੱਗ ਰਿਹਾ ਸਰ ਐਕਚੁਅਲੀ ਉਹ ਵੌਇਸ ਕਲੀਅਰ ਨਹੀਂ ਆ ਰਹੀ ਹੈ ਪਿੱਛੇ ਕਿਸੇ ਸਾਰਿਆਂ ਨੇ। ਮਿਊਟ, sound ਇੱਕ ਆ ਮਿੰਟ ਰਿਹਾ। ਮੈਂ ਤੁਹਾਨੂੰ ਮਿਊਟ ਕਰਦਾ ਜੀ ਸਾਰਿਆਂ ਨੂੰ। ਏਦਾਂ ਨਾ ਕਰੋ ਜੀ, ਵੌਇਸ ਨਾ ਏਦਾਂ ਕਰੋ, ਇਹਦਾ ਦਿੱਕਤ ਹੋ ਜਾਂਦੀ ਹੈ। ਹੁਣ ਮਿਊਟ ਉੱਪਰੋਂ ਕਿਸੇ ਨੇ ਖੋਲਣਾ ਨਹੀਂ ਗਾ ਜੀ, ਜਿਹਨੂੰ ਮੈਂ ਕਹੂੰਗਾ ਉਹਨਾਂ ਨੇ ਖੋਲਣਾ ਵਾ, ਠੀਕ ਹੈ ਜੀ? ਮਲਕੀਤ ਮਿਊਟ ਉੱਪਰ ਕਰ ਲਓ। ਹਾਂਜੀ ਸਰ। ਓਕੇ ਜੀ, ਓਕੇ। ਗੁਰਜੀਤ, ਹਾਂਜੀ ਗੁਰਜੀਤ ਨੂੰ ਕੀ ਲੱਗ ਰਿਹਾ ਜੀ? ਹਰਸ਼, ਨੇਹਾ, ਰਜਿੰਦਰ, ਰਜਿੰਦਰ ਤੁਹਾਨੂੰ ਕੀ ਲੱਗ ਰਿਹਾ ਸੀ ਜੀ? ਓਕੇ ਜੀ, ਮਿਊਟ ਉੱਪਰੋਂ ਖੋਲੋ ਜੀ। ਹੁਣ ਜਿੰਦਾ ਨਾਮ ਲਿਆ ਮੈਂ, ਰਜਿੰਦਰ। ਹੈਲੋ। ਹਾਂਜੀ ਰਜਿੰਦਰ, ਕੀ ਲੱਗਦਾ? ਹਾਂਜੀ ਸਰ ਮੈਨੂੰ ਕੁਐਸਚਨ ਦਿਖਾਣਾ ਜਰਾ। ਯੈਸ ਸਰ। ਹਾਂਜੀ, ਇਟ ਕੈਨ ਟੇਕ ਅ ਡੈਕੇਡ। ਇੱਕ ਡੈਕੇਡ ਲੱਗ ਸਕਦੀ ਹੈ ਜੇ ਕਹਿੰਦੇ ਸਿੰਗਲ ਜੀਓਥਰਮਲ ਪਾਵਰ ਸਟੇਸ਼ਨ ਬਣਾਉਣਾ ਤਾਂ। ਉਹ ਕਹਿੰਦੇ ਜੀ ਇਹ ਚੀਜ਼ ਨੂੰ ਅਚੀਵ ਕਰਨ ਦੇ ਲਈ ਕਾਫੀ ਸਰਵੇ ਕੀਤੇ ਜਾਂਦੇ ਆ, ਡ੍ਰਿਲਿੰਗ ਕੀਤੀ ਜਾਂਦੀ ਆ, ਟਾਈਮ ਵੀ ਚਾਹੀਦਾ ਵਾ। ਕਹਿੰਦਾ ਜੀ ਇਟ ਇਜ਼ ਨਾਟ ਅਨਕੋਮਨ ਫॉर ਅ ਪ੍ਰੋਜੈਕਟ ਟੂ ਇਨਕੰਪਾਸ 10 years from its planning stage to start of ਸਰ ਇਹਦੇ operation। ਵਿੱਚ ਸਟਾਰਟ ਕਰਨ ਦੀ ਗੱਲ ਕੀਤੀ ਗਈ, ਸਟੇਜ ਟੂ ਸਟਾਰਟ ਆਪਰੇਸ਼ਨ। ਉਹ ਚ ਡਿਵੈਲਪ ਕਰਨ ਦੀ ਗੱਲ ਕੀਤੀ ਗਈ। ਅਗਰ ਡਿਵੈਲਪ ਅਲੱਗ ਹੋਵੇ ਤਾਂ ਇਹ ਫਾਲਸ ਆ।
ਓਕੇ ਜੀ, ਚਲੋ ਧਿਆਨ ਨਾਲ ਦੇਖੋ ਜੀ, ਸਾਰਿਆਂ ਨੇ ਮਿਊਟ ਤੇ ਲਾ ਲਓ। ਹੁਣ ਮੈਂ ਸਮਝਾਉਣ ਲੱਗਾ ਨਾ, ਹੁਣ ਸਾਰਿਆਂ ਨੇ ਮਿਊਟ ਤੇ ਲਾ ਲਓ ਜੀ। ਇਹ ਰਿਕਾਰਡਿੰਗ ਨਾ ਬਾਅਦ ਚੋਂ ਸਟੂਡੈਂਟਸ ਨੇ ਦੇਖਣੀ ਹੁੰਦੀ ਹੈ ਜੀ, ਤਾਂ ਕਰਕੇ ਇਹਦੇ ਵਿੱਚ ਜਾਣੀ ਕਿ ਵੈਸੇ ਤੁਸੀਂ ਸਾਰਿਆਂ ਨੇ ਮਿਊਟ ਲਾ ਲਿਆ ਕਰੋ, ਕਿਉਂਕਿ ਬਾਅਦ ਚੋਂ ਸ਼ੋਰ ਹੋਊਗਾ। ਠੀਕ ਹੈ, ਤਾਂ ਦੱਸਦਾ। ਓਕੇ ਜੀ, ਇੱਥੇ ਮੈਂ ਤੁਹਾਨੂੰ ਇੱਕ ਸਟ੍ਰੈਟਜੀ ਦੱਸਦਾ ਜੀ। ਆਪਣੇ ਮੈਥ ਦੇ ਵਿੱਚ ਏਦਾਂ ਦੇ ਫਾਰਮੂਲੇ ਹੁੰਦੇ ਸੀ, ਯਾਨੀ ਕਿ ਯੈਸ ਔਰ ਨੋ ਜੀ, ਏਦਾਂ ਦੇ ਹੁੰਦੇ ਸੀ ਫਾਰਮੂਲੇ ਆਪਣੇ। ਸਾਈਨ ਥੀਟਾ ਕੋਸ ਥੀਟਾ ਇਜ਼ ਇਕੁਅਲ ਟੂ 1, ਏਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਜੀ ਆਪਣੇ, ਹਾਂਜੀ ਠੀਕ ਹੈ ਨਾ। ਟੈਨ ਥੀਟਾ ਸਾਈਨ ਥੀਟਾ, ਬੜੀਆਂ ਔਖੀਆਂ ਚੀਜ਼ਾਂ ਹੁੰਦੀਆਂ ਸੀ। ਇੰਗਲਿਸ਼ ਦੇ ਵਿੱਚ ਵੀ ਫਾਰਮੂਲੇ ਜੀ ਏਦਾਂ ਦੇ। ਅੱਜ ਤੁਹਾਨੂੰ ਮੈਂ ਨੋਟ ਕਰਵਾਉਣਾ ਇੱਕ ਫਾਰਮੂਲਾ ਜੀ, ਫਾਰਮੂਲਾ ਨੋਟ ਕਰਿਓ ਜੀ। ਫਾਰਮੂਲਾ ਕੀ ਹੈ ਜੀ? ਫਾਰਮੂਲੇ ਦਾ ਨਾਮ ਹੈਗਾ ਜੀ ਨੈਗੇਟਿਵ plus negative word is equal to positive. negative plus Negative word is equal to positive. English ਦਾ formula ਜੀ ਇੱਕ negative, plus ਇੱਥੇ ਮੈਂ ਲਿਖਣ ਲੱਗਾ ਹਾਂਜੀ ਆਹ ਵਾਲੀ ਚੀਜ਼ ਪਲੱਸ ਇਹਨਾਂ ਦੋਨਾਂ ਨੂੰ ਜਦੋਂ ਮੈਂ ਕਹਿ ਦਵਾਂ ਤੇ ਨੈਗੇਟਿਵ ਵਰਡ, ਇੱਥੇ ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿੰਦਾ ਹੁਣ। ਨੈਗੇਟਿਵ ਕਿਹਨੂੰ ਕਹਿ ਰਿਹਾ ਜੀ? ਨੈਗੇਟਿਵ ਇੰਗਲਿਸ਼ ਦੇ ਵਿੱਚ ਮੈਂ ਕਹਿ ਰਿਹਾ, ਮੈਂ ਰੱਖਤਾ ਮੂਰੇ ਨੋਟ, ਨੋਟ ਤੋਂ ਬਾਅਦ ਚੋਂ ਮੈਂ ਇੱਕ ਪਲੱਸ ਦਾ ਸਾਈਨ ਪਾਤਾ, ਤੇ ਨਾਲ ਹੀ ਇੱਕ ਮੈਂ ਇਹਦਾ ਇੱਕ ਨੈਗੇਟਿਵ ਵਰਡ ਰੱਖਣਾ। ਨੈਗੇਟਿਵ ਵਰਡ ਕਿਹੜਾ? ਡਿਸਲਾਈਕ। ਇਹ ਇੱਕ ਨੈਗੇਟਿਵ ਵਰਡ ਆ ਖੁਦ ਵਿੱਚ, ਤੇ ਇਹ ਦੋਨੇ ਮਿਲ ਕੇ ਕੀ ਬਣ ਜਾਂਦੇ ਆ ਜੀ? ਇਹ ਇੱਕ ਮਿਲ ਕੇ ਬਣਾ ਦਿੰਦੇ ਆ ਪੋਜ਼ਿਟਿਵ ਵਰਡ। ਕਿਉਂਕਿ ਯੈਸ ਔਰ ਨੋ ਜੀ, ਆ ਦੋ ਨਾਲ ਦੋ ਕੱਟੇ ਜਾਂਦੇ ਹੁੰਦੇ ਸੀਗੇ, ਇੱਕ ਆਨਸਰ ਆ ਜਾਂਦਾ ਹੁੰਦਾ ਸੀ, ਏਦਾਂ ਹੀ ਹੁੰਦਾ ਸੀ ਜੀ। ਇੰਗਲਿਸ਼ ਕੀ ਕਰਦੀ ਹੈ? ਇੰਗਲਿਸ਼ ਕੋਲ ਵੀ ਫਾਰਮੂਲਾ ਆ, ਕਹਿੰਦੇ ਜੀ ਨੋਟ ਦੇ ਨਾਲ ਮੂਹਰਲਾ ਡਿਸ ਕੱਟਿਆ ਜਾਊਗਾ, ਲਾਈਕ ਬਚ ਜਾਊਗਾ, ਉਹ ਤੁਹਾਡਾ ਆਨਸਰ ਹੈ। okay ਸੈਂਟੈਂਸ ਲਿਖਦਾ ਮੈਂ, ਆਈ, ਤੁਸੀਂ ਮੈਨੂੰ ਖੁਦ ਦੱਸਣਾ ਨਾ ਮਤਲਬ ਕੀ ਨਿਕਲਿਆ। ਆਈ ਡੂ ਨੋਟ ਡਿਸਲਾਈਕ ਮਿਊਜ਼ਿਕ, ਮਤਲਬ ਕੀ ਨਿਕਲਿਆ ਇਹਦਾ? dislike ਆਈ ਡੂ ਨੋਟ ਡਿਸਲਾਈਕ ਮਿਊਜ਼ਿਕ, ਇਹਦਾ ਮਤਲਬ ਕੀ ਨਿਕਲਿਆ? ਮੈਂ ਮਿਊਜ਼ਿਕ ਨੂੰ ਡਿਸਲਾਈਕ ਕਰਦਾ, positive ਲੱਗ ਰਿਹਾ ਸੀ। ਕਿਹਨੂੰ ਕਰਤਾ ਜੀ? ਦੱਸ ਨੋਟ ਨਾਲ ਕਿਹਨੂੰ ਕਰਤਾ? This ਨੂੰ। ਨੂੰ। ਤੇ ਇਹੀ ਫਾਰਮੂਲਾ ਆ ਨਹੀਂ ਦਿਖ ਰਿਹਾ ਤੁਹਾਨੂੰ? ਨੋਟ ਨਾਲ ਕਿਹਨੂੰ ਕਰਤਾ? this ਨੂੰ। ਅਨ ਨੂੰ, ਮੂਰਲੇ ਨੂੰ। ਹਾਂਜੀ ਠੀਕ ਹੈ ਜੀ, ਤਾਂ ਤੁਹਾਡੇ ਆ ਦੇਖੋ ਆ ਕੀ ਬਚ ਗਿਆ, ਹੁਣ ਇਹਨੂੰ ਕੱਟ ਦੋ, ਪਿੱਛੇ ਸੈਂਟੈਂਸ ਕੀ ਬਚ ਗਿਆ? ਇਟ ਇਜ਼ ਕਾਮਨ। ਸਮਝ ਲੱਗ ਗਈ ਜੀ? ਫਾਰਮੂਲਾ ਨੋਟ ਕਰ ਲਓ ਜੀ ਇਹਨੂੰ, ਇੰਗਲਿਸ਼ ਦਾ ਫਾਰਮੂਲਾ। ਨੋਟ ਨਾਲ ਅਨ ਨੂੰ ਕੱਟਤਾ ਮੈਂ। ਹੁਣ ਪੜੋ ਜੀ ਇਹਨੂੰ, ਹੁਣ ਦੇਖਿਓ, ਮੈਂ ਪੜਦਾ ਵਾਂ, ਤੁਸੀਂ ਬਸ ਸੁਣਨਾ। ਹੁਣ ਤੁਹਾਡਾ ਸਾਰਿਆਂ ਦਾ ਆਨਸਰ ਗਲਤ ਸੀਗਾ ਜੀ, ਧਿਆਨ ਨਾਲ ਦੇਖੋ। ਕੀ ਕਹਿੰਦੇ ਜੀ? ਇਟ ਕੈਨ ਟੇਕ ਅ ਡੈਕਡ, ਇਹਦਾ ਨੂੰ ਮੈਂ ਸਿੰਪਲੀਫਾਈ ਕਰ ਲੈਣਾ 10 ਸਾਲ ਜੀ। ਕਹਿੰਦੇ ਜੀ 10 ਸਾਲ ਲੱਗ ਸਕਦੇ ਆ ਜੇ ਆਪਾਂ ਡਿਵੈਲਪ ਕਰਨਾ ਹੋਵੇ ਇੱਕ ਸਿੰਗਲ ਜੀਓਥਰਮਲ ਪਾਵਰ ਸਟੇਸ਼ਨ। ਠੀਕ ਹੈ ਜੀ, ਮੈਨੂੰ ਲੱਗ ਗਿਆ ਪਤਾ, ਹੁਣ ਮੈਂ ਪੈਸੇ ਚੱਲਿਆ। ਕਹਿੰਦੇ ਜੀ ਜੇ ਇਹ ਚੀਜ਼ ਨੂੰ ਅਚੀਵ ਕਰਨਾ ਤਾਂ ਆਪਾਂ ਨੂੰ ਕਾਫੀ ਸਰਵੇ ਕਰਨੇ ਪੈਂਦੇ ਆ, ਓਕੇ ਜੀ, ਕਾਫੀ ਡ੍ਰਿਲਿੰਗ ਕਰਨੀ ਪੈਂਦੀ ਆ, ਓਕੇ, ਟਾਈਮ ਵੀ ਚਾਹੀਦਾ ਵਾ, ਬਟ ਮੈਂ ਹੁਣ ਇੱਥੇ ਵੈਰੀਫਾਈ ਕਰਨਾ ਵੀ ਕੀ 10 ਸਾਲ ਦਾ ਟਾਈਮ ਚਾਹੀਦਾ ਉਹਨਾਂ ਨੂੰ। ਕਹਿੰਦੇ ਜੀ ਇਟ ਇਜ਼ ਕਾਮਨ, ਕਹਿੰਦੇ ਜੀ ਇੱਕ ਕਾਮਨ ਦੀ, ਇਹ ਇੱਕ ਕਾਮਨ ਜੀ ਗੱਲ ਆ ਕਿ ਜਿਹੜਾ ਇੱਕ ਪ੍ਰੋਜੈਕਟ ਆ, ਪ੍ਰੋਜੈਕਟ ਕਿਹਨੂੰ ਕਹਿ ਰਿਹਾ? ਇਹਨੂੰ ਜੀ। ਕਹਿੰਦੇ ਜੀ ਇੱਕ ਕਾਮਨ ਜੀ ਗੱਲ ਆ ਕਿ ਇੱਕ ਪ੍ਰੋਜੈਕਟ ਨੂੰ ਇਨ ਕੰਪਾਸ ਟੇਕ ਕਰਦਾ ਜੀ 10 ਸਾਲ। ਕਿੱਥੋਂ ਲੈ ਕੇ ਜੀ? ਇਹਦੀ ਪਲੈਨਿੰਗ ਤੋਂ ਲੈ ਕੇ ਇਹਦੇ ਸਟਾਰਟ ਟੂ ਆਪਰੇਸ਼ਨ ਦਾ ਮਤਲਬ ਜਿੱਦੇ ਇਹ ਪੂਰਾ ਬਣ ਕੇ ਤਿਆਰ ਹੋ ਗਿਆ, ਜਿੱਦੇ ਤੋਂ ਕੰਮ ਆਪਾਂ ਹੁਣ ਲੈਣ ਲੱਗੇ। ਕਹਿੰਦੇ ਜੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਹੋਣ ਦੇ ਲਈ ਕਹਿੰਦੇ ਜੀ ਇਹਦੇ ਤੇ ਸਰਵੇ ਕਰਨੇ ਪੈਂਦੇ ਆ, ਕਾਫੀ ਜ਼ਿਆਦਾ ਜਾਨੀ ਕਿ ਡ੍ਰਿਲਿੰਗ ਕਰਨੀ ਪੈਂਦੀ ਆ, ਤੇ ਕਹਿੰਦੇ ਕਾਮਨ ਜੀ ਗੱਲ ਆ ਕਿ 10 ਕੁ ਸਾਲ ਤਾਂ ਲੱਗ ਜਾਂਦੇ ਆ। ਕੁਐਸਚਨ ਨੇ ਕੀ ਕਿਹਾ ਸੀ ਜੀ? ਕਹਿੰਦੇ ਜੀ ਇੱਕ ਡੈਕੇਡ ਲੱਗਦੀ ਹੈ ਜੇ ਇਹਨੂੰ ਤਿਆਰ ਕਰਨਾ ਹੋਵੇ। ਮਤਲਬ ਕੀ? ਕਹਿੰਦੇ ਜੀ 10 ਸਾਲ ਲੱਗ ਸਕਦੇ ਇਹਨੂੰ ਤਿਆਰ ਕਰਨਾ ਹੋਵੇ। ਮੈਨੂੰ ਤਾਂ 100% ਯੈਸ ਲੱਗ ਰਿਹਾ। ਹੁਣ ਦੱਸੋ ਜੀ। ਹਾਂਜੀ ਸਰ ਹਾਂਜੀ ਸਰ ਮੈਂ ਟਰੂ ਕਿਹਾ ਸੀ। ਸਰ ਮੈਂ ਟਰੂ ਕਿਹਾ ਸੀਗਾ ਕਿਉਂਕਿ ਉਹਨਾਂ ਨੇ ਲਿਖਿਆ ਸੀਗਾ ਅਨਕਾਮਨ। ਅਨਕਾਮਨ ਦਾ ਮੀਨਸ ਤਾਂ ਉਹੀ ਹੋ ਗਿਆ ਨਾ, ਉਹ ਕਹਿ ਰਹੇ ਸੀਗੇ ਕਿ ਇਹ ਕਾਮਨ ਆ, ਹਨਾ। 10 ਮੈਂ ਤੁਹਾਨੂੰ ਡਿਕੇਡਸ ਫਾਰਮੂਲਾ ਦਾ ਤਾਂ ਹੀ ਦੱਸਿਆ ਹੈਗਾ ਨਾ ਆ। ਸਾਰਿਆਂ ਨੂੰ, ਨੋਟ ਨਾਲ ਹਾਂਜੀ ਕਿਹਨੂੰ ਕਰਤਾ ਜੀ? ਅਨ ਨੂੰ। ਹਾਂਜੀ ਇਹ ਹਾਂਜੀ ਆਪਦੀ ਚੀਜ਼ ਯੂਜ਼ ਕਰਿਆ ਕਰੋ, ਟੂ ਲਾਈਫ ਬਹੁਤ ਵਧੀਆ ਜੀ। ਠੀਕ ਹੈ ਜੀ, ਹਾਂਜੀ ਓਕੇ। ਉਹ ਦੱਸੋ ਕੀ ਕਰਦੇ ਆ ਬੱਚਾ, ਤੁਹਾਨੂੰ ਪਤਾ? ਦੇਖੋ ਜਿਹੜੀ ਰੀਡਿੰਗ ਆ ਨਾ, ਉਹਨੂੰ ਇੱਕ ਤਰ੍ਹਾਂ ਸਾਈਡ ਤੇ ਤੇਰਾ ਹੋਟਲ ਆ ਬੜਾ ਇੱਕ ਚੀਜ਼ ਦੱਸਦਾ, ਸਾਰਿਆਂ ਨੇ ਮਿਊਟ ਉੱਪਰ ਲਾ ਲਓ ਜੀ। ਇੱਕ ਚੀਜ਼ ਦੱਸਣ ਲੱਗਾ ਮੈਂ ਤੁਹਾਨੂੰ, ਆਹ ਦੇਖਿਓ ਜੀ। ਦੇਖੋ ਸਮ ਟਾਈਮ ਉਹ ਕੀ ਕਰ ਜਾਂਦੇ ਆ, ਉਹ ਮਜ਼ਾਕ ਹੀ ਕਰ ਜਾਂਦੇ ਇੱਕ ਹਿਸਾਬ ਦਾ ਸਮ ਟਾਈਮ। ਆਹ ਦੇਖਿਓ, ਤੁਹਾਨੂੰ ਦੱਸੋ ਕੀ ਕਹਿੰਦੇ? ਆਹ ਕੁਐਸਚਨ ਤੇ ਹੀ ਬੱਚੇ ਘੁੰਮ ਜਾਂਦੇ ਆ ਸਾਰੇ।
ਹਾਲਾਂਕਿ ਕੁਐਸਚਨ ਕੀ ਹੈ ਤੁਹਾਨੂੰ ਖੁਦ ਨਹੀਂ ਪਤਾ ਲੱਗ ਆ ਹੁਣੀ ਵਾਲਾ ਕੁਐਸਚਨ ਹੀ ਤੁਹਾਨੂੰ ਕੁਐਸਚਨ ਦੇ ਵਿੱਚ ਪਾਇਆ ਉਹਨਾਂ ਨੇ ਜੌਨ did not ਸੌਰੀ ਜੀ ਇਹਨਾਂ ਨੇ ਤੁਹਾਨੂੰ ਕਿਹਾ ਹਾਂਜੀ ਕੁਐਸਚਨ ਹੈ ਜੀ ਤੁਹਾਡਾ ਜੌਨ liked to visit his friend's house ਹਾਂਜੀ ਕਹਿੰਦੇ ਜੌਨ ਲਾਈਕ ਕਰਦਾ ਹੁੰਦਾ ਸੀਗਾ ਠੀਕ ਹੈ ਜੀ ਆਪਣੇ ਫਰੈਂਡ ਦੇ ਘਰੇ ਜਾਣਾ ਤੁਹਾਨੂੰ ਪਹਿਰਾ ਕੀ ਪਾਇਆ ਪਿਆ ਜੀ ਉਹਨਾਂ ਪਹਿਰੇ ਵਿੱਚ ਆਹੀ ਜਿਹੜੀ ਹੁਣੀ ਗੱਲ ਕਰਕੇ ਹਟੇ ਜੀ ਜੌਨ did not dislike to go to his friend's house ਤੇ ਬੱਚਾ ਇੱਥੇ ਵੈਸੇ ਘੁੰਮ ਜਾਂਦਾ ਕਿ ਜੀ ਉਧਰ ਤਾਂ ਲਾਈਕ ਲਿਖਿਆ ਫਿਰ ਇੱਥੇ ਡਿਸਲਾਈਕ ਲਿਖਿਆ ਪਿਆ ਸੀ ਮੈਂ ਉਹਨੂੰ ਫਾਲਸ ਲਾਤਾ ਹੁਣੀ ਤਾਂ ਸਟ੍ਰੈਟਜੀ ਦੱਸੀ ਆ ਨੋਟ ਨਾਲ ਡਿਸ ਕੱਟਿਆ ਨਾ ਪਿੱਛੇ ਕੀ ਰਹਿ ਗਿਆ ਜੀ ਜੌਨ ਲਾਈਕ ਟੂ ਗੋ ਟੂ ਹਿਜ਼ ਫਰੈਂਡਸ ਹਾਊਸ ਸਿੱਧਾ ਯੈਸ ਬਣ ਗਿਆ ਜੀ ਬਣਿਆ ਤਾਂ ਨਹੀਂ ਲੱਗ ਗਿਆ ਪਤਾ ਜੀ ਇਹ ਚੀਜ਼ ਦਾ ਧਿਆਨ ਰੱਖਣਾ ਵਾ ਵੋਕੈਬ ਕਿਵੇਂ ਘੁਮਾ ਕੇ ਪਾਉਂਦੇ ਆ ਇਹ ਚੀਜ਼ ਆਪਣੇ ਮਾਈਂਡ 'ਚ ਰੱਖਣੀ ਹੈ ਜੀ ਅੱਗੇ ਨੈਕਸਟ ਮੂਵ ਕਰਦੇ ਆ ਜੀ ਤੁਹਾਡੇ ਸਾਹਮਣੇ ਜੀ ਮਿਊਟ ਉੱਪਰ ਲਾ ਲਿਓ ਸਾਰੇ ਜਾਣੇ ਤੇ ਇਹਨੂੰ ਪੜਿਓ ਜੀ ਇੱਕ ਵਾਰੀ ਸਾਰੇ ਜਾਣੇ ਫਿਰ ਮੈਨੂੰ ਦੱਸੋ ਇਹ ਵੀ ਇੱਕ ਸਮਾਰਟ ਜਿਹਾ ਵਾ ਧਿਆਨ ਨਾਲ ਦੇਖਿਓ ਜੀ ਸਮਾਰਟ ਜਿਹਾ ਕੁਐਸਚਨ ਹੈ ਜੀ ਇੱਕ ਧਿਆਨ ਨਾਲ ਸਾਰਿਆਂ ਨੇ ਆਈ ਹੋਪ ਕਿ ਤੁਸੀਂ ਕਿਸੇ ਨੇ ਨਹੀਂ ਗਲਤ ਕਰਨਾ ਕਹਿੰਦੇ ਜੀ ਮੈਨੀ ਪੀਪਲ ਜਿਹੜੇ ਹੈਗੇ ਆ ਵਰ ਵੈਰੀ ਇੰਪ੍ਰੈਸਡ ਹੋਏ ਸੀ ਕਹਿੰਦੇ ਜੀ ਕਾਫੀ ਲੋਕ ਜਿਹੜੇ ਸੀਗੇ ਉਹ ਇੰਪ੍ਰੈਸਡ ਹੋਏ ਸੀਗੇ ਸਵਿੰਗਲ ਦੀ ਡਿਸਕਵਰੀ ਦੇ ਦੁਆਰਾ ਤੇ ਤੁਸੀਂ ਜੀ ਹੁਣ ਇੱਧਰ ਜਾ ਕੇ ਦੇਖਣਾ ਕਿ ਇਹ ਕੀ ਕਹਿਣਾ ਚਾਹੁੰਦੇ ਆ ਸਵਿੰਗਲ ਵਾਸ ਜਸਟ ਐਜ਼ ਇੰਪ੍ਰੈਸਡ yet despite his reports many western biologists were skeptical in the west the idea of using one insect to destroy another was new and highly controversial time ਲੈ ਲਓ ਭਾਵੇਂ ਜੀ ਪਰ ਇਹਦਾ ਆਨਸਰ ਸਹੀ ਕਰਨਾ ਹੈ ਅੱਜ ਸੈਟਰਡੇ ਆ ਤਾਂ ਕਰਕੇ ਐਕਸਰਸਾਈਜ਼ ਕਰਵਾ ਰਿਹਾ ਮੈਂ ਤੁਹਾਡੇ ਕੀ ਲੱਗਦਾ ਜੀ true. ਪੜ੍ਹ ਲਓ ਇੱਕ ਵਾਰੀ ਫੇਰ ਦੁਬਾਰਾ ਸਾਰੇ ਆ false ਲੱਗ ਰਿਹਾ ਸਰ ਫਾਲਸ ਲੱਗ ਰਿਹਾ ਭਾਈ ਨਾਟ ਗਿਵਨ ਸਰ not given ਹਾਂਜੀ ਜੀ ਧਿਆਨ ਨਾਲ ਦੇਖਿਓ ਜੀ ਪੜ੍ਹਦੇ ਹਾਂ not given ਆਨਸਰ ਪਹਿਲਾਂ ਦੱਸ ਦਵਾਂ ਕਿ ਪਹਿਲਾਂ ਸਮਝਾਵਾਂ ਆਨਸਰ ਦੱਸ ਸਰ ਪਹਿਲਾਂ Answer ਹੈਗਾ ਸਮਝਾਓ ਜੀ ਇਹਦਾ ਆਨਸਰ ਇਹਦਾ ਹੈਗਾ ਜੀ false ਹੁਣ ਕਿਵੇਂ ਧਿਆਨ ਨਾਲ ਦੇਖਿਓ ਜੀ ਹਾਂਜੀ ਇਹਨੇ ਗਲਤ ਕਾਹਤੋਂ ਕਰੀ ਨਾਲ ਟੀਵੀ ਟੂ ਵੀ ਤਾਂ ਨਹੀਂ ਦੇਖੀ ਜਾਂਦੇ ਨਹੀਂ ਸਰ ਕਲਾਸ 'ਚ ਹੀ ਹੈ ਨਾ ਸਾਰੇ ਜਣੇ ਸਰ ਐਕਸਾਈਟਡ ਆ ਸਾਰੇ ਦੇਖ ਲਓ ਜੀ ਕਿ ਨਵੇਂ ਸਾਲ ਦੀ ਖੁਸ਼ੀ 'ਚ ਗਲਤ ਕਰੀ ਜਾਂਦੇ ਹੋ ਅੱਜ ਨਵੇਂ ਸਾਲ ਤੇ ਗਲਤ ਨਾ ਹਾਂਜੀ ਪੂਰਾ ਨਹੀਂ ਅੱਜ ਮੇਰੇ ਸਟੂਡੈਂਟ ਦੱਸੋ ਮੈਨੂੰ ਕੀ ਕਹਿੰਦੇ ਸੈਂਟਰ ਵਾਲੇ ਕਹਿੰਦੇ ਸਰ ਅਸੀਂ ਮੌਕ ਟੈਸਟ ਨਹੀਂ ਦੇਣਾ ਮੈਂ ਕਿਹਾ ਵੀ ਕਿਉਂ ਕਾਤੋਂ ਕਹਿੰਦੇ ਜੀ ਅੱਜ ਨਵਾਂ ਸਾਲ ਆ ਜੇ ਬਾਈ ਚਾਂਸ ਸਾਡੇ ਮੌਕ ਟੈਸਟ ਚੋਂ ਬੈਂਡ ਘੱਟ ਆ ਗਏ ਤੇ ਸਾਰਾ ਸਾਲ ਘੱਟ ਹੀ ਹੁੰਦੇ ਰਹਿਣਗੇ ਮੈਂ ਉਹਨਾਂ ਨੂੰ ਕਿਹਾ ਵੀ ਅੱਛਾ ਤੁਹਾਡੇ ਕਹਿਣ ਦਾ ਮਤਲਬ ਵੀ ਤੁਸੀਂ ਇੱਕ ਸਾਲ ਕਿਤੇ ਨਹੀਂ ਜਾਣਾ ਹੈ ਬਾਅਦ ਚੋਂ ਕਹਿੰਦੇ ਉਹ ਸੱਚ ਸੌਰੀ ਆ ਤਾਂ ਸੋਚਿਆ ਹੀ ਨਹੀਂ ਅਸੀਂ ਹਾਂਜੀ ਤਾਂ ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਕਹਿੰਦੇ ਜੀ ਜ਼ਿਆਦਾ ਲੋਕ ਜਿਹੜੇ ਸੀਗੇ ਉਹ ਇੰਪ੍ਰੈਸਡ ਹੋਏ ਸੀਗੇ ਕਿਹਦੇ ਦੁਆਰਾ ਸਵਿੰਗਲ ਦੀ ਡਿਸਕਵਰੀ ਦੇ ਦੁਆਰਾ ਯਾਨੀ ਕਿ ਸਵਿੰਗਲ ਨੇ ਕੋਈ ਡਿਸਕਵਰੀ ਕੀਤੀ ਸੀਗੀ ਹੁਣ ਧਿਆਨ ਨਾਲ ਦੇਖਿਓ ਜੀ ਕਹਿੰਦੇ ਜੀ ਸਵਿੰਗਲ ਵਾਸ ਜਸਟ ਐਜ਼ ਇੰਪ੍ਰੈਸਡ ਕਹਿੰਦੇ ਯਾਨੀ ਕਿ ਜੋ ਸਵਿੰਗਲ ਸਿਰਫ ਇੰਪ੍ਰੈਸਡ ਹੋਇਆ ਸੀਗਾ ਪਰ ਮੈਂ ਹਜੇ ਤੱਕ ਸਵਿੰਗਲ ਤੋਂ ਨਹੀਂ ਕੁਝ ਲੈਣਾ ਦੇਣਾ ਮੈਂ ਤਾਂ ਜੇ ਇਹ ਵੈਰੀਫਾਈ ਗਾਂ ਜਾ ਕੇ ਕਰਨਾ ਵੀ ਲੋਕਾਂ ਦੀ ਫੀਲਿੰਗ ਕੀ ਸੀ ਪਹਿਲੀ ਲਾਈਨ ਮੈਨੂੰ ਸਵਿੰਗਲ ਦੀ ਫੀਲਿੰਗ ਦੱਸ ਰਹੀ ਆ ਤੇ ਕੁਐਸਚਨ ਦੇ ਵਿੱਚ ਕੀ ਕਿਹਾ ਕੁਐਸਚਨ ਕਹਿ ਰਿਹਾ ਵੀ ਲੋਕਾਂ ਦੀ ਫੀਲਿੰਗ ਮੈਨੂੰ ਸਵਿੰਗਲ ਤੋਂ ਨਹੀਂ ਕੁਝ ਲੈਣਾ ਦੇਣਾ ਇੱਥੇ ਹੁਣ ਇੱਕ ਗੱਲ ਇੱਥੇ ਧਿਆਨ 'ਚ ਰੱਖਣੀ ਆ ਆਪਾਂ ਆਹ ਚੀਜ਼ ਦੇਖਣ ਚੱਲੇ ਆ ਕਿ ਇੰਪ੍ਰੈਸ ਹੋਇਆ ਕੌਣ ਸੀਗਾ ਜੀ ਲੋਕ ਆਪਾਂ ਲੋਕਾਂ ਦੀ ਫੀਲਿੰਗ ਦੇਖਣ ਚੱਲੇ ਆ
ਪਹਿਲੀ ਲਾਈਨ ਕੀ ਕਹਿੰਦੀ ਹੈ ਜੀ, ਸਵਿੰਗਲ ਇੰਪ੍ਰੈਸ ਹੋਇਆ ਸੀ। ਚਲੋ ਠੀਕ ਆ, ਪਰ ਆਪਾਂ ਹਾਲੇ ਤੋਂ ਗਾਂ ਪੜ੍ਹਨਾ, ਕਿਉਂਕਿ ਆਪਾਂ ਲੋਕਾਂ ਬਾਰੇ ਪਤਾ ਕਰਨਾ ਹੈ ਇੱਧਰ। ਕਹਿੰਦੇ ਸਵਿੰਗਲ ਸਿਰਫ ਇੰਪ੍ਰੈਸ ਹੋਇਆ ਸੀਗਾ, ਯੈਟ ਫਿਰ ਵੀ ਜੀ ਕਹਿੰਦੇ ਡਿਸਪਾਈਟ ਹਿਜ਼ ਰਿਪੋਰਟਸ, ਉਹਦੀਆਂ ਰਿਪੋਰਟਸ ਦੇ ਬਾਵਜੂਦ ਬਹੁਤ ਜ਼ਿਆਦਾ ਜਿਹੜੇ ਯਾਨੀ ਕਿ ਵੈਸਟਰਨ ਜੋ ਯਾਨੀ ਕਿ ਬਾਇਓਲੋਜਿਸਟ ਸੀਗੇ ਉਹ ਸਸੈਪਟੀਕਲ ਸੀ, ਉਹਨਾਂ ਨੂੰ ਸ਼ੱਕ ਸੀਗਾ ਜੀ। ਉਹ ਕਹਿੰਦੇ ਤੇ ਵੈਸਟ ਦੇ ਵਿੱਚ ਉਹ ਕਹਿੰਦੇ ਆਈਡੀਆ ਇਹ ਜਿਹੜਾ ਸੀਗਾ ਕਿ ਯੂਜ਼ਿੰਗ ਵਨ ਇਨਸੈਕਟ ਆਈਡੀਆ, ਇਹ ਸਵਿੰਗਲ ਦੇ ਆਈਡੀਆ ਦੀ ਗੱਲ ਕਰੀ ਜਾਂਦੇ ਆ ਕਿ ਆਈਡੀਆ ਜਿਹੜਾ ਇਹ ਸੀਗਾ ਜੀ ਕਿ ਵਨ ਇਨਸੈਕਟ ਨੂੰ ਡਿਸਟਰੋਏ ਕਰਦੀ ਕੋਈ ਇੱਕ ਹੋਰ, ਇਹ ਇੱਕ ਤਾਂ ਆਈਡੀਆ ਨਵਾਂ ਸੀਗਾ ਜੀ ਇਹ, ਤੇ ਇਹ ਹਾਈਲੀ ਕੰਟਰੋਵਰਸੀਅਲ ਸੀਗਾ ਜੀ। ਇਹ ਇੰਪ੍ਰੈਸ ਦਾ ਮਤਲਬ ਕੀ ਹੁੰਦਾ? ਇੰਪ੍ਰੈਸ ਇੱਕ ਪੋਜ਼ਿਟਿਵ ਵਰਡ ਆ, ਯੈਸ ਔਰ ਨੋ? ਯੈਸ ਸਰ। ਇੰਪ੍ਰੈਸ ਆਪਾਂ ਜਦੋਂ ਕਿਸੇ ਤੋਂ ਹੁੰਨੇ ਆ, ਆਪਾਂ ਉਹ ਤੋਂ ਜਾਨੀ ਕਿ ਪ੍ਰਭਾਵਿਤ ਨਹੀਂ ਹੁੰਦੇ। ਇੰਪ੍ਰੈਸ ਉਹ ਕਹਿੰਦੇ ਜੀ, ਹੁਣ ਪਹਿਲੀ ਲਾਈਨ ਦੇਖੋ, ਤੁਹਾਡਾ ਕੁਐਸਚਨ ਕਹਿੰਦਾ ਜੀ ਕਿਹੜੇ ਲੋਕ ਸੀਗੇ ਉਹ ਸਵਿੰਗਲ ਦੀ ਡਿਸਕਵਰੀ ਤੋਂ ਕੀ ਹੋਏ ਸੀ? ਇੰਪ੍ਰੈਸ ਹੋਏ ਸੀ। ਪਹਿਲੀ ਲਾਈਨ ਕੀ ਕਹਿੰਦੀ? ਸਵਿੰਗਲ ਸਿਰਫ ਇੰਪ੍ਰੈਸ ਹੋਇਆ ਸੀ, ਬਾਕੀ ਜਿਹੜੇ ਬਾਇਓਲੋਜਿਸਟ ਸੀਗੇ ਜੀ ਉਹਨਾਂ ਨੂੰ ਸ਼ੱਕ ਸੀਗਾ, ਤੇ ਵੈਸਟ ਵਾਲੇ ਪਾਸੇ ਵੀ ਜਿਹੜਾ ਉਹਦਾ ਆਈਡੀਆ ਸੀਗਾ ਉਹ ਨਿਊ ਸੀਗਾ, ਤੇ ਜੀ ਉੱਤੇ ਕੰਟਰੋਵਰਸੀਅਲ ਲੋਕਾਂ ਨੇ ਤਾਂ ਉੱਤੇ ਕੰਟਰੋਵਰਸੀ ਸ਼ੋ ਕੀਤੀ। ਹੁਣ ਮੈਨੂੰ ਦੱਸੋ ਜੀ ਇਹਦਾ ਕੀ ਆ? ਐਗਰੀ ਕਰਦੇ ਹੋ ਜੀ ਸਾਰੇ ਜਾਣੇ? ਹੁਣ ਜਿਹੜੇ ਪਹਿਲਾਂ ਨਾਟ ਗਿਵਨ ਜਾਂ ਟਰੂ ਕਹਿੰਦੇ ਸੀਗੇ, ਐਗਰੀ ਕਰਦੇ ਹੋ ਜੀ ਕਿ ਫਾਲਸ ਕਿਵੇਂ ਆਇਆ? ਹਾਂਜੀ ਸਰ। ਕਲੀਅਰ ਹੈ ਜੀ? ਹਾਂਜੀ ਤਾਂ ਇਹ ਚੀਜ਼ ਦੇਖੋ, ਨਿੱਕੀਆਂ ਨਿੱਕੀਆਂ ਚੀਜ਼ਾਂ ਵਾ, ਸਿਰਫ ਨਿੱਕੀਆਂ ਨਿੱਕੀਆਂ ਲਿਟਲ ਥਿੰਗਸ। ਐਂਡ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਅੱਜ ਦੱਸਣ ਲੱਗਿਆ, ਜਿਹੜਾ ਮੇਰਾ ਮੇਨ ਮਕਸਦ ਸੀਗਾ ਇਹਦਾ। ਤੁਸੀਂ ਮੈਨੂੰ ਇਹ ਗੱਲ ਦੱਸੋ ਸਾਰੇ ਜਾਣੇ ਕਿ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਦੀ, ਸਿਰਫ 2 ਕੁਐਸਚਨ ਨੂੰ ਛੱਡ ਕੇ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਦੀ ਤੇ ਤੁਹਾਨੂੰ ਸਾਰਿਆਂ ਨੂੰ ਜੋ ਨੀਚੇ ਲਾਈਨਾਂ ਲਿਖੀਆਂ ਉਹਨਾਂ ਦੀ ਯਾਨੀ ਕਿ ਲੈਂਗੁਏਜ ਤਾਂ 100% ਸਮਝ ਆ ਰਹੀ ਹੈ ਨਾ ਇਹਨਾਂ ਵਿੱਚ? ਹਾਂਜੀ ਸਰ। ਤੇ ਜੇ ਤੁਹਾਡੇ ਫਿਰ ਵੀ ਗਲਤ ਜਾ ਰਹੇ ਆ, ਇਹਦਾ ਮਤਲਬ ਯੈਸ ਔਰ ਨੋ? ਕੀ ਬਲੇਮ ਰੀਡਿੰਗ ਨੂੰ ਕਰਨਾ ਚਾਹੀਦਾ ਆਪਾਂ ਨੂੰ? ਨੋ ਸਰ। ਕਿ ਆਪਾਂ ਨੂੰ ਉਹਨਾਂ ਦੇ ਜਿਹੜੇ ਨਿੱਕੇ ਨਿੱਕੇ ਲੌਜਿਕ ਜੇ ਹੈਗੇ ਆ ਇਹ ਜ਼ਿੰਮੇਵਾਰ ਆ? ਨਿੱਕੇ ਨਿੱਕੇ ਸਰ ਲੌਜਿਕ ਕੁਐਸਚਨ ਗਲਤ ਤਾਂ ਜਾਂਦੇ ਸਰ, ਕਈ ਵਾਰ ਤਾਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਪਤਾ ਹੁੰਦੀ, ਜਿਵੇਂ ਕਿ ਓਫਨ ਔਰ ਮੋਸਟਲੀ ਸੀ, ਤੇ ਇੱਕ ਜਿਵੇਂ ਹੌਕਸ ਦਾ ਮੀਨਿੰਗ ਨਹੀਂ ਪਤਾ ਸੀ, ਤੇ ਬਸ ਐਵੇਂ ਦੇ ਕੁਐਸਚਨਸ ਨੇ। ਸਾਰੇ ਜਾਣੇ ਸਰ ਹਾਂਜੀ ਤੇ ਸਰ ਜਿਹੜੀ ਮੇਰੀ ਪ੍ਰੋਬਲਮ ਹੈ ਸਰ, ਮੈਨੂੰ ਹੋ ਰਹੀ ਹੈ ਅੰਡਰਸਟੈਂਡਿੰਗ ਚ, ਕਿ ਕੁਐਸਚਨ ਨਹੀਂ ਸਮਝ ਲੱਗ ਰਿਹਾ ਵੀ ਉਹ ਕਿਆ ਮਤਲਬ ਆਨਸਰ ਦੇ ਰਹੇ ਆ ਉਹ। ਹਾਂਜੀ ਸਰ ਮੈਨੂੰ ਅੰਡਰਸਟੈਂਡਿੰਗ ਦਾ ਸੈਂਸ ਕਿਹੜੀ? ਅੰਡਰਸਟੈਂਡਿੰਗ ਵੀ ਇੱਥੇ 2 ਤਰ੍ਹਾਂ ਦੀਆਂ ਨਾ, ਇੱਕ ਤਾਂ ਲੈ ਕੇ ਟ੍ਰਾਂਸਲੇਸ਼ਨ ਨੂੰ ਕਿ ਸਰ ਮੈਨੂੰ ਲਿਖਿਆ ਹੋਇਆ ਨਹੀਂ ਸਮਝ ਆ ਰਿਹਾ, ਇੱਕ ਇਹ ਆ ਕਿ ਸਰ ਮੈਨੂੰ ਆਹ ਚੀਜ਼ਾਂ ਨਹੀਂ ਪਤਾ ਲੱਗ ਰਹੀਆਂ। ਜਿਵੇਂ ਹੁਣੀ ਇੱਕ ਸਟੂਡੈਂਟ ਨੇ ਕਿਹਾ ਕਿ ਸਰ ਸਾਨੂੰ ਆਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਕਿ ਫਿਊ ਨੂੰ ਮੋਸਟ ਵੀ ਕਹਿ ਦਿੰਦੇ ਆ, ਇਹਨੂੰ ਆਹ ਵੀ ਸੁਪਰਲੇਟਿਵ ਡਿਗਰੀ ਤੇ ਵੀ ਅਸੀਂ ਧਿਆਨ ਰੱਖਣਾ ਵਾ, ਇਹ ਚੀਜ਼ਾਂ ਕਿ ਆਹ ਵਾਲੀ ਅੰਡਰਸਟੈਂਡਿੰਗ। ਹਾਂਜੀ ਸਰ, ਇਹ ਵਾਲੀ ਅੰਡਰਸਟੈਂਡਿੰਗ ਸਰ ਜਿਹੜੀ ਤੁਸੀਂ ਸੈਕਿੰਡ ਤੇ ਕਹੀ ਉਹ ਵਾਲੀ। ਬਿਲਕੁਲ। ਤਾਂ ਜੋ ਚੀਜ਼ ਤੇ ਅੱਜ ਤੋਂ ਬਾਅਦ ਆਪਾਂ ਧਿਆਨ ਰੱਖਣਾ ਵਾ, ਆਪਾਂ ਸਮਾਰਟ ਕਿਹੜੀ ਚੀਜ਼ ਤੇ? ਟਰੂ ਫਾਲਸ ਦੇ ਵਿੱਚ ਤਾਂ ਸੁਪਰਲੇਟਿਵ ਡਿਗਰੀ, ਕੰਪੈਰੀਟਿਵ ਡਿਗਰੀਆਂ ਹੋ ਗਈਆਂ, ਠੀਕ ਹੈ ਜੀ, ਓਫਨ, ਮੋਸਟ, ਆਲ, ਏਦਾਂ ਦੀਆਂ ਚੀਜ਼ਾਂ ਸਾਰੀਆਂ, ਇਹਨਾਂ ਤੇ ਧਿਆਨ ਰੱਖਣਾ। ਦੇਖੋ ਡੈਕੇਡ ਨੂੰ ਕੀ ਬਦਲ ਕੇ ਲਿਖੀ ਜਾਂਦੇ? 10 ਸਾਲ। ਆ ਨਿੱਕੀਆਂ ਨਿੱਕੀਆਂ ਆਹ ਚੀਜ਼ਾਂ ਤਾਂ ਫਾਰਮੂਲਿਆਂ ਨੂੰ ਨੋਟ ਕਰ ਲਓ। ਜੇ ਤੁਹਾਨੂੰ ਇੱਕ ਡੈਕੇਡ ਦਾ ਮਤਲਬ ਨਹੀਂ ਪਤਾ ਤਾਂ ਨੋਟ ਕਰ ਲਓ ਕਿ ਇਹਨੂੰ 10 ਸਾਲਾਂ ਨੂੰ ਕਹਿੰਦੇ ਆ। ਸਰ ਦੱਸਿਆ ਸੀ ਤੁਸੀਂ ਇਹ ਦਾ ਮਤਲਬ ਕੀ? ਜਿਹੜੀ ਚੀਜ਼ ਜਾਨੀ ਕਿ 50% ਤੋਂ ਤਾਂ ਜਾਵੜੀ ਉਹ ਅਕਸਰ ਹੁੰਦੀ ਆ, ਸਮਝ ਲਓ ਜੀ, ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ। ਨੈਕਸਟ ਕੁਐਸਚਨ ਲੈ ਕੇ ਆਉਂਦੇ ਆਪਾਂ, ਡੋਂਟ ਵਰੀ ਜੀ। ਓਕੇ ਜੀ, ਅਗਲਾ ਕੁਐਸਚਨ ਤੁਹਾਡੀ ਸਕਰੀਨ ਦੇ ਸਾਹਮਣੇ ਜੇ ਰਹਾ। ਹਾਂਜੀ ਆਹ ਨਹੀਂ ਜੀ, ਗਲਤ ਆਣਾ ਚਾਹੀਦਾ ਜੀ। ਮਿਊਟ ਉੱਪਰ ਲਾ ਲਓ ਜੀ ਸਾਰਿਆਂ ਨੇ, ਮਿਊਟ ਉੱਪਰ ਲਾ ਲਓ ਸਾਰਿਆਂ ਨੇ। ਆਵਾਜ਼ ਆ ਰਹੀ ਹੈ ਜੀ? ਕਾਕਾ ਰੋ ਰਿਹਾ ਵਾ ਕਿਸੇ ਦਾ ਨਿੱਕਾ ਜਿਹਾ, ਮਿਊਟ ਉੱਪਰ ਲਾ ਲਓ। ਹਾਂਜੀ ਓਕੇ ਜੀ। ਤਾਂ ਕੀ ਕਹਿੰਦੇ ਇਹਦੇ ਵਿੱਚ ਜੀ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਟਰੀਜ਼ ਵਿਦ ਆਂਟਸ, ਜਿਹੜੇ ਟਰੀਜ਼ ਤੇ ਆਂਟਸ ਹੁੰਦੀਆਂ ਵਾ ਜੀ, had more leaves fall, ਉਹਨਾਂ ਦਰਖਤਾਂ ਦੇ ਪੱਤੇ ਜ਼ਿਆਦੇ ਝੜਦੇ ਆ ਜੀ। ਕੰਪੈਰੀਜ਼ਨ ਕੀਤਾ ਵਾ, ਯੈਸ ਔਰ ਨੋ? ਫਿਰ ਕੰਪੈਰੀਟਿਵ ਡਿਗਰੀ ਪਈ ਹੈ ਜੀ, ਹੁਣੀ ਦੱਸ ਕੇ ਹਟਿਆ ਨਾ ਕਿੰਨਾ ਚੀਜ਼ਾਂ ਤੇ ਧਿਆਨ ਰੱਖਣਾ। ਲੌਜੀਕਲ ਹੁੰਦੇ ਬਸ, ਟਰੂ ਫਾਲਸ ਮੀਨਸ ਨਿੱਕੇ ਨਿੱਕੇ ਲੌਜਿਕ। ਕਹਿੰਦੇ ਜੀ ਜਿੰਨਾ ਦਰਖਤਾਂ ਤੇ ਜਿਹੜੀਆਂ ਆਂਟਸ ਹੁੰਦੀਆਂ ਵਾ
ਉਹਨਾਂ ਦੇ ਪੱਤੇ ਜ਼ਿਆਦੇ ਝੜਦੇ ਆ ਕਿੰਨਾਂ ਦੇ ਨਾਲੋਂ? ਦੋਜ਼ ਵਿਦਆਊਟ, ਜਿਨ੍ਹਾਂ ਦੇ False ਨਹੀਂ ਹੈ। ਹੁੰਦੀਆਂ। ਫਾਲਸ ਤਾਂ ਜਾ ਕੇ false ਆਪਾਂ ਸਰ ਹੈ ਲਿਖ ਇੱਥੇ ਸਕਦੇ ਲਿਖਿਆ ਨਾ ਹਾਂ ਹੈਥੀ ਲੀਵ ਦੈਨ ਦੋਜ਼ ਵਿਦਆਊਟ ਸਰ ਇਹ ਚ ਦੱਸਿਆ 20% ਕਿ more ਜ਼ਿਆਦਾ ਪ੍ਰੋਡਿਊਸ ਕਰਦੇ ਆ ਹਾਂਜੀ ਜਿਨ੍ਹਾਂ ਨੂੰ ਹਾਂਜੀ। ਜਿਨ੍ਹਾਂ ਤੇ ਆਂਟਸ ਫਾਲਸ ਹੈ ਸਰ। ਹਾਂਜੀ false ਆ ਜੀ। ਹਾਂਜੀ ਕਹਿੰਦੇ ਸਰ ਜੀ ਯੈਲੋ ਆਂਟਸ ਦੀ ਤਾਂ ਕਿਤੇ ਗੱਲ ਹੋਈ ਸੀ ਕੁਐਸਚਨ। ਧਿਆਨ ਨਾਲ ਦੇਖਿਓ ਜੀ, ਤੁਹਾਨੂੰ ਕੁਐਸਚਨ ਨੇ ਕੱਲਾ ਲਿਖਿਆ ਆਂਟ ਤੇ ਪੈਰੇ ਨੇ ਜਾ ਕੇ ਤੁਹਾਨੂੰ ਕੀ ਕਹਤਾ? ਯੈਲੋ ਆਂਟ। ਪਰ ਆਂਟ ਤਾਂ ਹੈਗੀਆਂ ਨਾ, ਆਪਣਾ ਤਾਂ ਆਹ ਵਾਲਾ ਨਾ ਹਾਂਜੀ ਕੀਵਰਡ ਸਮਝੀ। ਹਾਂਜੀ ਕੀ ਕਹਿੰਦੇ ਜੀ? ਕਹਿੰਦੇ ਜੀ ਜਿਹੜੇ ਟਰੀਜ਼ ਤੇ ਆਂਟ ਹੁੰਦੀਆਂ ਵਾ ਉਹ ਪ੍ਰੋਡਿਊਸ ਕਰਦੇ ਆ, ਕੀ ਪ੍ਰੋਡਿਊਸ ਕਰਦੇ ਆ? 20% ਮੋਰ ਹੈਲਦੀ ਲੀਵਸ। ਹਾਂਜੀ ਮੈਨੂੰ ਇੱਥੇ ਪਤਾ ਲੱਗਣ ਲੱਗ ਗਿਆ ਉਹਨਾਂ ਦੇ ਤਾਂ ਜੀ ਲੀਵ ਕੀ ਹੁੰਦੇ ਆ? ਹੈਲਦੀ ਹੁੰਦੇ ਆ। ਕਿੰਨਾਂ ਦੇ ਨਾਲੋਂ? ਜਿਨ੍ਹਾਂ ਦੇ ਆਂਟਸ ਨਹੀਂ ਹੁੰਦੀਆਂ। ਇਹ ਕੁਐਸਚਨ ਦਾ ਕੀ ਕਹਿਣਾ ਜੀ? ਕੁਐਸਚਨ ਦਾ ਕਹਿਣਾ ਜਿਨ੍ਹਾਂ ਦੇ ਆਂਟਸ ਹੁੰਦੀਆਂ ਉਹਨਾਂ ਦੇ ਪੱਤੇ ਜ਼ਿਆਦਾ ਝੜਦੇ ਆ ਜੀ, ਕਿਹਨਾਂ ਨਾਲ ਜਿਨ੍ਹਾਂ ਨਹੀਂ ਹੁੰਦੀ। ਨਹੀਂ ਜੀ, ਸਗੋਂ ਜਿਨ੍ਹਾਂ ਤੇ ਆਂਟ ਹੁੰਦੀਆਂ ਵਾ ਉਹਨਾਂ ਦੇ ਪੱਤੇ ਤਾਂ ਜ਼ਿਆਦਾ ਹੈਲਦੀ ਹੁੰਦੇ ਆ। ਕਲੀਅਰ ਆ ਜੀ ਸਾਰਿਆਂ ਨੂੰ? ਹੁਣ ਤੇ ਇੱਕ ਡਾਊਟ ਆ ਜੀ ਸਾਰਿਆਂ ਨੂੰ, ਬੱਚਿਆਂ ਨੂੰ, ਤੁਹਾਡੇ ਵਿੱਚੋਂ ਕਈਆਂ ਦੇ ਵਿੱਚ ਇਹ ਮਾਈਂਡ ਚ ਆਇਆ ਸਰ ਏਦਾਂ ਤਾਂ ਲਿਖਿਆ ਨਹੀਂ ਕਿ ਪੱਤੇ ਝੜਦੇ ਆ। ਡੀਅਰ ਨੋਇੰਗ ਕਿੱਧਰ ਆ ਰਹੀ ਆ? ਸਾਰਿਆਂ ਨੇ ਮਿਊਟ ਉੱਪਰ ਲਾ ਦਿਓ। ਤੁਹਾਡੇ ਵਿੱਚੋਂ ਕਈ ਬੱਚੇ ਕਹਿਣਗੇ ਸਰ ਏਦਾਂ ਤਾਂ ਲਿਖਿਆ ਨਹੀਂ ਕਿ ਪੱਤੇ ਝੜਨ ਬਾਰੇ ਤਾਂ ਗੱਲ ਨਹੀਂ ਕੀਤੀ, ਪੱਤਿਆਂ ਦੇ ਹੈਲਦੀ ਹੋਣ ਬਾਰੇ ਜ਼ਰੂਰ ਗੱਲ ਕੀਤੀ ਹੈ। ਸੋਚ ਰਹੇ ਆ ਜੀ ਕਈ ਏਦਾਂ? ਸਰ ਨਹੀਂ ਕਲੀਅਰ ਨਹੀਂ ਸਰ ਇਦਾਂ ਨਹੀਂ ਸੋਚ ਨਹੀਂ, ਰਹੇ, ਬਟ ਏਦਾਂ ਨਹੀਂ। ਇਦਾਂ ਸੋਚ ਰਹੇ ਆ ਯੈਲੋ ਵਰਡ ਦਾ, ਜਿੱਦਾਂ ਉਹਨਾਂ ਨੇ ਲਿਖਿਆ ਸੀ ਯੈਲੋ ਆਂਟਸ। ਓਕੇ ਜੀ, ਇਹ ਸਰ ਨਹੀਂ ਆਹ ਵਾਲੀ ਆਂਟ। ਸਰ ਡਿਸਟਰਬੈਂਸ ਬਹੁਤ ਆ ਰਹੀ ਹੈ। ਸਾਰਿਆਂ ਨੇ ਮਿਊਟ ਉੱਪਰ ਲਾ ਦਿਓ ਸਰ ਜੀ, ਮਿਊਟ ਸਾਰਿਆਂ ਲਾ ਨੇ। ਦਿਓ ਇੱਕ ਵਾਰ ਸਾਰਿਆਂ ਨੂੰ। ਹਾਂਜੀ ਮਿਊਟ ਉੱਪਰ ਲਾ ਦਿਓ ਜੀ ਸਾਰੇ। ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮੰਨ ਕੇ ਚਲੋ ਆਪਣੇ ਹੈਡ ਤੋਂ, ਆਪਣੇ ਮੰਨ ਕੇ ਚਲੋ ਹੇਅਰ ਝੜਦੇ ਆ ਜੀ ਆਪਣੇ ਹੈਡ ਤੋਂ, ਮੰਨ ਕੇ ਚਲੋ ਠੀਕ ਆ, ਤਾਂ ਇਹ ਤਾਂ ਨੈਚੁਰਲ ਜੀ ਗੱਲ ਹੈ। ਤਾਂ ਸਾਰਿਆਂ ਨੂੰ ਪਤਾ ਕਿ ਵੀਕ ਹੈਡ ਨੀਗਾ, ਐਕਚੁਅਲ ਦੇ ਵਿੱਚ ਹੇਅਰ ਵੀਕ ਹੁੰਦੇ ਆ ਤਾਂ ਕਰਕੇ ਉਹ ਝੜ ਰਹੇ ਆ। ਇਸੇ ਤਰ੍ਹਾਂ ਹੀ ਜੇ ਪੱਤੇ ਹੈਲਦੀ ਆ ਤਾਂ ਪੱਤੇ ਨਹੀਂ ਝੜਨਗੇ ਜੀ। ਇਹ ਥੋੜਾ ਇਹ ਰੀਡਿੰਗ ਨਾਲ ਲੌਜੀਕ ਲਾਇਆ ਸੀ, ਜਦੋਂ ਮੈਂ ਇਹ ਚੀਜ਼ ਪਹਿਲੀ ਵਾਰੀ ਪੜ੍ਹੀ ਸੀ ਮੈਨੂੰ ਵੀ ਲੱਗਾ ਸੀਗਾ ਕਿ ਨਹੀਂ ਇਹ ਕਿਤੇ ਨਾ ਕਿਤੇ ਨੋਟ ਗਨ ਬਣਨਾ ਚਾਹੀਦਾ, ਕਿਉਂਕਿ ਪੱਤੇ ਝੜਨ ਦੇ ਬਾਰੇ ਨਹੀਂ ਕਿਤੇ ਗੱਲ ਹੋਈ। ਬਾਅਦ ਚੋਂ ਮੈਨੂੰ ਪਰ ਪਤਾ ਲੱਗਿਆ ਕਿ ਜੇ ਪੱਤੇ ਹੈਲਦੀ ਆ ਫਿਰ ਪੱਤੇ ਥੋੜੋ ਝੜਨਗੇ, ਜੇ ਪੱਤੇ ਹੈ ਹੀ ਹੈਲਦੀ। ਤੇ ਜੇ ਪੱਤੇ ਮੰਨ ਕੇ ਚੱਲੋ ਵੀਕ ਆ ਫੇਰ ਹੀ ਉਹ ਝੜਨਗੇ। ਸੇਮ ਲਾਈਕ ਆਰ ਹੇਅਰ, ਆਪਣੇ ਹੇਅਰ ਝੜਦੇ ਕਿਉਂ ਹੁੰਦੇ ਆ? ਬਿਕੋਜ਼ ਹੇਅਰ ਆਰ ਵੀਕ। ਜੇ ਹੇਅਰ ਆਪਣੇ ਹੈਲਦੀ ਹੋਣ ਤਾਂ ਹੇਅਰ ਨਹੀਂ ਝੜਦੇ ਜੀ ਆਪਣੇ। ਤੇ ਵੈਸੇ ਜੇ ਆਪਾਂ ਦੇਖੀਏ ਕੰਪੈਰੀਜ਼ਨ ਕਰਾ ਕੇ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵਾ ਇਹਦੇ ਲਈ। ਕਹਿੰਦੇ ਜਿਨ੍ਹਾਂ ਦੇ ਪੱਤੇ ਜਿਨ੍ਹਾਂ ਟਰੀਜ਼ ਤੇ ਆਂਟ ਹੁੰਦੀਆਂ ਵਾ ਉਹ ਟਰੀਜ਼ ਨੂੰ ਇੱਥੇ ਨੈਗੇਟਿਵ ਦਿਖਾਇਆ ਗਿਆ ਵਾ। ਜੇ ਤੁਸੀਂ ਇੱਕ ਇਹਦੇ ਹੋਰ ਲੌਜੀਕ ਲਾਉਣਾ, ਉਹ ਟਰੀਜ਼ ਨੂੰ ਨੈਗੇਟਿਵ ਦਿਖਾਇਆ ਗਿਆ ਜੀ। ਤੇ ਜਿਨ੍ਹਾਂ ਦੇ ਟਰੀਜ਼ ਨਹੀਂ, ਜਿਨ੍ਹਾਂ ਦੇ ਆਂਟ ਨਹੀਂ ਹੁੰਦੀਆਂ ਉਹਨਾਂ ਨੂੰ ਸਾਹਮਣੇ ਉੱਥੇ ਪੋਜ਼ਿਟਿਵ ਦਿਖਾਇਆ ਗਿਆ ਜੀ। ਤੇ ਤੁਸੀਂ ਪੈਰੇ ਤੇ ਗਏ, ਪੈਰੇ 'ਚ ਕੀ ਕਹਿ ਰਹੇ ਆ? ਜਿਨ੍ਹਾਂ ਤੇ ਜਿਹੜੇ ਟਰੀਜ਼ ਤੇ ਆਂਟਸ ਹੁੰਦੀਆਂ ਵਾ ਉਹ ਟਰੀਜ਼ ਦੀ ਇੱਥੇ ਪੋਜ਼ਿਟਿਵ ਚੀਜ਼ ਸ਼ੋ ਕੀਤੀ ਗਈ ਆ, ਤੇ ਦੂਸਰੇ ਪਾਸੇ ਦੂਜੇ ਪਾਸੇ ਜਿਨ੍ਹਾਂ ਦੇ ਨਹੀਂ ਹੁੰਦੀਆਂ ਉਹਨਾਂ ਨੂੰ ਨੈਗੇਟਿਵ ਕਿਹਾ ਗਿਆ। ਵੈਸੇ ਇੱਥੋਂ ਵੀ ਇਹ ਕੰਟਰਾਡਿਕਟ ਕਰ ਗਿਆ, ਤਾਂ ਕਰਕੇ ਵੀ ਇਹ ਕੀ ਆ ਗਿਆ ਜੀ, ਫਾਲਸ ਆਂਸਰ ਆ ਗਿਆ। ਲਾਸਟ ਦੇਖਦੇ ਆ ਜੀ, ਅੱਗੇ ਚੱਲਦੇ ਆ। ਲਾਸਟ ਜੀ, ਸਰ ਯੈਲੋ ਆਂਟਸ ਨਾਲ ਨਹੀਂ ਕੋਈ ਚੇਂਜ ਹੋਊਗਾ? ਨਹੀਂ ਯੈਲੋ ਆਂਟ ਨਾਲ ਨਹੀਂ। ਕਿਉਂਕਿ ਉਹ ਜਿਹੜੀ ਸਾਰੀ ਗੱਲਬਾਤ ਹੋ ਰਹੀ ਆ ਉਹ ਯੈਲੋ ਆਂਟ ਦੇ ਬਾਰੇ ਹੀ ਹੋ ਰਹੀ ਹੈ ਜੀ। ਠੀਕ ਹੈ ਜੀ, ਕਿਉਂਕਿ ਮੈਂ ਉੱਪਰ ਵਾਲੀਆਂ ਤੇ ਨੀਚੇ ਵਾਲੀਆਂ ਲਾਈਨਾਂ ਨਹੀਂ ਲਈਆਂ, ਕਿਉਂਕਿ ਮੈਂ ਜ਼ਿਆਦੇ ਸਾਰਾ ਪੈਰਾ ਨਹੀਂ ਲੈਣਾ ਚਾਹੁੰਦਾ ਸੀ। ਤਿੰਨ ਚਾਰ ਹੀ ਲਈਆਂ ਮੈਂ, ਤਾਂ ਕਰਕੇ ਲਾਈਨਾਂ। ਠੀਕ ਹੈ ਜੀ, ਜਿਹੜੀ ਗੱਲ ਹੋ ਰਹੀ ਹੈ ਉਹ ਹੋ ਰਹੀ ਹੈ ਯੈਲੋ ਆਂਟ ਦੇ ਬਾਰੇ। ਹਾਂਜੀ ਓਕੇ ਜੀ, ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ ਇਹ ਚੀਜ਼। ਅਗਲਾ ਜੀ, ਲਾਸਟ ਆਪਣਾ ਇਹ ਕੁਐਸਚਨ ਜੀ, ਤਾਂ ਲਾਸਟ ਸਾਰਿਆਂ ਦਾ ਸਹੀ ਹੋਣਾ ਚਾਹੀਦਾ ਜਿੰਨੇ ਵੀ। ਆਥਰ ਕਹਿੰਦੇ ਫਾਈਂਡਸ ਕਰਦਾ ਵਾ, ਪਤਾ ਲਾਉਂਦਾ ਇੱਕ ਹਿਸਾਬ ਦਾ, ਮੰਨਦਾ ਵਾ, ਪਤਾ ਲਾਉਂਦਾ ਵਾ ਕਾਕਰੋਚ ਜਿਹੜੇ ਹੁੰਦੇ ਆ ਜੀ, ਫਿਰ ਕੰਪੈਰੀਟਿਵ ਡਿਗਰੀ ਜੀ। ਕਹਿੰਦੇ ਜੀ ਆਥਰ ਫਾਈਂਡਸ ਕਰਦਾ ਕਿ ਜੋ ਕਾਕਰੋਚ ਆ ਜੀ ਉਹ ਕੀ ਹੁੰਦੇ ਆ? ਜ਼ਿਆਦਾ ਰਿਪਲਸਿਵ ਹੁੰਦੇ ਆ। ਕਿਹਦੇ ਨਾਲੋਂ? ਸੈਂਟੀਪੀਡਸ ਦੇ ਨਾਲੋਂ ਜੀ। ਓਕੇ ਜੀ, ਤਾਂ ਆਪਾਂ ਜਾਵੜੇ ਜੀ ਆ ਵਾਲੇ ਮੇਰੇ ਤੇ ਵਿੱਚ ਜਾਵੜੇ ਕੀ ਕਹਿ ਰਿਹਾ ਜੀ? ਗਿਵਨ ਦਿਸ I ਕਿਹਦੇ ਲਈ ਲਾ ਰਿਹਾ? ਆਥਰ ਖੁਦ ਗੱਲ ਕਰ ਰਿਹਾ ਜੀ ਆਪਣੀ। I am told that the slim ਜਿਹੜੇ ਕਹਿੰਦੀ ਇਹ ਮੈਨੂੰ ਦੱਸਿਆ ਗਿਆ ਵਾ ਸੈਂਟੀਪੀਡਸ ਜਿਹੜੇ ਹੁੰਦੇ ਆ ਜੀ ਉਹ ਪ੍ਰੋਬੇਬਲੀ ਮੋਸਟ ਇਫੈਕਟਿਵ ਹੁੰਦੇ ਆ ਜੀ, ਮੋਸਟ ਇਫੈਕਟਿਵ ਕਾਕਰੋਚ ਪ੍ਰੀਡੇਟਰ।
ਹਮ able to track down or root out the ਇੱਥੇ ਕੋਈ ਗੱਲ ਨਹੀਂ unfortunately false ਹੈ ਸਰ ਮੈਨੂੰ ਇਹ ਲੱਗਦਾ ਵਾ I would say ਮੈਂ ਕਹੂੰਗਾ ਸੈਂਟੀਪੀਡਸ ਜਿਹੜੇ ਹੁੰਦੇ ਆ ਇਹ ਜ਼ਿਆਦਾ ਡਿਸਕਸਟਿੰਗ ਹੁੰਦੇ ਆ ਜੀ ਤੇ ਕੰਪੈਰੀਜ਼ਨ ਕਿਹਨਾਂ ਨਾਲ ਕਰ ਰਿਹਾ ਮੋਰਤਾ ਨੇ ਲਾਤਾ ਇੱਥੇ ਇਹਦਾ ਮਤਲਬ ਇਹਨੇ ਕਿਸ ਨਾਲ ਕੰਪੇਅਰ ਕੀਤਾ ਤੇ ਪੈਰੇ ਵਿੱਚ ਚੀਜ਼ਾਂ ਹੀ ਦੋ ਪਈਆਂ ਜੀ ਇੱਕ ਸੈਂਟੀਪੀਡਸ ਪਿਆ ਇੱਕ ਕਾਕਰੋਚ ਪਿਆ ਜੀ ਰਾਈਟਰ ਕਹਿੰਦਾ ਮੈਨੂੰ ਲੱਗਦਾ ਕਿ ਸੈਂਟੀਪੀਡਸ ਜ਼ਿਆਦਾ ਡਿਸਗਸਟਿੰਗ ਹੁੰਦੇ ਡਿਸਗਸਟਿੰਗ ਕਿਹਨੂੰ ਕਹਿ ਦਿੰਦੇ ਕਿਹੜੀ ਚੀਜ਼ ਨੂੰ ਅਨਅਟਰੈਕਟਿਵ ਨੋਟ ਲਾਈਕ ਭੈੜੀ ਜੀ ਚੀਜ਼ ਨੂੰ ਕਹਿ ਦਿੰਦੇ ਆ ਕੁਐਸਚਨ ਕੀ ਕਹਿ ਰਿਹਾ ਸੀ ਕਾਕਰੋਚ ਜ਼ਿਆਦਾ ਰਿਪਲਸਿਵ ਹੁੰਦੇ ਆ ਹਾਂਜੀ ਰਿਪਲਸਿਵ ਕਿਹਨੂੰ ਕਹਿੰਦੇ ਆ ਜੀ ਅਨਅਟਰੈਕਟਿਵ ਡਿਸਗਸਟਿੰਗ ਨੋਟ ਲਾਈਕ ਹਾਂਜੀ ਕੀ ਆਊਗਾ ਜੀ ਇਹਦਾ false ਸਰ false ਹੈ ਸਾਰਿਆਂ ਨੇ ਦੱਸੋ ਜੀ ਜੇ ਕਿਸੇ ਨੂੰ ਹੋਰ ਵੀ ਲੱਗ ਰਿਹਾ ਆਥਰ ਕਹਿ ਰਿਹਾ ਕਿ ਜੀ ਕਾਕਰੋਚ ਜ਼ਿਆਦਾ ਰਿਪਲਸਿਵ ਆ ਸੈਂਟੀਪੀਡ ਨਾਲੋਂ ਤੁਹਾਡਾ ਕੁਐਸਚਨ ਇਹ ਕਹਿ ਰਿਹਾ ਜੀ ਤੇ ਪੈਰਾ ਕਹਿ ਰਿਹਾ ਕਿ ਜੀ ਮੈਨੂੰ ਲੱਗਦਾ ਉਹ ਕਹਿੰਦਾ ਸੈਂਟੀਪੀਡ ਜ਼ਿਆਦਾ ਹੈ ਤਾਂ ਕੀ ਹੋ ਗਿਆ ਜੀ ਇਹਦਾ ਫਾਲਸ ਕਲੀਅਰ ਹੈ ਜੀ ਸਾਰਿਆਂ ਨੂੰ ਯੈਸ অর ਨੋ ਜੀ ਹਾਂਜੀ ਸਰ ਓਕੇ ਜੀ ਠੀਕ ਹੈ ਜੀ ਤੇ ਆਪਣੇ ਟਰੂ ਫਾਲਸ ਨੋਟ ਗਿਵਨ ਸੀ ਜੀ ਅੱਜ ਤੇ ਆਈ ਹੋਪ ਕਿ ਇਦਾਂ ਵਿੱਚ ਆਪਣੀਆਂ ਅੱਜ ਇੱਕ ਵਾਰੀ ਫੇਰ ਸਾਰੀਆਂ ਚੀਜ਼ਾਂ ਕਵਰ ਹੋ ਗਈਆਂ ਜੀ ਕਿ ਜਿਵੇਂ ਆਪਣੀ ਕੰਪੈਰੀਟਿਵ ਡਿਗਰੀ ਹੋ ਗਿਆ ਜਾਂ ਰੀਜ਼ਨ ਚੇਂਜ ਕਰਤਾ ਜਾਂ ਸੁਪਰਲੇਟਿਵ ਡਿਗਰੀ ਹੋ ਗਿਆ ਜਾਂ ਵੋਕੈਬ ਦੇ ਕੁਝ ਵਰਡ ਜਿਨ੍ਹਾਂ ਕਰਕੇ ਆਨਸਰ ਚੇਂਜ ਹੋ ਗਿਆ ਆਫਨ ਹੋ ਗਿਆ ਜਿਵੇਂ ਮੋਸਟ ਹੋ ਗਿਆ ਜਿਵੇਂ ਸਾਰਿਆਂ ਨੇ ਮਿਊਟ ਉੱਪਰ ਲਾ ਲਓ ਜੀ ਹਾਂਜੀ ਤਾਂ ਇਹ ਚੀਜ਼ਾਂ ਜੀ ਮੈਨੂੰ ਯੈਸ অর ਨੋ ਦੱਸ ਦਿਓ ਜੀ ਕਿ ਕਾਫੀ ਚੀਜ਼ਾਂ ਕਲੀਅਰ ਹੋਈਆਂ ਜੀ ਅੱਜ ਇੱਕ ਵਾਰੀ ਫਿਰ ਟਰੂ ਫਾਲਸ ਨੋਟ ਗਿਵਨ ਕਰਕੇ ਹਾਂਜੀ ਸਰ ਠੀਕ ਹੈ ਜੀ ਕਲੀਅਰ ਹੈ ਜੀ ਸਰ ਓਕੇ ਹਾਂਜੀ ਸਰ ਹੁਣ ਮੈਂ 2 ਮਿੰਟ ਨੂੰ ਤੁਹਾਨੂੰ ਕੋਡ ਸੈਂਡ ਕਰਦਾ ਆਪਾਂ ਗੱਲ ਕਰਾਂਗੇ ਸਪੀਕਿੰਗ ਤੇ ਲਿਸਨਿੰਗ ਦੇ ਬਾਰੇ ਠੀਕ ਹੈ ਜੀ ਸਰ ਹਾਂਜੀ ਸਰ ਮੈਂ ਇਦਾਂ ਕਹਿਣਾ ਸੀਗਾ ਕਿ ਅੱਜ ਦੀ ਹਾਂਜੀ। ਕਲਾਸ ਬਹੁਤ ਵਧੀਆ ਲੱਗੀ ਹੈ ਨਾ ਜਿੱਦਾਂ ਨਿੱਕੀ ਹਾਂਜੀ। ਨਿੱਕੀ ਗੱਲ ਦਾ ਪਤਾ ਲੱਗਿਆ ਤੁਸੀਂ ਹਾਂਜੀ। ਮੋਸਟਲੀ ਸੈਟਰਡੇ ਦਾ ਟਰੂ ਫਾਲਸ ਚੱਕਿਆ ਕਰੋ ਬਿਲਕੁਲ ਕਦੇ ਕਦੇ ਸਮਰੀ ਚੱਕ ਲਿਆ ਕਰਾਂਗੇ ਕਦੇ ਕਦੇ ਟਰੂ ਯਾਨੀ ਕਿ ਮਿਕਸਚਰ ਤੇ ਚੱਕ ਲਿਆ ਕਰਾਂਗੇ ਡਾਟ ਯੈਸ ਸਰ ਹਾਂਜੀ